जिसमें अमृत ज्ञान है मानक भगत बैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पर तार। दोहरा मन मुखक बिल वासना पकड़ै कौन उपाय। पारद श्री गुरु प्रेम पग पियावो होए थिर हदाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा मन मुखक बिल वासना पकड़ै कौन उपाय। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 64 64 ਜੋ ਚੈਪਟਰ ਹੈ, ਕਵੀ ਸੰਤੋਖ ਸਿੰਘ ਜੀ ਇਸ ਦਾ ਮੰਗਲ ਕਰਦੇ ਹਨ ਕਿ ਮੇਰਾ ਮਨ ਇੱਕ ਚੂਹਾ ਹੈ ਜੋ ਕਿ ਵਾਸ਼ਨਾ, ਜੋ ਕਿ ਆਪਣੇ ਡਿਜ਼ਾਇਰਸ ਹਨ, ਉਸ ਰੂਪੀ ਖੁੱਡ ਦੇ ਵਿੱਚ, ਖੁੱਡ ਹੁੰਦੀ ਹੈ ਇੱਕ ਹੋਲ, ਕਹਿੰਦੇ ਵਾਸ਼ਨਾ ਰੂਪੀ ਖੁੱਡ ਦੇ ਵਿੱਚ, ਇਸ ਕਰਕੇ ਉਹ ਵੜਿਆ ਹੋਇਆ ਹੈ, ਉਹ ਫਸਿਆ ਹੋਇਆ ਹੈ। ਤੇ ਕਹਿੰਦੇ ਪਕੜੈ ਕੌਣ ਉਪਾਏ। ਹੁਣ ਖੁੱਡ ਵਿੱਚ ਜਿਹੜਾ ਜਦੋਂ ਕੋਈ ਚੂਹਾ ਅੰਦਰ ਵੜ ਜਾਂਦਾ ਹੈ, ਉਹ ਖੁੱਡ ਬਹੁਤ ਛੋਟੀ ਹੁੰਦੀ ਹੈ, ਬਹੁਤ ਨੈਰੋ ਹੁੰਦੀ ਹੈ, ਉਹਨੂੰ ਜਿਹੜਾ ਹੈ ਚੂਹੇ ਨੂੰ ਕੱਢਣਾ ਬੜਾ ਔਖਾ ਹੋ ਜਾਂਦਾ ਉਹਦੇ ਵਿੱਚੋਂ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੇਰਾ ਮਨ ਇੱਕ ਚੂਹਾ ਹੈ ਜੋ ਉਹ ਖੁੱਡ ਵਿੱਚ ਫਸਿਆ ਹੋਇਆ ਹੈ। ਪੂਰੇ ਗੁਰੂ ਤੋਂ ਬਗੈਰ ਉਹਨੂੰ ਕੌਣ ਕੱਢ ਸਕਦਾ ਹੈ? ਕਿਹਦੇ ਕੋਲ ਉਪਾਅ ਹੈ ਕਿ ਉਹ ਚੂਹੇ ਨੂੰ ਬਾਹਰ ਕੱਢ ਸਕੇ, ਮੇਰੇ ਮਨ ਨੂੰ ਵਾਸ਼ਨਾ ਤੋਂ ਬਾਹਰੋਂ ਕੱਢ ਸਕੇ ਤੇ ਮੈਨੂੰ ਰੀਅਲਾਈਜੇਸ਼ਨ ਦੇ ਸਕੇ। ਤੇ ਖੁੱਡ ਵਿੱਚ ਹਨੇਰਾ ਹੁੰਦਾ ਹੈ, ਬਾਹਰ ਚਾਨਣ ਹੁੰਦਾ ਹੈ। ਇਸ ਕਰਕੇ ਮੈਂ ਇਹ ਵਾਸ਼ਨਾ ਰੂਪੀ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਹਾਂ। ਪਾਰਦ ਸ੍ਰੀ ਗੁਰ ਪ੍ਰੇਮ ਪਗ ਪਿਆਵੋ ਹੋਏ ਥਿਰ ਥਾਏ। ਦੇਖੋ ਚੂਹੇ ਨੂੰ ਜੇ ਮਰਕਿਊਰੀ ਪਿਲਾਈ ਜਾਵੇ ਨਾ, ਕਹਿੰਦੇ ਕੀ ਹੁੰਦਾ, ਪਾਰਦ ਸ੍ਰੀ ਗੁਰੂ ਪ੍ਰੇਮ ਪਗ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਇੱਕ ਮਰਕਿਊਰੀ ਦੀ ਤਰ੍ਹਾਂ ਹਨ। ਜੇ ਕਿਤੇ ਉਹ ਚੂਹੇ ਨੂੰ ਪਿਲਾਈ ਜਾਵੇ ਤਾਂ ਕਹਿੰਦੇ ਕੀ ਹੁੰਦਾ ਹੈ, ਪਿਆਵੋ ਹੋਏ ਥਿਰ ਥਾਏ, ਉਹ ਆ ਕੇ ਇੱਕ ਥਾਂ ਤੇ ਥਿਰ ਹੋ ਜਾਂਦਾ ਹੈ। ਮਤਲਬ ਕਿ ਉਹ ਭਾਰੀ ਹੈ। ਭਾਰਾ ਹੋਣ ਕਰਕੇ ਜਿਹੜਾ ਉਪਦੇਸ਼ ਹੈ ਗੁਰੂ ਦਾ, ਇਹ ਮਨ ਨੂੰ ਕਨਵਿੰਸ ਕਰਨ ਵਾਲਾ ਹੈ। ਇਹਦੇ ਵਿੱਚ ਸ਼ਕਤੀ ਹੈ ਗੁਰੂ ਦੇ ਉਪਦੇਸ਼ ਵਿੱਚ ਕਿ ਮਨ ਨੂੰ ਕਨਵਿੰਸ ਕਰਕੇ ਤੇ ਇਹ ਮਨ ਦੇ ਵਿੱਚ ਉਹ ਗੁਣਾ ਦਾ ਭਾਰ, ਗੁਣਾ ਰੂਪੀ ਜਿਹੜਾ ਮਰਕਿਊਰੀ ਹੈ, ਇਹਦੇ 'ਚ ਪਾ ਕੇ ਇਹਨੂੰ ਭਾਰਾ ਕਰ ਦਿੰਦਾ ਹੈ। ਜਦੋਂ ਭਾਰਾ ਹੋ ਜਾਂਦਾ ਹੈ, ਮਤਲਬ ਭਾਰੇ ਦੇ ਦੋ ਅਰਥ ਬਣਦੇ ਹਨ। ਇੱਕ ਤਾਂ ਭਾਰਾ ਜਿਹੜਾ ਹੈ ਫਿਜ਼ੀਕਲੀ ਕਹਿੰਦੇ ਵੀ ਭਾਰਾ ਹੋ ਜਾਂਦਾ, ਵੀ ਨਹੀਂ ਤੁਰ ਹੁੰਦਾ। ਤੇ ਇਹਦਾ ਜਿਹੜਾ ਮਨ ਦੇ ਕੰਟੈਕਸਟ ਕਿਵੇਂ ਜਾਵੇਗਾ, ਵੀ ਉਹਦੇ ਵਿੱਚ ਗਿਆਨ ਆ ਜਾਂਦਾ ਹੈ। ਗਿਆਨ ਹੋਣ ਕਰਕੇ ਉਹਦੇ ਵਿੱਚ ਗੁਣ ਪੈਦਾ ਹੁੰਦੇ ਨੇ, ਗੁਣਾ ਕਰਕੇ ਉਹ ਭਾਰਾ ਹੋ ਜਾਂਦਾ ਹੈ। ਭਾਰਾ ਹੋਣ ਦੇ ਨਾਲ ਉਹ ਜਿਹੜਾ ਹੈ ਉਹਦੇ ਵਿੱਚ ਕੰਟੈਂਟਮੈਂਟ ਆ ਜਾਂਦਾ ਹੈ, ਫਿਰ ਉਹ ਮੁੜ ਕੇ ਨਹੀਂ ਡੋਲਦਾ। ਵਾਸ਼ਨਾ ਕੀ ਚੀਜ਼ ਆ ਜਿਹੜੀ ਵੇਖ ਆਪਾਂ ਨੂੰ ਚੰਚਲ ਕਰਦੀ ਹੈ। ਵਾਸ਼ਨਾ ਉਹ ਚੀਜ਼ ਹੈ ਜਿਹੜੀ ਇੱਕ ਚੀਜ਼ ਤੇ ਆਪਾਂ ਨੂੰ ਜਿਹੜਾ ਹੈ ਸੈਟਿਸਫੈਕਸ਼ਨ ਨਹੀਂ ਦਿੰਦੀ। ਜੇ ਦਿੰਦੀ ਵੀ ਹੈ ਥੋੜ੍ਹੇ ਚਿਰ ਦੇ ਕੇ ਦੂਜੀ ਹੋਰ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਬੰਦਾ ਭੜਕਦਾ ਹੈ। ਭੜਕਣਾ ਰੂਮਿੰਗ ਇਸ ਕਰਕੇ ਹੁੰਦਾ ਹੈ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਉਹ ਹਨ ਜਿਹੜੇ ਕਿ ਉਹ ਚੂਹੇ ਰੂਪੀ ਮਨ ਨੂੰ ਟਿਕਾ ਸਕਦੇ ਹਨ। ਤੇ ਫਿਰ ਭਾਰੇ ਦਾ ਮਤਲਬ ਹੈ ਕਿ ਉਹਨੂੰ ਵੱਡਾ ਕਰ ਦੇਣਾ, ਉਹ ਖੁੱਡ 'ਚ ਵੜੇ ਨਾ ਸਕੇ। ਸੋ ਜਿਵੇਂ ਚੂਹਾ ਖੁੱਡ 'ਚ ਨਾ ਵੜ ਸਕੇ, ਜੇ ਬਹੁਤ ਵੱਡਾ ਹੋ ਜਾਵੇ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਇੰਨੇ ਗੁਣ ਦੇ ਦਿੰਦੇ ਨੇ ਕਿ ਉਹ ਫਿਰ ਵਾਸ਼ਨਾ ਤੋਂ ਜਿਹੜਾ ਹੈ ਡਰਦਾ ਨਹੀਂ। ਉਹਨੂੰ ਵਾਸ਼ਨਾ ਫਿਰ ਚੰਗੀਆਂ ਹੀ ਨਹੀਂ ਲੱਗਦੀਆਂ, ਉਹਨੂੰ ਚੰਗਾ ਹੀ ਨਹੀਂ ਲੱਗਦਾ ਵੀ ਮੈਂ ਹਨੇਰੇ ਵਿੱਚ ਜਾਵਾਂ ਹੁਣ, ਕਿਉਂਕਿ ਜਿਹੜੀਆਂ ਡਿਜ਼ਾਇਰਸ ਦੀਆਂ ਉਹਦੇ ਵਿੱਚ ਖੁਸ਼ੀ ਸੀਗੀ, ਉਹ ਤੋਂ ਵੱਧ ਖੁਸ਼ੀ ਗੁਰੂ ਦੇ ਉਪਦੇਸ਼ ਨਾਲ ਮਿਲਦੀ ਹੈ। ਜੋ ਵਾਸ਼ਨਾ ਦੇ ਵਿੱਚ ਚੰਚਲਤਾ ਸੀ, ਉਹਦੇ ਕਰਕੇ ਜੋ ਫਿਕਰ ਪਾਪ ਜਿਹੜੇ ਹੁੰਦੇ ਹਨ, ਉਹ ਰੀਅਲਾਈਜੇਸ਼ਨ ਵਿੱਚ ਆ ਕੇ ਉਹ ਕਹਿੰਦਾ ਮੈਂ ਕਿਉਂ ਕਰਾਂ, ਮੈਂ ਕਿਉਂ ਟਰਬਲ ਵਿੱਚ ਜਾਵਾਂ। ਜੇ ਲਾਈਫ ਜਿਹੜੀ ਹੈ, ਜੇ ਮੇਰੇ ਗੁਰੂ ਨਾਨਕ ਦੇ ਮਾਰਗ ਤੇ ਚੱਲਾਂ ਤਾਂ ਸੌਖੀ ਹੋ ਜਾਂਦੀ ਹੈ। ਸੋ ਐਸਾ ਕਵੀ ਸੰਤੋਖ ਜੀ ਨੇ ਦੇਖੋ ਕਿੱਡਾ ਵੱਡਾ ਆਪਾਂ ਨੂੰ ਉਪਦੇਸ਼ ਦਿੱਤਾ ਆਪਣੇ ਮੰਗਲ ਦੇ ਵਿੱਚ। ਦੋਹਰਾ ਪਚਹਾਰੇ ਸਭ ਹੀ ਜਬੈ ਕਹਿ ਬਿਦ ਜੀਤ ਨਾ ਪਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਤੇ ਭਾਈ ਬਾਲਾ ਪਹੁੰਚ ਉੱਥੇ ਸਿੱਧਾਂ ਨੂੰ ਮਿਲਣ ਵਾਸਤੇ ਸੁਮੇਰ ਤੇ ਹਨ। ਸੁਮੇਰ ਤੇ ਜਿਹੜਾ ਹੈ ਪਹੁੰਚ ਕਰਕੇ ਆਪ ਜੀ ਨੇ ਪਿਛਲੀ ਵਾਰੀ ਇਹ ਸੁਣਿਆ ਹੈ, ਉਹ ਕਥਾ ਆਪ ਜੀ ਨੇ ਸੁਣੀ ਹੈ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਮੇਰ ਦੇ ਵਿੱਚ ਜਿਹੜਾ ਹਨ ਸਿੱਧ ਮੰਡਲੀ ਵਿੱਚ ਬੈਠੇ ਹਨ। ਕਹਿੰਦੇ ਪਰਚਹਾਰੇ ਸਭ ਹੀ ਜਬੈ, ਸਾਰੇ ਹੀ ਹਾਰ ਗਏ, ਆਪਣੀਆਂ ਸ਼ਕਤੀਆਂ ਵੀ ਦਿਖਾ ਲਈਆਂ, ਆਪਣਾ ਜਿਹੜਾ ਹੈ ਉਹਨਾਂ ਨੇ ਗੋਰਖਨਾਥ ਨੇ ਵੀ ਜਿਹੜਾ ਹੈ ਬਾਟਾ ਦੇ ਕੇ ਉਹ ਵੀ ਆਪਣੀਆਂ ਜਿਹੜੀਆਂ ਹਨ ਸੰਤੁਸ਼ਟ ਹੋ ਕੇ ਬਹਿ ਗਿਆ, ਉਹਦੀ ਵੀ ਚਾਰਨਾ ਚੱਲੀ। ਸੋ ਸਾਰੇ ਆਰਗੂਮੈਂਟ ਫੇਲ ਹੋ ਗਏ, ਸ਼ਕਤੀਆਂ ਫੇਲ ਹੋ ਗਈਆਂ, ਸਿਆਣਪਾਂ ਫੇਲ ਹੋ ਗਈਆਂ ਸਾਰੀਆਂ।
ਤੇ ਫਿਰ ਕਿਸੇ ਵਿਧ ਜਿੱਤ ਨਾ ਪਾਏ, ਕਿਸੇ ਪ੍ਰਕਾਰ ਕਰਕੇ ਉਹਨੂੰ ਜਿੱਤ ਨਾ ਮਿਲੀ ਸਾਰਿਆਂ ਨੂੰ। ਗੋਰਖ ਚਿੰਤਾ ਤੁਰ ਭਇਓ ਹੋਵਤ ਬਾਦ ਉਪਾਏ। ਦੇਖੋ ਗੋਰਖ ਨਾਥ ਜਿਹੜਾ ਹੈ ਇਹ ਫਿਕਰਾਂ 'ਚ ਬੈਠਾ ਹੈ, ਇਹਨੂੰ ਬਹੁਤ ਚਿੰਤਾ ਪਈ। ਕਾਹਦੀ ਚਿੰਤਾ? ਕਹਿੰਦੇ ਹੋਵਤ ਬਾਦ ਉਪਾਏ, ਮੈਂ ਜਿੰਨਾ ਵੀ ਆਰਗੂਮੈਂਟ ਕੀਤਾ, ਜਿੰਨੀ ਵੀ ਮੈਂ ਕੋਸ਼ਿਸ਼ ਕੀਤੀ, ਸਾਰੀ ਫੇਲ ਹੋ ਗਈ, ਸਾਰੀ ਜਿਹੜੀ ਯੂਸਲੈਸ ਹੀ ਚਲੀ ਗਈ, ਐਫਰਟ ਜਿਹੜਾ ਕੀਤਾ ਸੀ। ਚੌਪਈ ਬਹਰੋ ਸਰਬ ਸਿੱਧ ਮਿਲ ਆਏ। ਸੋ ਫੇਰ ਸਾਰੇ ਸਿੱਧ ਮਿਲ ਕਰਕੇ ਆਏ। ਜੇ ਸਕਤਨ ਯੁਤ ਹੁਤੇ ਪਲਾਏ। ਜੋ ਸ਼ਕਤੀਆਂ ਵਾਲੇ ਸਨ ਉਹ ਤਾਂ ਭੱਜ ਗਏ ਸੀ ਉਦੋਂ ਜਦੋਂ ਉਹਨਾਂ ਦੀਆਂ ਸ਼ਕਤੀਆਂ ਮੁੱਕ ਗਈਆਂ। ਫਿਰ ਉਹਨਾਂ ਨੇ ਸੋਚਿਆ ਵੀ ਜੇ ਹੁਣ ਗੁਰੂ ਨਾਨਕ ਸਾਹਿਬ ਸਾਡੀਆਂ ਸ਼ਕਤੀਆਂ ਨੂੰ ਖਤਮ ਕਰ ਸਕਦਾ ਹੈ ਤਾਂ ਅਸੀਂ ਉਹਨਾਂ ਦੇ ਅੱਗੇ ਨਿਉ ਕੇ ਮੱਥਾ ਟੇਕੇ ਵਾਪਸ ਤਾਂ ਲੈ ਲਈਏ। ਸੋ ਉਹ ਵੀ ਚੱਲ ਕੇ ਆਏ ਜੀ ਸਾਰੇ। ਗੋਰਖ ਜਹ ਬੇਦੀ ਕੁਲਦੀਪਾ। ਜਿੱਥੇ ਗੋਰਖਨਾਥ ਬੈਠਾ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ, ਜੋ ਬੇਦੀ ਕੁਲ ਦੇ ਟੀਕੇ ਹਨ। ਵੈਸੇ ਸਭ ਤਹ ਹੋਏ ਸਮੀਪਾ। ਸਾਰੇ ਆ ਕੇ ਸਿੱਧ ਜਿਹੜਾ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਗੋਰਖਨਾਥ ਦੇ ਘੇਰ ਕੇ ਬਹਿ ਗਏ ਜੀ। ਕਿਦਕ ਦੇਰ ਤੂਸਨ ਹੀ ਰਹੇ। ਪਰ ਕੁਝ ਕੁ ਦੇਰ ਵਾਸਤੇ ਸਾਰੇ ਚੁੱਪੇ ਰਹੇ। ਜਿਹਨੂੰ ਕਹਿੰਦੇ ਹੁੰਦੇ ਨਾ ਪਿਨ ਡ੍ਰੌਪ ਸਾਇਲੈਂਸ, ਸਾਰੇ ਚੁੱਪ ਕਰਕੇ ਬੈਠੇ ਰਹੇ, ਕੋਈ ਨਹੀਂ ਬੋਲਦਾ। ਪੁੰਨ ਵਿਚਾਰ ਗੋਰਖ ਬਚ ਕਹੇ। ਤੇ ਫਿਰ ਗੋਰਖਨਾਥ ਨੇ ਜਿਹੜੀ ਹੈ ਉਹ ਸਾਇਲੈਂਸ ਨੂੰ ਤੋੜਨਾ ਕੀਤਾ। ਹਾਂਜੀ, ਸੋ ਗੋਰਖਨਾਥ ਬੋਲਿਆ, ਮਨ ਹੋ ਮਨ ਮੈਂ ਬਾਨੀ ਮੋਰੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਨਾ ਮੇਰੀ ਗੱਲ ਮੰਨ ਲਓ, ਆਪਣੇ ਮਨ ਦੇ ਵਿੱਚ ਮੰਨ ਲਓ ਨਾ। ਤਰਲੇ ਕੱਢਣ ਲੱਗ ਗਿਆ ਵਿਚਾਰਾ। ਸੁਣੋ ਕਾਨ ਦੇ ਕਹੋ ਬਹੋਰੀ। ਸੁਣੋ ਕਾਨ ਦੇ, ਮੇਰੀ ਗੱਲ ਨਾ ਇੱਕ ਵਾਰੀ ਨਾ ਤੁਸੀਂ ਕੰਨਾਂ ਨਾਲ ਸੁਣੋ। ਕਹਿੰਦੇ ਫੇਰ ਤੁਸੀਂ ਕਹਿ ਲਿਓ ਜੋ ਕਹਿਣਾ ਹੈ, ਮੈਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ। ਸੋ ਇਹ ਜਿਹੜਾ ਤਰੀਕਾ ਜਿਹੜਾ ਹੁੰਦਾ ਹੈ ਨਾ, ਇਹ ਜਿਹੜਾ ਹੈ ਯੋਗੀ ਵਰਤਦੇ ਸਨ। ਕਹਿੰਦੇ ਤੂੰ ਮੈਨੂੰ ਇੱਕ ਵਾਰੀ ਸੁਣ ਲਾ, ਬਾਅਦ ਵਿੱਚ ਤੂੰ ਆਪਣੀ ਗੱਲ ਕਹਿ ਦੀ। ਇਹੀ ਗੱਲ ਜਿਹੜੀ ਹੈ ਜਿਹੜੇ ਮੁਸਲਮਾਨ ਲੋਕ ਆ ਨਾ ਉਹ ਵੀ ਕਰਦੇ ਹਨ। ਉਹ ਕੀ ਕਰਦੇ ਹਨ ਕਿ ਜਿਹੜੇ ਨਹੀਂ ਮੁਸਲਮਾਨ ਨਾ, ਉਹਨਾਂ ਨੂੰ ਇੱਕ ਵਾਰੀ ਇਹ ਜ਼ਰੂਰ ਕਹਿੰਦੇ ਹਨ ਵੀ ਤੂੰ ਵੀ ਮੁਸਲਮਾਨ ਬਣ ਜਾ। ਜਦੋਂ ਇਹ ਐਸੀ ਗੱਲ ਕਹਿੰਦੇ ਨਾ, ਇਹ ਮੰਨਦੇ ਹਨ ਕਿ ਇਹਨਾਂ ਨੂੰ ਬਹੁਤ ਪੁੰਨ ਮਿਲਦਾ ਹੈ, ਇਹਨੂੰ ਬਰਕਤ ਮਿਲਦੀ ਹੈ ਇਹਨਾਂ ਨੂੰ, ਇਹਨਾਂ ਦਾ ਫਰਜ਼ ਆ ਕਹਿਣ ਦਾ। ਤੇ ਅੱਗੇ ਮੂਰੇ ਕੋਈ ਮੰਨੇ ਚਾਹੇ ਨਾ ਮੰਨੇ ਉਹਦੀ ਮਰਜ਼ੀ, ਆਪਾਂ ਕਹਿੰਦੇ ਇੱਕ ਵਾਰੀ ਕਹਿਣਾ ਹੈ। ਸੋ ਕਹਿ ਕੇ ਕੀ ਕਰਦੇ ਨੇ, ਇਹ ਇੱਕ ਬੀਜ ਦੂਜੇ ਦੇ ਮਨ ਵਿੱਚ ਸੱਟ ਦਿੰਦੇ ਨੇ ਵੀ ਜਦੋਂ ਤੱਕ ਜਿਹੜਾ ਹੈ ਜਿੱਦਣ ਇਹਦਾ ਮਨ ਨੇ ਇਹਦੇ ਧਰਮ ਨੂੰ ਖੱਟਾ ਪੈਣਾ ਹੈ ਨਾ, ਜਦੋਂ ਕੋਈ ਇਹਨੂੰ ਜਿਹੜਾ ਹੈ ਬਹੁਤ ਵੱਡੀ ਡਿਸਟ੍ਰੈਸ ਹੋਣੀ ਹੈ, ਇਹਨੂੰ ਜਿਹੜੀ ਬਹੁਤ ਵੱਡਾ ਕੋਈ ਪ੍ਰੋਬਲਮ ਪਵੇਗਾ, ਜਦੋਂ ਇਹਨੂੰ ਆਪਣਾ ਧਰਮ ਤੋਂ ਨਫ਼ਰਤ ਉੱਠੇਗੀ ਨਾ, ਇਹ ਮੁਸਲਮਾਨ ਧਰਮ ਵੱਲੇ ਆਏਗਾ। ਦੇਖੋ ਇਹ ਕਿੱਡੀ ਹੁਸ਼ਿਆਰ ਵਾਲੀ ਸਾਈਕੋਲੋਜੀਕਲੀ ਇਹ ਜਿਹੜਾ ਹੈ ਐਸਾ ਕਾਰਜ ਕਰਦੇ ਨੇ। ਸੋ ਇਹੀ ਖੇਡ ਹੁਣ ਗੋਰਖ ਵੀ ਖੇਡ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਐਸਾ ਕਹਿੰਦਾ, ਸਭ ਸਿੱਧਨ ਕੋ ਅਦਪਤ ਬਣੀਏ। ਕਹਿਣ ਲੱਗੇ ਸਾਰੇ ਸਿੱਧਾਂ ਦੇ ਤੁਸੀਂ ਸਵਾਮੀ ਬਣ ਜਾਓ। ਦੇਖੋ ਉਹੀ ਐਗਜ਼ੈਕਟਲੀ ਗੱਲ ਹੈ ਜਿਹੜੀ ਕਿ ਵਜ਼ੀਰ ਖਾਨ ਨੇ ਜਿਹੜਾ ਹਨ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕਹੀ ਸੀ ਵੀ ਤੁਹਾਨੂੰ ਨਵਾਬ ਬਣਾ ਦਿਆਂਗੇ, ਤੁਹਾਨੂੰ ਜਿਹੜਾ ਹੈ ਧਰਮ ਦੇ ਅਹੁਦੇਦਾਰ ਬਣਾ ਦਿਆਂਗੇ। ਔਰੰਗਜ਼ੇਬ ਨੇ ਤਾਂ ਵੀ ਇਹੀ ਕੁਝ ਕਿਹਾ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਕਹਿੰਦੇ ਤੈਨੂੰ ਇਸਲਾਮ ਦਾ ਲੀਡਰ ਬਣਾ ਦਿਆਂਗੇ ਜੇ ਤੁਸੀਂ ਇੱਕ ਵਾਰੀ ਸਾਡੇ ਧਰਮ ਵਿੱਚ ਆ ਜਾਓ। ਦੇਖੋ ਉਹੀ ਗੱਲਾਂ ਨੇ, ਬਿਲਕੁਲ ਉਹੀ ਗੱਲਾਂ ਨੇ, ਕਿਉਂਕਿ ਹਰ ਕੋਈ ਬੰਦਾ ਜਿਹੜਾ ਹੈ ਪਰਮਾਤਮਾ ਨਾਲ ਤਾਂ ਨਹੀਂ ਜੋੜਦਾ, ਉਹ ਆਪਣੇ ਆਪ ਨਾਲ ਜੋੜਦਾ ਹੈ। ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਇਹ ਇੱਛਾ ਬਣ ਜਾਂਦੀ ਹੈ ਕਿ ਮੈਂ ਹੀ ਰੱਬ ਹਾਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ 'ਚ ਦੱਸਿਆ ਹੈ ਨਾ ਕਿ ਪਰਮਾਤਮਾ ਕਹਿੰਦਾ ਮੈਂ ਕਿੰਨਿਆਂ ਨੂੰ ਭੇਜਿਆ ਸੰਸਾਰ ਤੇ, ਉਹਨਾਂ ਨੇ ਮੇਰੇ ਨਾਲ ਨਹੀਂ ਜੋੜਿਆ, ਆਪਣੇ ਆਪ ਨਾਲ ਹੀ ਜੋੜ ਕੇ ਬਹਿ ਗਏ। ਜੇ ਮੰਤਰ ਦਿੱਤਾ ਵੀ ਆਪਦਾ ਮੰਤਰ ਦਿੱਤਾ, ਕਹਿੰਦਾ ਸਾਡਾ ਮੰਤਰ ਨਹੀਂ ਕਿਸੇ ਨੂੰ ਦਿੱਤਾ। ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਨੇ ਜਿਹਨੇ ਪਰਮਾਤਮਾ ਦਾ ਮੰਤਰ ਦੁਨੀਆ ਨੂੰ ਦਿੱਤਾ ਹੈ, ਜਿਹਨੇ ਸਾਰੀ ਦੁਨੀਆ ਨੂੰ ਡਾਇਰੈਕਟਲੀ ਪਰਮਾਤਮਾ ਨਾਲ ਜੋੜਿਆ ਹੈ। ਕੋਈ ਵੀ ਐਸਾ ਨਹੀਂ ਦੁਨੀਆ ਦੇ ਵਿੱਚ, ਕੋਈ ਵੀ ਐਸਾ ਪੈਗੰਬਰ, ਕੋਈ ਵੀ ਐਸਾ ਔਲੀਆ, ਕੋਈ ਪ੍ਰੋਫਟ ਨਹੀਂ ਆਇਆ ਹੁਣ ਤੱਕ ਜਿਹਨੇ ਐਸੀ ਜਿਹੜਾ ਹੈ ਐਸਾ ਕਿਹਾ ਹੋਵੇ ਕਿ ਤੁਹਾਨੂੰ ਮੈਂ ਉਹ ਮੰਤਰ ਦਿੰਦਾ ਹੈ ਜੋ ਪਰਮਾਤਮਾ ਦਾ ਹੈ, ਜੋ ਪਰਮਾਤਮਾ ਦਾ ਸਿੱਧਾ ਮੰਤਰ ਹੈ। ਸੋ ਇਸ ਕਰਕੇ ਸਭ ਪਰ ਨਿਜ ਆਏ ਸਕੋ ਭਨੇ। ਕਹਿਣ ਲੱਗੇ ਸਾਰਿਆਂ ਉੱਤੇ ਆਪਣਾ ਹੁਕਮ ਚਲਾ, ਸਾਰਿਆਂ ਨੂੰ ਆਪਣੀ ਆਗਿਆ ਵਿੱਚ ਰੱਖੀ। ਫਿਰ ਮੁੰਦਾ ਪਹਿਰੋ ਝੋਲੀ ਲੀਜੈ। ਇਸ ਕਰਕੇ ਕਾਂਟੇ ਪਾ ਲਓ ਤੇ ਝੋਲੀ ਰੱਖ ਲਓ ਕੋਲੇ। ਅੰਗ ਵਿਭੂਤ ਮਲਨ ਕੋ ਕੀਜੈ। ਹੁਣ ਇੱਥੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਨਾ ਇਹ ਸਾਰਾ ਜਿਹੜਾ ਹੁਣ 4 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ 'ਚ ਆਪਾਂ ਨੂੰ ਦੱਸਿਆ ਹੋਇਆ ਹੈ। ਪੌੜੀ 28ਵੀਂ ਦੇ 28 ਵਾਲੀ ਪੌੜੀ ਵਿੱਚ ਮਹਾਰਾਜ ਕਹਿੰਦੇ ਆ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਿਰੈ ਵਿਭੂਤ। ਇਹ ਉਪਦੇਸ਼ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦਿੱਤਾ
ਜਿਹੜਾ ਹੈ ਗੋਰਖਨਾਥ ਕਹਿੰਦਾ ਨਾ, ਮੁੰਦਾ ਪਹਿਰੋ ਝੋਲੀ ਲੀਜੈ, ਅੰਗ ਪਿਪੂਤ ਮਲਨ ਕੀ ਕੀਜੈ। ਸੋ ਇਹ ਪੌੜੀ ਹੈ 28, ਇਹ ਗੋਰਖ ਨੇ ਕਿਹਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦਾ ਆਨਸਰ ਦਿੱਤਾ ਫਿਰ, ਖਿੰਥਾ ਆਪਣੀ ਦੇਹ ਹੰਡਾਵੋ, ਕਹਿਣ ਲੱਗੇ ਉਹ ਖਿੰਥਾ ਪਾ ਕੇ, ਗੋਦੜੀ ਪਾ ਕੇ ਆਪਣੇ ਸਰੀਰ ਤੇ ਹੰਡਾਵੋ। ਸਿੱਧ ਜਮਾਤੀ ਮਹਿ ਅਬ ਆਵੋ, ਦੇਖੋ ਸਿੱਧ ਜਮਾਤੀ में आओ, ਆਈ ਪੰਥੀ ਸਗਲ ਜਮਾਤੀ। ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਨਾ, ਕਹਿੰਦੇ ਆਈ ਪੰਥ ਵਿੱਚ ਆ ਜਾ। ਮਹਾਰਾਜ ਕਹਿੰਦੇ ਸਗਲ ਜਮਾਤੀ, ਸਾਰਾ ਸੰਸਾਰ ਹੀ ਪਰਮਾਤਮਾ ਦੇ ਹਨ, ਉਹੀ ਪੰਥ ਵਿੱਚੋਂ ਹੈ। ਲੇਹੋ ਭੰਡਾਰਾ ਹਮ ਤੇ ਖਾਵੋ, ਦੇਖੋ ਭੰਡਾਰਾ ਲੈ ਕੇ ਸਾਡੇ ਤੋਂ ਖਾਓ। ਤੇ ਇਹਦਾ ਜਿਹੜਾ ਆਨਸਰ ਮਹਾਰਾਜ ਨੇ ਦਿੱਤਾ 29th ਵਾਲੀ ਪੌੜੀ ਵਿੱਚ, ਮਹਾਰਾਜ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵੱਜ ਹੈ ਨਾਦ। ਸੋ ਇਹ ਆਨਸਰ ਉਹਨੂੰ ਦਿੱਤਾ ਸੀ ਸਾਰੀ ਪੌੜੀ ਵਿੱਚ। ਸਿੰਘੀ ਮੁਖ ਤੇ ਨਾਦ ਬਜਾਵੋ, ਕਹਿਣਗੇ ਸਿੰਘੀ ਲੈ ਕੇ ਆਪਣੇ ਮੁਖ ਤੋਂ ਨਾਦ ਵਜਾਓ ਤੁਸੀਂ। ਦੋਹਰਾ ਹੱਥ ਵਿਖਿਆ ਡੰਡਾ ਗਹੋ, ਕਰ ਸਿੱਧਨ ਪ੍ਰਤੀਤ। ਦੇਖੋ ਕਹਿੰਦੇ ਵੀ ਜੇ ਹੱਥ ਵਿੱਚ ਤੁਸੀਂ ਡੰਡਾ ਲੈ ਲਓ, ਸੋ ਡੰਡਾ ਲੈ ਕੇ ਤੇ ਜਿਹੜਾ ਹੈ ਆਪਣੇ ਹੱਥ ਵਿੱਚ ਤੇ ਸਿੱਧਾਂ ਦੇ ਉੱਤੇ ਆਪਣਾ ਰਾਜ ਕਰੋ। ਸੋ ਇਸ ਕਰਕੇ ਕਰ ਸਿੱਧਨ ਪ੍ਰਤੀਤ, ਜਿਹਦੇ ਉੱਤੇ ਜਿਹੜਾ ਹੈ ਸਿੱਧਾਂ ਉੱਤੇ, ਸ਼ਕਤੀਆਂ ਦੇ ਉੱਤੇ ਵਿਸ਼ਵਾਸ ਕਰੋ। ਵੀ ਸ਼ਕਤੀਆਂ ਨੂੰ ਵਿਸ਼ਵਾਸ ਕਰਕੇ ਸ਼ਕਤੀਆਂ ਨੂੰ ਮੰਨੋ, ਸ਼ਕਤੀਆਂ ਨੂੰ ਐਕਸੈਪਟ ਕਰੋ ਤੇ ਦੁਨੀਆ ਨੂੰ ਦਿਖਾਓ, ਉਹਦੇ ਰਾਹੀਂ ਦੁਨੀਆ ਤੇ ਰਾਜ ਕਰੋ। ਮਹਾ ਸਖਤ ਕੋ ਪਾਏ ਹੋ ਯੋ ਸਗਲਾ ਜਗ ਜੀਤ। ਦੇਖੋ ਮਹਾ ਸਖਤ ਕੋ ਪਾਏ, ਕਹਿੰਦੇ ਮਹਾ ਸ਼ਕਤੀ ਨੂੰ ਪਾ ਕਰਕੇ ਤੇ ਯੋ ਸਗਲਾ ਜਗ ਜੀਤ, ਸਾਰੇ ਜਗਤ ਨੂੰ ਜਿੱਤ ਰੱਖੋ। ਮਹਾਰਾਜ ਨੇ ਆਨਸਰ ਕੀ ਕੀਤਾ? ਮਨ ਜਿੱਤੈ ਜਗ ਜੀਤ। ਜਿਹੜਾ ਮਨ ਨੂੰ ਜਿੱਤਦਾ ਉਹੀ ਜਗਤ ਨੂੰ ਜਿੱਤਦਾ ਹੈ। ਚੌਪਈ ਮਿਲ ਆਦੇਸ਼ ਕਹੋ ਆਦੇਸ਼ੋ, ਕਹਿਣਗੇ ਮਿਲ ਆਦੇਸ਼ ਕਹੋ ਆਦੇਸ਼ੋ। ਗੁਰੂ ਨਾਨਕ ਸਾਹਿਬ ਨੇ ਇਹ ਚਾਰੇ ਪੌੜੀਆਂ ਦੀ ਅਖੀਰਲੀ ਲਾਈਨ ਇੱਕੋ ਰੱਖੀ ਹੈ। ਮਹਾਰਾਜ ਕਹਿੰਦੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮਹਾਰਾਜ ਨੇ ਉਹੀ ਗੱਲ ਰੱਖੀ। ਸਾਰੇ ਪੌੜੀਆਂ ਦੀ ਐਂਡਿੰਗ ਇਹ ਦੋ ਲਾਈਨਾਂ ਹੀ ਮਹਾਰਾਜ ਨੇ ਦਿੱਤੀਆਂ ਹਨ। ਨਾਥ ਨਾਮ ਹੋਏ ਜੁਗ ਜੁਗ ਬੈਸੋ। ਦੇਖੋ ਨਾਥ, ਆਪਣਾ ਨਾਮ ਨਾਥਾਂ ਵਿੱਚ ਰੱਖ ਲਓ। ਜਿਹੜੇ 9 ਨਾਥ ਨੇ ਨਾ, ਉਹਨਾਂ ਵਿੱਚੋਂ ਤੁਹਾਡਾ ਵੀ ਇੱਕ ਨਾਂ ਹੋਵੇਗਾ ਤੇ ਜੁਗ ਜੁਗ ਤੱਕ ਰਹੇਗਾ। ਜੋਗ ਸੰਜੋਗੀ ਮਹਿ ਸੁਖ ਪਾਵੋ, ਤੇ ਜੋਗ ਸੰਜੋਗੀ ਵਿੱਚ ਸੁਖ ਪਾਉਣਾ ਕਰੋ। ਇੱਕ ਮਾਈ ਕੇ ਪੂਤ ਕਹਾਵੋ। ਦੇਖੋ ਇੱਕ ਮਾਈ ਦੇ ਪੁੱਤਰ ਖਾਓ। ਹੁਣ ਦੇਖੋ ਇੱਥੇ ਜਿਹੜਾ ਹੈ ਨਾ, ਇੱਕ ਸਾਖੀ ਆਉਂਦੀ ਹੈ। ਇੱਕ ਦਿਨ ਪਾਰਬਤੀ ਨੇ ਆਪਣੇ ਪਤੀ ਸ਼ਿਵ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਅਮਰ ਕਥਾ ਸੁਣਾਓ। ਕਿਉਂਕਿ ਸ਼ਿਵ ਜੀ ਨੇ ਪਹਿਲਾਂ ਗੱਲ ਕੀਤੀ, ਇੱਕ ਸਾਖੀ ਲੰਮੀ ਆਪਾਂ ਛੋਟੀ ਕਰਕੇ ਵਿਚਾਰ ਲੈਂਦੇ ਹਾਂ। ਕਹਿੰਦੇ ਅਮਰ ਕਥਾ ਮੈਨੂੰ ਸੁਣਾਉਣੀ ਕਰੋ, ਕਿਉਂਕਿ ਅਮਰ ਕਥਾ ਨੂੰ ਸੁਣ ਕੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਪਾਰਬਤੀ ਨੇ ਕਿਹਾ ਆਪਣੇ ਪਤੀ ਸ਼ਿਵ ਜੀ ਨੂੰ ਕਿ ਤੁਸੀਂ ਮੈਨੂੰ ਇਹ ਜਿਹੜੀ ਹੈ ਸਾਰੀ ਅਮਰ ਕਥਾ ਸੁਣਾਓ। ਸ਼ਿਵ ਜੀ ਕਹਿੰਦਾ ਮੈਂ ਸੁਣਾ ਤਾਂ ਦੇਵਾਂਗਾ ਪਾਰਬਤੀ, ਪਰ ਜਦੋਂ ਮੈਂ ਸ਼ੁਰੂ ਕੀਤੀ ਨਾ, ਐਂਡ ਤੱਕ ਤੁਹਾਨੂੰ ਸਾਰੀ ਸੁਣਨੀ ਪੈਣੀ ਆ। ਕੌਨਸ਼ੀਅਸਲੀ ਤੁਹਾਨੂੰ ਜਾਗਣਾ ਪੈਣਾ ਹੈ, ਕਿਉਂਕਿ ਕਥਾ ਕਿ ਜਿਹੜੀ ਆਤਮਕ ਕਥਾ ਹੁੰਦੀ ਹੈ ਨਾ, ਇਹ ਜਿਹੜੀ ਬਹੁਤ ਬੋਰਿੰਗ ਹੋ ਜਾਂਦੀ ਕਈਆਂ ਵਾਸਤੇ। ਜੇ ਤੁਸੀਂ ਨਾ ਫੋਲੋ ਕਰੋ ਸਟੈਪ ਬਾਈ ਸਟੈਪ, ਉਹ ਬੋਰਿੰਗ ਹੋ ਜਾਂਦੀ, ਲੋਕ ਵਿੱਚੋਂ ਹੀ ਸੌ ਜਾਂਦੇ ਹਨ। ਸੋ ਸ਼ਿਵ ਜੀ ਕਹਿੰਦਾ ਪਾਰਬਤੀ ਨੂੰ ਮੈਂ ਤੈਨੂੰ ਸੁਣਾਉਣਾ ਹੈ ਕਥਾ, ਪਰ ਤੂੰ ਜਾਗਦੀ ਰਹਿਣਾ, ਇਹ ਸ਼ਰਤ ਹੈ। ਕੀ ਕੀਤਾ ਜੀ? ਪਾਰਬਤੀ ਮੰਨ ਗਈ। ਕਥਾ ਸ਼ੁਰੂ ਹੋਈ, ਪਾਰਬਤੀ ਸੌਂ ਗਈ। ਤੇ ਕੀ ਹੋਇਆ ਜੀ? ਇੱਕ ਮੱਛੀ ਸੀ ਬੈਠੀ, ਉਹਨੇ ਸਾਰੀ ਕਥਾ ਸੁਣ ਲਈ, ਅਮਰ ਕਥਾ। ਜਦੋਂ ਪਤਾ ਲੱਗਿਆ, ਜਦੋਂ ਸ਼ਿਵ ਜੀ ਨੇ ਜਿਹੜਾ ਹੈ ਪਤਾ ਲੱਗਿਆ ਪਾਰਬਤੀ ਤਾਂ ਸੌਂ ਗਈ, ਅਮਰ ਕਥਾ ਹੋ ਗਈ, ਮੱਛੀ ਨੇ ਸੁਣ ਲਈ। ਇਸ ਕਰਕੇ ਕਹਿੰਦੇ ਮਛਿੰਦਰ ਨਾਥ ਜਨਮ ਲਿਆ। ਉਹਨੇ ਸਮੇਂ ਸਿਰ ਸ਼ਿਵ ਜੀ ਦਾ ਜਿਹੜਾ ਬਿਰਜ ਪਾ ਕੇ ਉਹਦੇ ਵਿੱਚੋਂ, ਮੱਛੀ ਦੇ ਵਿੱਚੋਂ ਪੈਦਾ ਹੋਇਆ ਮਛਿੰਦਰ ਨਾਥ। ਕਹਿੰਦੇ ਉਹ ਸੀ ਦ ਬਿਗਿਨਿੰਗ ਆਫ ਸਿੱਧਾਂ ਦੀ ਇਹ ਜਿਹੜੀ ਹੈ, ਇਹ ਜਿਹੜਾ ਫੋਲੋਇੰਗ ਹੈ ਉੱਥੋਂ ਸ਼ੁਰੂ ਹੋਈ। ਮਛਿੰਦਰ ਨਾਥ ਨੇ ਫਿਰ ਯੋਗ ਮਤ ਸ਼ੁਰੂ ਕੀਤਾ, ਉੱਥੋਂ ਜਿਹੜੇ ਸਿੱਧ ਲੋਕ ਹੋਏ ਨਾ, ਉੱਥੋਂ ਹੀ ਸ਼ੁਰੂ ਹੋਏ ਸਾਰੇ ਇਹ ਅਮਰ ਕਥਾ। ਸੋ ਇਹੀ ਗੱਲ ਗੋਰਖਨਾਥ ਕਹਿੰਦਾ ਦੇਖ ਮਛਿੰਦਰ ਨਾਥ ਨੇ ਉਹ ਅਮਰ ਕਥਾ ਸੁਣੀ ਹੋਈ ਹੈ, ਜੇ ਤੁਸੀਂ ਵੀ ਸਾਡੇ ਪੰਥ ਵਿੱਚ ਆਓਗੇ ਤਾਂ ਤੁਹਾਨੂੰ ਵੀ ਅਮਰ ਕਥਾ ਅਸੀਂ ਸੁਣਾਵਾਂਗੇ। ਸੋ ਇਸ ਕਰਕੇ ਕਹਿੰਦੇ ਏਕਾ ਮਾਈ ਜਿਹੜੀ ਹੁੰਦੀ ਨਾ, ਮਾਈ ਮਿਸ ਪਾਰਬਤੀ, ਕਹਿੰਦੇ ਉਹ ਸਾਡੀ ਮਾਂ ਹੈ। ਸੋ ਉਹ ਮਾਈ ਹੈ ਜਿਹਦੇ ਕਰਕੇ ਇਹ ਕਥਾ ਸ਼ਿਵ ਜੀ ਨੇ ਉਹਨੂੰ ਸੁਣਾਈ ਤੇ ਇਨਡਾਇਰੈਕਟਲੀ ਮੱਛੀ ਨੇ ਸੁਣੀ। ਜੇ ਪਾਰਬਤੀ ਨਾ ਹੁੰਦੀ ਤਾਂ ਉਹ ਕਥਾ ਸ਼ਿਵ ਜੀ ਨੇ ਦੱਸਣੀ ਹੋਣੀ ਸੀ, ਉਹਨੇ ਦੱਸੀ ਪਾਰਬਤੀ ਕਰਕੇ ਹੈ। ਸੋ ਇਸ ਕਰਕੇ ਉਹ ਸਾਡੀ ਮਾਈ ਹੈ। ਤੋ ਪੌੜੀ ਆਉਂਦੀ ਹੈ ਨਾ, ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪਰਵਾਨ। ਮਹਾਰਾਜ ਨੇ ਫਿਰ ਉਹਦਾ ਆਨਸਰ ਇਹ ਦਿੱਤਾ ਸੀ, ਜੋਗ ਜੁਗਤ ਕੇ ਚੇਲੇ ਮਾਨੀ। ਹਾਂ ਦੇਖੋ, ਜੋਗ ਜੁਗਤ ਦੇ ਚੇਲੇ ਮਾਨੀ, ਸਾਰੇ ਚੇਲੇ ਇੱਕ ਮਾਈ ਦੇ ਹਨ, ਪਾਰਬਤੀ ਦੇ। ਸਭ ਦੀਵਾਨ ਤੁਮ ਸੇਵਕ ਥਾਨੀ। ਕਹਿਣਗੇ ਸਾਰੇ ਕੇ ਸਾਰੇ ਦੇ ਸਾਰੇ ਜਿਹੜੇ ਹਨ ਦੀਵਾਨ ਤੁਮ ਸੇਵਕ ਜਾਨੀ, ਸਾਰੇ ਵੱਡੇ ਤੋਂ ਵੱਡੇ
ਵੱਡੇ ਤੋਂ ਵੱਡੇ ਯੋਗੀ ਸਾਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣਗੇ। ਤੁਮ ਤੇ ਉੱਪਰ ਹੋਏ ਨਾ ਆਨਾ, ਤੁਹਾਡੇ ਉੱਪਰ ਨਹੀਂ ਕੋਈ ਹੋਵੇਗਾ। ਮਹਾਰਾਜ ਨੂੰ ਇਹ ਜਿਹੜਾ ਲਾਲਚ ਉਹ ਦੇਣ ਲੱਗਿਆ ਵੀ ਇੰਨਾ ਪਾਵਰ ਮੈਂ ਤੈਨੂੰ ਆਫਰ ਕਰ ਰਿਹਾ, ਤੂੰ ਇਹ ਲੈ ਲਾ। ਸੋ ਇਹਦੇ ਵਿੱਚ ਜਿਹੜਾ ਹੈ ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਉ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਡਾਨ। ਕਿਉਂਕਿ ਮਹਾਰਾਜ ਨੇ ਇਹੀ ਹੁਣ ਆਨਸਰ ਦਿੱਤਾ, ਤੁਮ ਤੇ ਉੱਪਰ ਹੋਏ ਨਾ ਆਨਾ, ਕਹਿੰਦੇ ਕਿ ਤੁਹਾਡੇ ਉੱਤੇ ਕੋਈ ਨਹੀਂ ਹੋਵੇਗਾ। ਸਭ ਮਹਿ ਬੈਸ ਹੋਇ ਪ੍ਰਧਾਨ। ਹਾਂ, ਤੁਸੀਂ ਪ੍ਰਧਾਨ ਬਣ ਕੇ ਸਾਰਿਆਂ ਦੇ ਲੀਡਰ ਬਣ ਕੇ ਬੈਠੋਗੇ। ਲੋਹਰਾ ਲੋਏ ਲੋਏ ਆਸਨ ਕਰੋ, ਸਰਬ ਕਰਾਏ ਭੰਡਾਰ। ਦੇਖੋ ਲੋਏ ਲੋਏ ਕਹਿੰਦੇ ਕਿ ਸਾਰੇ ਲੋਕਾਂ ਦੇ ਵਿੱਚ, ਇੱਕ ਲੋਕ ਦੋ ਲੋਕ ਸਾਰੇ ਲੋਕ ਜਿੰਨੇ ਵੀ ਦੁਨੀਆ ਦੇ ਵਿੱਚ ਹੋਰ ਵਰਲਡਸ ਹਨ, ਜਿਹੜੀਆਂ ਗੈਲੈਕਸੀਜ਼ ਦੇ ਵਿੱਚ ਹਨ, ਹਾਂਜੀ, ਸੋ ਇਹ ਸਾਰੀਆਂ ਜਿੰਨੀਆਂ ਵਰਲਡ ਹਨ, ਲੋਏ ਲੋਏ ਕਹਿੰਦੇ ਆਸਨ ਕਰੋ, ਤੁਸੀਂ ਆਸਨ ਕਰੋ ਨਾ ਤੇ ਉਹਨਾਂ ਤੇ ਵੀ ਜਾ ਕੇ ਰਾਜ ਕਰੋ। ਇਹ ਤਾਂ ਸਿਰਫ ਅਰਥ ਇੱਕ, ਹੋਰ ਵੀ ਬੜੀਆਂ ਦੁਨੀਆ ਨੇ, ਸਾਰਿਆਂ ਤੇ ਆਪਣਾ ਆਸਨ ਜਮਾਓ, ਸਾਰਿਆਂ ਤੇ ਰਾਜ ਕਰੋ। ਹੁਕਮ ਮਨਾਵੋ ਜਹਾਂ ਤਹਿ, ਅਸ ਬਿਦ ਕੀ ਜੈਕਾਰ। ਤੇ ਸਰਬ ਕਰਾਏ ਭੰਡਾਰ, ਕਹਿਣਗੇ ਲੋਏ ਲੋਏ ਆਸਨ ਕਰੋ ਤੇ ਸਰਬ ਕਰਾਏ ਭੰਡਾਰ, ਸਾਰਿਆਂ ਦਾ ਭੰਡਾਰਾ ਤੁਹਾਡੇ ਕੋਲ ਆਵੇਗਾ। ਤੁਸੀਂ ਵੰਡੋ ਭੰਡਾਰਾ, ਤੁਹਾਡੇ ਹੱਥ ਵਿੱਚ ਪਾਵਰ ਹੋਗਾ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਤੇ ਇਹਦੇ ਵਿੱਚ ਮਹਾਰਾਜ ਨੇ ਇੱਥੇ ਜਿਹੜਾ ਹੈ 31ਵੀਂ ਜਿਹੜੀ ਪੌੜੀ ਵਿੱਚ ਜਪਜੀ ਸਾਹਿਬ ਚ ਦੱਸਿਆ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਮਹਾਰਾਜ ਕਹਿੰਦੇ ਤੂੰ ਕਹਿੰਦਾ ਮੈਂ ਦਵਾਂਗਾ, ਕਹਿੰਦੇ ਉਹ ਤਾਂ ਸਾਰਿਆਂ ਦੇ ਮੱਥੇ ਦੇ ਤੇ ਪ੍ਰਾਲਬੱਧ ਲਿਖੀ ਹੋਈ ਹੈ, ਪਰਮਾਤਮਾ ਨੇ ਜਨਮ ਦੇਣ ਤੋਂ ਪਹਿਲਾਂ ਹੀ ਸਾਰੀ ਇੱਕ ਵਾਰੀ ਦੇ ਦਿੱਤੀ ਹੈ। ਜਿੰਨੀ ਵੀ ਉਹਨਾਂ ਦੇ ਪ੍ਰਾਲਬੱਧ ਵਿੱਚ ਉਹਨਾਂ ਨੂੰ ਖਾਣਾ ਪੀਣਾ ਆਉਣਾ ਸੀਗਾ, ਸਾਰਾ ਮਹਾਰਾਜ ਇੱਕ ਵਾਰੀ ਉਹ ਦਿੰਦੇ ਹਨ। ਤੇ ਕਰ ਕਰ ਵੇਖਿਆ ਸਿਰਜਣਹਾਰ, ਉਹ ਕਰ ਕਰਕੇ ਕੌਣ ਦੇਖਦਾ? ਸਿਰਜਣਹਾਰ ਦੇਖਦਾ, ਆਪਣੇ ਹੱਥ ਵਿੱਚ ਨਹੀਂ ਹੈਗਾ ਉਹ ਕੰਮ। ਤੇ ਮਹਾਰਾਜ ਕਹਿੰਦੇ ਨਾਨਕ ਸੱਚੇ ਕੀ ਸੱਚੀ ਕਾਰ, ਉਹ ਸੱਚੇ ਦੀ ਸੱਚੀ ਹੀ ਕਾਰ ਹੈ, ਉਹ ਸੱਚਾਈ ਉਹਦੀ ਪ੍ਰੈਕਟਿਸ ਹੈ, ਉਹ ਸੱਚ ਆਪਣਾ ਸੱਚ ਹੀ ਵਰਤਾਉਂਦਾ ਹੈ, ਉਹ ਕਿਸੇ ਨਾਲ ਧੱਕਾ ਨਹੀਂ ਕਰਦਾ। ਸੋ ਇਸ ਕਰਕੇ ਇਹਦਾ ਜਿਹੜਾ ਹੈ ਇਹ ਆਨਸਰ ਉਹ ਗੋਰਖਨਾਥ ਨੂੰ ਮਹਾਰਾਜ ਜੀ ਦੇ ਰਹੇ ਹਨ। ਹੁਕਮ ਮਨਾਵੋ ਜਹਾਂ ਤਹਾਂ, ਅਸ ਬਿਦ ਕੀ ਜੈਕਾਰ। ਦੇਖੋ ਤੁਸੀਂ ਹੁਕਮ ਕਰਿਓ, ਮਨਾਓ ਲੋਕਾਂ ਨੂੰ, ਆਪਣਾ ਹੁਕਮ ਨਹੀਂ ਮੰਨਦੇ ਡਰਾ ਦਿਓ ਉਹਨਾਂ ਨੂੰ, ਡਰਾ ਕੇ ਆਪਣੇ ਹੁਕਮ ਵਿੱਚ ਰੱਖੋ। ਜਹਾਂ ਤਾਂ ਜਿੱਥੇ ਕਿਤੇ ਵੀ ਕਹਿੰਦੇ ਅਸ ਬਿਦ ਕਾਰ ਕਰਾਓ, ਐਸਾ ਤੁਸੀਂ ਕਾਰਜ ਕਰੋ, ਯੂ ਵਿਲ ਬੀ ਦ ਮੋਸਟ ਪਾਵਰਫੁਲ ਪਰਸਨ, ਨਾਟ ਓਨਲੀ ਦਿਸ ਵਰਲਡ ਬਟ ਅਦਰ ਵਰਲਡਸ ਐਸ ਵੈਲ। ਤੁਸੀਂ ਇੰਨੇ ਪਾਵਰਫੁਲ ਬਣ ਜਾਓਗੇ। ਸੋਰਠਾ ਸੁਨ ਗੁਰ ਗਿਰਾ ਅਲਾਏ, ਕਰਨੋ ਰਹਿਓ ਨਾ ਹਮ ਹੈ ਕੁਛ। ਮਹਾਰਾਜ ਭਾਈ ਜਿਹੜਾ ਹਨ ਇਹ ਸੁਣ ਕੇ ਨਾ ਗੋਰਖਨਾਥ ਤੋਂ ਸੁਣ ਕੇ ਮਹਾਰਾਜ ਜੀ ਕਹਿੰਦੇ ਹਨ ਕਰਨੋ ਰਹਿਓ ਨਾ ਹਮ ਹੈ ਕੁਛ। ਕਹਿਣਗੇ ਮੇਰੇ ਵਾਸਤੇ ਕੁਝ ਰਹਿ ਨਹੀਂ ਗਿਆ ਕਰਨ ਵਾਸਤੇ, ਉਹ ਨਿਰੰਕਾਰ ਪਰਮਾਤਮਾ ਨੇ ਸਭ ਕੁਝ ਆਪ ਹੀ ਕਰ ਦਿੱਤਾ ਹੈ। ਜਿਵੇਂ ਕਹਿੰਦੇ ਆ ਨਾ, ਉਹ ਸਾਰੀ ਸ੍ਰਿਸ਼ਟੀ ਜਦੋਂ ਬਣਾਈ ਆ ਨਾ, ਇਹ ਪ੍ਰੀ ਡੈਸਟੀਨ ਹੈ, ਇਹ ਪਹਿਲਾਂ ਹੀ ਮਹਾਰਾਜ ਨੇ ਸਭ ਕੁਝ ਪਲਾਨ ਕਰਕੇ ਇਹਨੂੰ ਬਣਾਤਾ ਹੈ। ਜੋ ਆਪਾਂ ਅੱਜ ਆਪਣੇ ਲਾਈਫ ਟਾਈਮ ਤੇ ਜਾ ਰਹੇ ਨਾ, ਆਪਾਂ ਇਹਨੂੰ ਪ੍ਰੈਜ਼ੈਂਟ ਕਹਿੰਦੇ ਹਾਂ, ਪਰ ਪਰਮਾਤਮਾ ਦੀ ਜਿਹੜੀ ਨਿਗਾਹ ਤੋਂ ਨਾ ਉਹਦੇ ਵਾਸਤੇ ਪਾਸਟ ਹੈ, ਇਹ ਹੋ ਚੁੱਕਿਆ, ਆਪਣੇ ਵਾਸਤੇ ਪ੍ਰੈਜ਼ੈਂਟ ਹੈ। ਆਪਾਂ ਮਾਇਆ ਕਰਕੇ ਕੁਝ ਪਾਸਟ ਦੇਖਦੇ ਹਾਂ, ਕੁਝ ਪ੍ਰੈਜ਼ੈਂਟ ਦੇਖਦੇ, ਕੋਈ ਫਿਊਚਰ। ਪਰ ਜਦੋਂ ਆਪਾਂ ਕਹਿੰਦੇ ਆ ਨਾ ਮਰਨ ਲਖਾਏ ਮੰਡਲ ਮੈਂ ਆਏ, ਜਾਂ ਜਿਹੜਾ ਲੇਖੇ ਕਤੇ ਨਾ ਛੋਟੀ ਹੈ ਜਿਹੜਾ ਹੈ, ਇਹ ਸਾਰੀਆਂ ਚੀਜ਼ਾਂ ਕਿਉਂ ਹੁੰਦੀਆਂ ਨੇ? ਇਹ ਕਨਸੈਪਟ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਇਹ ਚੀਜ਼ਾਂ ਪਹਿਲਾਂ ਹੀ ਦੇ ਦਿੱਤੀਆਂ ਨੇ, ਇਹ ਕਰਮ ਪਹਿਲਾਂ ਦੇ ਕੇ ਭੇਜਣੇ। ਮਤਲਬ ਪਰਮਾਤਮਾ ਵਾਸਤੇ ਇਹ ਪਾਸਟ ਹੈ। ਜੋ ਅੱਜ ਆਪਾਂ ਖਾ ਰਹੇ ਹਾਂ ਨਾ, ਪਿਛਲਾ ਕਮਾਇਆ ਹੋਇਆ ਖਾ ਰਹੇ ਹਾਂ, ਉਹ ਪਿਛਲੇ ਕਰਮਾਂ ਦਾ ਖਾ, ਇਸ ਕਰਕੇ ਉਹ ਪਾਸਟ ਹੈ, ਉਹ ਪ੍ਰੈਜ਼ੈਂਟ ਨਹੀਂ। ਪ੍ਰੈਜ਼ੈਂਟ ਤਾਂ ਆਪਾਂ ਨੂੰ ਲੱਗ ਰਿਹਾ ਹੈ ਆਪਣੀ ਹਉਮੈ ਕਰਕੇ ਵੀ ਮੈਂ ਅੱਜ ਖਾ ਰਿਹਾ, ਮੈਂ ਭਲਕੇ ਜਿਹੜਾ ਖਾਣਾ ਹੈ ਮੈਂ ਇਹ ਕਰ, ਆਪਣੇ ਵਾਸਤੇ ਹੈ, ਪਰਮਾਤਮਾ ਵਾਸਤੇ ਤਾਂ ਪਾਸਟ ਹੈ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਹਨ, ਜਿਵੇਂ ਜਪਜੀ ਸਾਹਿਬ ਦੀ ਆਪਾਂ ਪਹਿਲਾਂ ਵੀ ਪੌੜੀ ਪੜ੍ਹੀ ਆ ਨਾ, ਕਹਿੰਦੇ ਜੋ ਕਿਛ ਪਾਇਆ ਸੋ ਇੱਕ ਵਾਰ ਪਾ ਚੁੱਕੇ ਹਾਂ, ਉਹ ਪਾਸਟ ਹੋ ਗਿਆ, ਹੁਣ ਉਹਦਾ ਕੀ ਬਦਲਾ ਸਕਦੇ ਹਾਂ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਮੇਰੇ ਹੱਥ 'ਚ ਤਾਂ ਕੁਝ ਨਹੀਂ ਰਿਹਾ ਹੁਣ ਕਰਨੇ ਨੂੰ, ਸਭ ਕੁਝ ਤਾਂ ਪਰਮਾਤਮਾ ਨੇ ਕੀਤਾ ਹੀ ਹੈ ਹੁਣ ਤੱਕ, ਤੇ ਉਹ ਕਰ ਚੁੱਕਿਆ ਹੈ। ਪੂਰਬ ਬਨਿਓ ਬਣਾਏ, ਅਬ ਨਵੀਨ ਕ੍ਰਿਤ ਕਿਆ ਕਰ ਹੈ। ਹਾਂ, ਕਹਿੰਦੇ ਪੂਰਬ ਪਰਮਾਤਮਾ ਨੇ ਪਹਿਲਾਂ ਹੀ ਸਭ ਕੁਝ ਬਣਾਤਾ, ਮੈਂ ਨਵਾਂ ਕਿਵੇਂ ਬਣਾ ਸਕਦਾ ਹੈ? ਮੈਂ ਨਹੀਂ ਬਣਾ ਸਕਦਾ ਨਵਾਂ, ਮੈਂ ਕਿਉਂ ਬਣਾਵਾਂ? ਨਵਾਂ ਬਣ ਚੁੱਕਿਆ ਹੈ ਜੀ ਸਾਰਾ। ਹੁਣ ਦੇਖੋ ਨਾ, ਜਿਵੇਂ ਮੂਵੀ ਆ ਨਾ, ਕੋਈ ਬੰਦਾ ਮੂਵੀ ਦੇਖਦਾ ਹੈ, ਉਹਦੇ ਵਾਸਤੇ ਮੂਵੀ ਦੀ ਸਟੋਰੀ ਇੱਕ ਨਵੀਂ ਸਟੋਰੀ ਹੈ, ਪਰ ਡਾਇਰੈਕਟਰ ਵਾਸਤੇ ਤਾਂ ਪੁਰਾਣੀ ਆ ਨਾ। ਉਹ ਭਾਵੇਂ 20 ਸਾਲਾਂ ਦੀ ਸਟੋਰੀ ਹੋਵੇ, 30 ਸਾਲਾਂ, ਪਰ ਉਹਨੇ ਬਣਾਈ ਮੂਵੀ ਆ ਕੇ ਇਹ ਟਾਈਮ ਤੇ ਬਣਾਈ ਹੈ, ਗੱਲ ਉਹੀ ਹੈ। ਸੋ ਇਸੇ ਕਰਕੇ ਪਰਮਾਤਮਾ ਨੇ ਸਭ ਕੁਝ ਪਹਿਲਾਂ ਹੀ ਬਣਾਇਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਕੋਈ ਨਵੀਨ ਨਹੀਂ ਬਣਾਉਣਾ। ਤੇ ਇਹ ਮੁੱਖ ਵਾਕ ਅੱਗੇ ਇਹ ਸਾਰੇ ਜਿਹੜੇ ਹਨ 4 ਪੌੜੀਆਂ ਦਾ ਪਾਠ ਆਉਂਦਾ ਹੈ, ਜੋ ਜਪਜੀ ਸਾਹਿਬ ਵਿੱਚ ਆਪ ਜੀ ਸਰਵਣ ਕਰੋ। ਸ੍ਰੀ ਮੁਖ ਵਾਕ ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ,
ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ। ਚੌਪਈ ਗੁਰ ਕੇ ਬਚਨ ਸੁਨੇ ਗੋਰਖ ਜਬ। ਜਦੋਂ ਇਹ ਬਚਨ ਸੁਣੇ, ਇਹ 4 ਪੌੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਦਿੱਤਾ ਗੋਰਖਨਾਥ ਨੂੰ। ਤੋ ਗੋਰਖਨਾਥ ਨੇ ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਪੁਨ ਬੂਜਨ ਹਿਤ ਬੋਲਤ ਭਾ ਤਬ। ਪੁੱਛਣ ਵਾਸਤੇ ਗੋਰਖਨਾਥ ਬੋਲਿਆ, ਕਿਉਂ ਕਰ ਤੁਮ ਇਹ ਠਾਂ ਚਲ ਆਏ। ਕਿਉਂਕਿ ਤੂੰ ਜਰਾ ਹੁਣ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਫਿਰ ਚੱਲ ਕੇ ਕਿਉਂ ਆਏ ਇੱਥੇ, ਕੀ ਕਰਨ ਆਏ ਆ ਇੱਥੇ ਜਿਹੜਾ ਸੁਮੇਰ ਤੇ। ਜੇ ਤੁਸੀਂ ਗੋਜਰਾ ਸਿੱਧ ਨਹੀਂ ਬਣਨਾ ਤੇ ਤੁਸੀਂ ਸਾਨੂੰ ਜਿਹੜਾ ਹੈ ਫੋਰਸਫੁਲੀ ਆਪਣੇ ਸਿੱਖ ਨਹੀਂ ਬਣਾਉਣਾ, ਤੇ ਫਿਰ ਮਹਾਰਾਜ ਤੁਸੀਂ ਆਏ ਕਿਉਂ ਇੱਥੇ, ਕੀ ਤੁਹਾਡਾ ਪ੍ਰਯੋਜਨ ਹੈ, what was your reason of coming here? ਤੇ ਮਹਾਰਾਜ ਦੱਸੋ ਜੀ। ਕੌਣ ਮਨੋਰਥ ਦੇਹੋ ਬਤਾਏ। ਮਹਾਰਾਜ ਕਿਹੜਾ ਮਨੋਰਥ ਲੈ ਕੇ ਤੁਸੀਂ ਆਏ ਹੋ ਉਹ ਦੱਸੋ ਸਾਨੂੰ। ਸੋ ਮੈਂ ਕਰੋ ਸਪੂਰਨ ਤੁਮਰੋ। ਗੋਰਖਨਾਥ ਕਹਿੰਦਾ ਮਹਾਰਾਜ ਫਿਰ ਮੈਂ ਉਹ ਮਨੋਰਥ ਥੋੜਾ ਪੂਰਾ ਕਰ ਦੇਵਾਂ ਜੋ ਤੁਸੀਂ ਆਏ ਹੋ, ਜੋ ਤੁਸੀਂ ਅਕੰਪਲਿਸ਼ ਕਰਨ ਵਾਸਤੇ ਆਏ ਹੋ। I will help you to fulfill it। ਮੈਂ ਤੁਹਾਨੂੰ ਉਹ ਕੰਮ ਜਿਹੜਾ ਕਰਕੇ ਤੁਹਾਨੂੰ ਦਵਾਂਗਾ। ਸਾਚ ਬਚਨ ਇਹ ਮਾਨੋ ਹਮਰੋ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਹਿੰਦੇ ਜਿਹੜਾ ਹੈ ਇਹ ਜਿਹੜੀ ਲਾਸਟ ਗੱਲ ਆ ਨਾ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਸਾਚ ਬਚਨ। ਕਹਿੰਦਾ ਗੋਰਖਨਾਥ ਕਹਿੰਦਾ ਮੇਰਾ ਸੱਚ ਬਚਨ ਤੁਸੀਂ ਮੰਨੋ, ਇਹ ਮੇਰੇ ਮਨ ਤੋਂ ਹੈ, ਮੈਂ ਕੋਈ ਟ੍ਰਿਕ ਨਹੀਂ ਇੱਥੇ ਖੇਡ ਰਿਹਾ, ਮੈਂ ਸੱਚਮੁੱਚ ਕਹਿ ਰਿਹਾ ਹਾਂ। ਸ੍ਰੀ ਗੁਰ ਕਹੈ ਮਨੋਰਥ ਮੇਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰਾ ਮਨੋਰਥ ਜਿਹੜਾ ਹੈ ਸਤਿਗੁਰ ਪੂਰੇ ਹੈ ਇੱਕ ਬੇਰੇ। ਕਹਿਣਗੇ ਸਤਿਗੁਰੂ ਪੂਰੇ ਹੈ ਇੱਕ ਬੇਰੇ। ਕਹਿਣਗੇ ਮੇਰਾ ਫਰਜ਼ ਹੈ, ਕਿਉਂਕਿ ਇਹ ਜਿਹੜਾ ਸਤਿਗੁਰੂ ਆ ਨਾ, ਕਹਿੰਦੇ ਸੱਚੇ ਗੁਰੂ ਨਾਲ ਤੁਹਾਨੂੰ ਜੋੜਨ ਵਾਸਤੇ, ਉਹ ਗੁਰੂ ਜੋ ਸਤ ਸਰੂਪ ਹੈ, ਜੋ ਆਪ ਪਰਮੇਸ਼ਰ ਦਾ ਸਰੂਪ ਹੈ, ਕਹਿੰਦੇ ਉਹ ਸੱਚੇ ਸਰੂਪ ਗੁਰੂ ਦੇ ਨਾਲ ਤੁਹਾਨੂੰ ਇੱਕ ਵਾਰੀ ਤੁਹਾਡਾ ਮੇਲ ਕਰਨਾ ਹੈ। ਕਿਉਂਕਿ ਤੁਸੀਂ ਉਹਦੀ ਭਗਤੀ ਕਰਦੇ ਹੋ, ਤੁਸੀਂ ਉਹਦੇ ਧਿਆਨ ਵਿੱਚ ਬਹਿੰਦੇ ਹੋ, ਪਰ ਫਿਰ ਤੁਸੀਂ ਰਸਤੇ ਦੇ ਵਿੱਚ ਸ਼ਕਤੀਆਂ ਵਿੱਚ ਉਲਝ ਗਏ ਹੋ, ਤੁਸੀਂ ਉਹਦੇ ਤੱਕ ਪਹੁੰਚਦੇ ਨਹੀਂ, ਬਸ ਸ਼ਕਤੀਆਂ ਵਿੱਚ ਉਲਝ ਕੇ ਰਹਿ ਗਏ ਹੋ। ਇਸ ਕਰਕੇ ਦਿਖਿਆ ਲੀਜੈ ਜੇ ਤੁਮ ਚਾਹੀ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੋਰਖਨਾਥ ਨੂੰ ਸਾਡੇ ਤੋਂ ਤੁਸੀਂ ਦਿਖਿਆ ਲੈ ਲਓ, ਉਪਦੇਸ਼ ਲੈ ਲਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਤੁਹਾਡੇ ਗੁਰੂ ਬਣ ਜਾਾਂਗੇ ਤੇ ਤੁਹਾਨੂੰ ਇਹ ਦਿਖਿਆ ਅਸੀਂ ਦਵਾਂਗੇ। ਪੂਰੋਂ ਮੈਂ ਚਿਤਵੋ ਮਨ ਮਾਹੀ। ਕਹਿਣਗੇ ਪੂਰੋਂ ਮੈਂ ਤੁਹਾਡੀ ਮੈਂ ਇੱਛਾ ਪੂਰੀ ਕਰਾਂਗਾ, ਤੁਹਾਨੂੰ ਵੀ ਸਤਿਗੁਰੂ ਮਿਲਣਗੇ, ਤੁਸੀਂ ਵੀ ਗੁਰੂ ਵਾਲੇ ਹੋਵੋਗੇ। ਇਸ ਕਰਕੇ ਚਿਤਵੋ, ਇਹ ਗੱਲ ਨੂੰ ਆਪਣੇ ਮਨ ਵਿੱਚ ਵਿਚਾਰ ਕਰੋ। ਜੋ ਮੰਗੋ ਹਮ ਟਿਕ ਕਰਤਾਰਾ। ਕਹਿਣ ਲੱਗੇ ਜੋ ਤੂੰ ਮੰਗੇਗਾ ਗੋਰਖਨਾਥ, ਮੈਂ ਪਰਮਾਤਮਾ ਅੱਗੇ ਅਰਦਾਸ ਕਰਕੇ ਲੈ ਕੇ ਤੈਨੂੰ ਦਵਾਂਗਾ। ਜਹ ਦਿਵਾਵ ਹੈ ਕਰੋ ਉਚਾਰਾ। ਕਹਿਣਗੇ ਮੈਂ ਤੁਹਾਨੂੰ ਦਵਾਵਾਂਗਾ। ਗੁਰੂ ਨਾਨਕ ਸਾਹਿਬ ਜੀ ਗਾਰੰਟੀ ਲੈਂਦੇ ਨੇ, ਕਹਿੰਦੇ ਮੈਂ ਤੁਹਾਨੂੰ ਦਵਾਵਾਂਗਾ ਪਰਮਾਤਮਾ ਤੋਂ, ਤੂੰ ਕਹਿ ਕੇ ਤਾਂ ਦੇਖ ਤੈਨੂੰ ਕੀ ਚਾਹੀਦਾ ਹੈ, ਦੱਸ ਕੀ ਚਾਹੀਦਾ ਹੈ। ਸੋ ਇਸ ਕਰਕੇ ਦੋਹਰਾ ਸੁਨ ਤੂਸਨ ਗੋਰਖ ਭਇਓ ਬੋਲਿਓ ਬਚਨ ਨਾ ਕੋਏ। ਦੇਖੋ ਇਹ ਗੋਰਖਨਾਥ ਸੁਣ ਕੇ ਚੁੱਪ ਕਰ ਗਿਆ, ਕਿਉਂਕਿ ਜੇ ਗੁਰੂ ਨਾਨਕ ਨੂੰ ਗੁਰੂ ਧਾਰਨ ਕਰ ਲਿਆ ਫਿਰ ਇਹ ਕਿਵੇਂ ਗੁਰੂ ਬਣੇਗਾ, ਸਿੱਧ ਕਿਵੇਂ ਇਹਨੂੰ ਰੈਸਪੈਕਟ ਕਰਨਗੇ। ਸੋ ਇਸ ਕਰਕੇ ਚੁੱਪੇ ਕਰ ਗਿਆ ਕਿ ਉਹ ਈਗੋ ਦੀ ਗੱਲ ਆ ਗਈ ਨਾ ਹੁਣ ਇੱਥੇ। ਹੁਣ ਜਦੋਂ ਈਗੋ ਆ ਗਈ ਫਿਰ ਹੁਣ ਇਹਦੇ ਕੋਲ ਇੱਕ ਚੋਇਸ ਆ ਗਈ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਇੱਕ ਚੋਇਸ ਦਿੱਤੀ, ਤੈਨੂੰ ਆਪਣੀ ਈਗੋ ਚਾਹੀਦੀ ਹੈ ਜਾਂ ਰੱਬ ਚਾਹੀਦਾ ਹੈ, ਕੀ ਚਾਹੀਦਾ ਹੈ। ਸੋ ਹੁਣ ਇੱਥੇ ਇਹ ਅੜ ਗਿਆ ਜੀ ਗੋਰਖਨਾਥ, ਚੁੱਪੇ ਕਰ ਗਿਆ, ਬੋਲਿਆ ਹੀ ਨਹੀਂ। ਹਿਰਦੈ ਮਨੋਰਥ ਮਿਟ ਗਇਓ ਜਲ ਤਰੰਗ ਜਿਉ ਸੋਏ। ਪਰ ਇੱਕ ਗੱਲ ਹੈ, ਗੁਰੂ ਨਾਨਕ ਦੇ ਬਚਨ ਸੁਣ ਕੇ ਨਾ ਇੱਕ ਗੱਲ ਜ਼ਰੂਰ ਹੋਈ, ਕਹਿੰਦੇ ਹਿਰਦੇ ਦੇ ਮਨੋਰਥ ਇਹਨੂੰ ਲੱਗੇ ਵੀ ਸਾਰੇ ਮੁੱਕ ਗਏ ਹਨ। ਹੁਣ ਇਹ ਸੋਚਦਾ ਵੀ ਇਹ ਤੋਂ ਸੋਚਿਆ ਨਹੀਂ ਜਾਂਦਾ ਮੈਨੂੰ ਕੀ ਚਾਹੀਦਾ ਹੈ। ਕਹਿੰਦੇ ਜਿਵੇਂ ਜਲ ਦੇ ਉੱਤੇ ਵੇਵ ਜਿਹੜਾ ਉੱਠਦੀ ਹੈ ਤੇ ਵਾਪਸ ਜਲ ਵਿੱਚ ਸਮਾ ਜਾਂਦੀ ਹੈ, ਇਹਦੇ ਸਾਰੇ ਮਨੋਰਥ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਬਸ ਹੁਣ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਵਾਂ ਕੀ ਨਾ ਕਵਾਂ। ਚੌਪਈ ਬਾਣੀ ਮੰਗਲਨਾਥ ਅਲਾਈ। ਉਸ ਵੇਲੇ ਮੰਗਲਨਾਥ ਆਇਆ ਤੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੂੰ ਕਹਿਣ ਲੱਗਾ, ਗੋਰਖਨਾਥ ਸੁਨੋ ਸਿਧ ਰਾਈ। ਕਹਿਣ ਲੱਗੇ ਆ ਕੇ ਗੋਰਖਨਾਥ ਨੂੰ ਕਹਿਣ ਲੱਗਾ, ਮੰਗਲਨਾਥ ਜਿਹੜਾ ਸੀਗਾ, ਕਹਿੰਦਾ ਗੋਰਖਨਾਥ ਮੇਰੀ ਇੱਕ ਗੱਲ ਸੁਣੋ,
ਤੁਸੀਂ ਸਿੱਧਾਂ ਦੇ ਰਾਜੇ ਹੋ। ਨਾਨਕ ਕੋ ਦੀਨੋ ਉਪਦੇਸਾ ਕਹਿਣ ਲੱਗੇ ਨਾਨਕ ਕੋ ਦੀਨੋ ਉਪਦੇਸਾ, ਤੁਸੀਂ ਦੇਤਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੂੰ? ਪੁੱਛਦਾ ਵੀ ਹੈ। ਤੁਮਰੋ ਭਲੋ ਲਿਓ ਹੈ ਬੇਸਾ ਕਹਿਣ ਲੱਗੇ ਤੁਮਰੋ ਭਲੋ ਲਿਓ ਹੈ ਬੈਸਾ। ਕਹਿਣ ਲੱਗੇ ਗੁਰੂ ਗੋਰਖ ਜੀ ਕਹਿੰਦੇ ਗੁਰੂ ਨਾਨਕ ਨੇ ਭੇਸ ਲਿਆ ਹੈ ਤੁਹਾਡੇ ਭਲੇ ਵਾਸਤੇ, ਤੁਹਾਡਾ ਭਲਾ ਕਰਨ ਵਾਸਤੇ ਆਏ ਹਨ। ਪਰਮਾਤਮਾ ਆਪ ਆਇਆ, ਅੱਜ ਆਪ ਜਿਹੜਾ ਪਹੁੰਚਿਆ ਤੁਹਾਡੇ ਘਰ ਦੇ ਵਿੱਚ, ਤੁਹਾਡੇ ਕੋਲ ਆਇਆ ਤੁਹਾਡਾ ਭਲਾ ਕਰਨ ਵਾਸਤੇ। ਇਸ ਕਰਕੇ ਜਿਹੜੀ ਪਹਿਲੀ ਲਾਈਨ ਸੀ ਨਾ, ਨਾਨਕ ਕੋ ਦੀਨੋ ਉਪਦੇਸਾ, ਕਹਿਣਗੇ ਨਾਨਕ ਕੋ ਉਪਦੇਸਾ, ਕਹਿਣ ਲੱਗੇ ਨਾਨਕ ਜੋ ਉਪਦੇਸ਼ ਤੈਨੂੰ ਦਿੰਦਾ ਹੈ ਤੂੰ ਲਿਆ ਹੈ, ਜੇ ਤੂੰ ਲੈ ਲੇਗਾ ਤਾਂ ਚੰਗਾ ਹੋਵੇਗਾ, ਉਹ ਤਾਂ ਤੁਹਾਨੂੰ ਮਿਲਣ ਵਾਸਤੇ ਆਇਆ ਹੈ। ਗੋਰਖ ਭਾਖੈ ਪਰਕੋ ਥਾਹੀ ਓਕੇ, ਗੋਰਖਨਾਥ ਕਹਿਣ ਲੱਗਾ ਹੁਣ, ਗੋਰਖਨਾਥ ਨੇ ਕਿਹਾ ਪਰਖੋਂ ਤਾਂ ਹੀ, ਮੈਂ ਉਹਨਾਂ ਨੂੰ ਪਰਖਣਾ ਸੀ, ਮੈਂ ਉਹਨਾਂ ਨੂੰ ਟੈਸਟ ਕਰਨਾ ਵੀ ਸੱਚਮੁੱਚ ਉਹੀ ਪਰਮਾਤਮਾ ਕਿ ਨਹੀਂ। ਘਟ ਛੂਛਾ ਕੇ ਪੂਰੋ ਆਹੀ, ਮੈਂ ਇਹ ਦੇਖਣਾ ਚਾਹੁੰਦਾ ਸੀ ਵੀ ਉਹ ਘੜਾ ਜਿਹੜਾ ਓਣਾ ਹੀ ਜਾਂ ਭਰਿਆ ਹੋਇਆ ਹੈ ਗਿਆਨ ਨਾਲ। ਤੁਮਰੋ ਸਤ ਬਚਨ ਮੈਂ ਜਾਣਾ, ਮੰਗਲਨਾਥ ਨੂੰ ਕਹਿੰਦਾ ਗੋਰਖਨਾਥ ਤੇਰਾ ਬਚਨ ਮੈਂ ਸੱਤ ਮੰਨਦਾ ਹਾਂ, ਤੂੰ ਜੋ ਵੀ ਕੁਝ ਕਿਹਾ ਸੀ ਸੱਚ ਹੀ ਕਿਹਾ ਸੀ, ਤੂੰ ਸੱਚ ਹੀ ਬੋਲਿਆ ਹੈ। ਜਸ ਉਚਰਿਓ ਤੈਸਾ ਪਹਿਚਾਨਾ, ਜਿਵੇਂ ਤੂੰ ਕਿਹਾ ਸੀ ਗੁਰੂ ਨਾਨਕ ਵੈਸਾ ਹੀ ਨਿਕਲਿਆ, ਵੈਸਾ ਹੀ ਮੈਂ ਦੇਖਿਆ ਹੈ ਜੈਸਾ ਤੂੰ ਕਿਹਾ ਸੀ, ਤੂੰ ਜਿਹੜਾ ਇੱਕ ਇੱਕ ਬਚਨ ਮੰਗਲਨਾਥ ਸੱਚ ਹੀ ਹੋਇਆ। ਪੂਰਨ ਪੁਰਖ ਗਿਆਨ ਘਨ ਰੂਪਾ, ਦੇਖੋ ਮੈਂ ਜਾਣ ਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰਨ ਪੁਰਖ ਨੇ, ਸਾਰੇ ਪੁਰਖਾਂ ਨੂੰ ਪੂਰਨ ਕਰਨ ਵਾਲੇ, ਮਤਲਬ ਸਾਰੇ ਪੁਰਖਾਂ ਵਿੱਚ ਲਾਈਫ ਫਾਰਮ ਜਿਹੜਾ ਹੈ, ਜਿਹੜਾ ਸਾਰਿਆਂ ਨੂੰ ਜਿਉਂਦਾ ਕਰਨ ਵਾਲਾ, ਸਾਰੇ ਮਨੁੱਖਾਂ ਨੂੰ ਪੂਰਨਤਾ ਦੇਣ ਵਾਲਾ, ਕੰਪਲੀਸ਼ਨ ਦੇਣ ਵਾਲਾ ਸਰੂਪ ਗੁਰੂ ਨਾਨਕ ਸਾਹਿਬ ਜੀ ਆਪ ਹਨ। ਗਿਆਨ ਘਨ ਰੂਪਾ, ਉਹ ਗਿਆਨ ਦੇ ਬੱਦਲ ਹਨ ਜੋ ਵਰਸ ਕੇ ਸਾਰਿਆਂ ਨੂੰ ਖੁਸ਼ੀ ਦਿੰਦੇ ਹਨ, ਆਨੰਦ ਦਿੰਦੇ ਹਨ। ਰਹਿਤ ਕਹਿਤ ਕੇ ਸਹਿਤ ਅਨੂਪਾ, ਦੇਖੋ ਰਹਿਤ ਤੇ ਕਹਿਤ, ਕਹਿਣੀ ਤੇ ਸਹਿਣੀ ਦੇ ਇਹ ਪੂਰੇ ਹਨ ਤੇ ਇਹਨਾਂ ਦੀ ਉਪਮਾ ਕਹੀ ਨਹੀਂ ਜਾਂਦੀ। ਦੇਖੋ ਨਾ, ਗਿਆਨ ਐਸਾ ਹੀ ਵਸਤੂ ਹੈ ਜਿਹਦੇ ਕਰਕੇ ਜਿਹੜੇ ਗਿਆਨਵਾਨ ਬੰਦੇ ਹੁੰਦੇ ਆ ਨਾ, ਉਹ ਤਾਂ ਗਿਆਨ ਨੂੰ ਲੈ ਕੇ, ਉਹ ਗਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਉਹਨੂੰ ਜਿਹੜਾ ਹੈ ਉਹਦਾ ਮੱਥਨ ਕਰਕੇ, ਉਹਦਾ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਉਹ ਆਤਮਾ ਦੀ ਪਹਿਚਾਣ ਕਰਦੇ ਨੇ। ਪਰ ਹੁਣ ਐਸੇ ਵੀ ਬੰਦੇ ਨੇ ਜਿਨ੍ਹਾਂ ਕੋਲ ਇਹ ਕੈਪੇਬਿਲਿਟੀ ਨਹੀਂ ਹੁੰਦੀ ਕਿ ਉਹ ਗਿਆਨ ਨੂੰ ਲੈ ਕੇ ਆਪਣੇ ਹਿਰਦੇ 'ਚ ਧਾਰਨ, ਵਿਚਾਰਨ, ਫਿਰ ਉਹਦੇ ਨਾਲ ਆਪਣੀ ਆਤਮਾ ਦੀ ਪਹਿਚਾਣ, ਕਈਆਂ 'ਚ ਇਹ ਨਹੀਂ ਹੁੰਦਾ। ਪਰ ਗਿਆਨ ਉਹਨਾਂ ਦਾ ਵੀ ਭਲਾ ਕਰਦਾ ਹੈ ਜਿਨ੍ਹਾਂ ਨੂੰ ਗਿਆਨ ਦੇ ਬਾਰੇ ਪਤਾ ਵੀ ਨਹੀਂ, ਕਿਉਂਕਿ ਜੇ ਗਿਆਨ ਜਾਏਗਾ ਵੱਡੇ ਵੱਡੇ ਲੀਡਰਾਂ ਦੇ ਵਿੱਚ, ਵੱਡੇ ਵੱਡੇ ਮਹਾਂਪੁਰਸ਼ਾਂ ਦੇ ਵਿੱਚ, ਉਹ ਉਹੋ ਜਿਹਾ ਪ੍ਰਚਾਰ ਕਰਕੇ ਦੁਨੀਆ ਨੂੰ ਸੁਧਾਰਨਗੇ। ਜੋ ਦੁਨੀਆ ਸੁਧਰੂਗੀ ਆਟੋਮੈਟਿਕਲੀ ਸਾਰਿਆਂ ਨੂੰ ਸੁੱਖ ਮਿਲਣਾ ਹੈ। ਜਿਨ੍ਹਾਂ ਨੂੰ ਗਿਆਨ ਹੈਗਾ ਉਹਨਾਂ ਨੂੰ ਵੀ ਮਿਲੇਗਾ, ਨਹੀਂ ਹੈਗਾ ਗਿਆਨ ਤਾਂ ਵੀ ਉਹਨਾਂ ਨੂੰ ਸੁੱਖ ਮਿਲੇਗਾ, ਕਿਉਂਕਿ ਐਨਵਾਇਰਨਮੈਂਟ ਚੇਂਜ ਹੋ ਜਾਏਗਾ ਨਾ, ਸਾਰੇ ਐਨਵਾਇਰਨਮੈਂਟ ਦੇ ਵਿੱਚ ਸਾਰਿਆਂ ਦੇ ਵਿੱਚ ਉਹ ਗਿਆਨ ਆ ਜਾਏਗਾ। ਦੇਖੋ ਕਿਵੇਂ ਭਲਾ ਕਰਦਾ ਹੈ ਗਿਆਨ, ਗਿਆਨ ਉਹਦਾ ਵੀ ਕਰਦਾ ਤੇ ਜਿਹੜਾ ਨਹੀਂ ਜਾਣਦਾ ਗਿਆਨ ਨੂੰ, ਨਹੀਂ ਪਹਿਚਾਣਦਾ, ਨਹੀਂ ਮੰਨਦਾ, ਉਹਦਾ ਵੀ ਭਲਾ ਇਨਡਾਇਰੈਕਟਲੀ ਉਹਦਾ ਵੀ ਹੋ ਜਾਂਦਾ ਹੈ। ਇਸ ਕਰਕੇ ਗਿਆਨ ਹੀ ਸਭ ਕੁਝ ਹੈ। ਸ੍ਰੀ ਨਾਨਕ ਚਰਚਾ ਕਰ ਐਸੇ, ਗੁਰੂ ਨਾਨਕ ਸਾਹਿਬ ਜੀ ਐਸੀ ਚਰਚਾ ਕਰਕੇ ਏਤਕ ਕਾਲ ਰਹੇ ਤਹ ਬੈਸੇ, ਮਹਾਰਾਜ ਕੁਝ ਕੁ ਦਿਨ ਉੱਥੇ ਰਹੇ ਸ਼ੁਮੇਰ ਤੇ। ਦੋਹਰਾ ਮਰਦਾਨਾ ਬੂਝਤ ਭਇਓ, ਅਗਰਜ ਚਲੋ ਕੇ ਨਾਹੇ, ਤੇ ਭਾਈ ਮਰਦਾਨੇ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਜਾਣਾ ਕਿ ਨਹੀਂ ਜਾਣਾ? ਹੁਣ ਤੁਹਾਨੂੰ ਲੱਗਦਾ ਵੀ ਜਿਵੇਂ ਇੱਥੇ ਤੁਸੀਂ ਘਰ ਬਣਾ ਲਿਆ ਹੁੰਦਾ ਹੈ। ਆਨ ਸਥਾਨ ਬਿਲੋਕੀਏ ਜੇ ਰਾਵਰ ਔਰ ਚਾਹ, ਮਹਾਰਾਜ ਜੇ ਥੋੜੀ ਚਾਹ ਹੋਵੇ, ਜੇ ਥੋੜੀ ਆਗਿਆ ਹੋਵੇ, ਆਪਾਂ ਅੱਗੇ ਵੀ ਚੱਲੀਏ, ਹੋਰ ਕੁਝ ਦੇਖੀਏ। ਮਹਾਰਾਜ ਹੁਣ ਤਾਂ ਇਹੀ ਜੋਗੀ ਆ, ਰੋਜ਼ ਉਹ ਇਹੀ ਬੈਠੇ ਰਹਿੰਦੇ ਹਨ। ਭਾਈ ਮਰਦਾਨਾ ਲੱਗਦਾ ਥੋੜਾ ਬੋਰਿੰਗ ਜਿਹਾ ਹੋ ਗਿਆ, ਕਹਿੰਦਾ ਮਹਾਰਾਜ ਹੁਣ ਆਪਾਂ ਚੱਲੀਏ ਅੱਗੇ, ਹੁਣ ਕੌਣ ਟਾਈਮ ਖਰਾਬ ਕਰਨਾ ਹੈ। ਹਾਂਜੀ, ਚੌਪੇ ਸੁਣੀਏ ਸ੍ਰੀ ਅੰਗਦ ਗਤ ਦਾਈ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਜੋ ਖਡੂਰ ਵਿੱਚ ਆਈ ਕਥਾ ਦੱਸ ਰਹੇ ਹਨ ਨਾ, ਕਹਿੰਦੇ ਗੁਰੂ ਅੰਗਦ ਦੇਵ ਜੀ ਗੱਤ ਦੇਣ ਵਾਲੇ, ਤੁਸੀਂ ਮੇਰੀ ਇੱਕ ਗੱਲ ਸੁਣੋ, ਮੇਰੀ ਬੇਨਤੀ ਸੁਣੋ। ਸੁਣ ਗੁਰ ਮੁਝ ਸੋ ਗੇਰਾ ਅਲਾਈ, ਉਸ ਵੇਲੇ ਜੋ ਭਾਈ ਮਰਦਾਨੇ ਨੇ ਇਹ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਗੁਰੂ ਨਾਨਕ ਸਾਹਿਬ ਜੀ ਨੇ ਮੰਨੂ ਕਿਹਾ, ਭਾਈ ਬਾਲਾ ਕਹਿੰਦਾ ਮੰਨੂ ਕਿਹਾ। ਤੁਮਰੇ ਮਨ ਮਹਿ ਹੈ ਕਿਤ ਬਿਦ ਪਾਲਾ, ਕਹਿੰਦੇ ਬਾਲਿਆ, ਗੁਰੂ ਨਾਨਕ ਪੁੱਛਦਾ ਹੈ ਭਾਈ ਬਾਲੇ ਨੂੰ, ਕਹਿੰਦਾ ਬਾਲਿਆ ਤੇਰੇ ਮਨ ਵਿੱਚ ਕੀ ਹੈ, ਤੇਰੀ ਕੀ ਸਲਾਹ ਹੈ? ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀਆਂ ਨੂੰ ਪੁੱਛਦੇ ਹਨ ਵੀ ਤੁਹਾਨੂੰ ਕੀ ਚਾਹੀਦਾ ਹੈ। ਹਾਂਜੀ, ਕਨਸੈਂਸਸ ਲੈਂਦੇ ਹਨ, ਹਾਂਜੀ ਸਾਰਿਆਂ ਦੀ ਆਗਿਆ ਲੈਂਦੇ ਹਨ। ਮੈਂ ਤਬ ਬੋਲਿਓ ਪ੍ਰਭ ਕਿਰਪਾਲਾ, ਕਹਿੰਦੇ ਭਾਈ ਬਾਲਾ ਕਹਿੰਦਾ ਮੈਂ ਉਸ ਵੇਲੇ ਬੋਲਿਆ ਜੀ, ਮੈਂ ਕੀ ਕਿਹਾ? ਕਹਿੰਦੇ ਪ੍ਰਭੂ ਕਿਰਪਾਲਾ, ਹੇ ਪ੍ਰਭੂ, ਹੇ ਗੁਰੂ ਨਾਨਕ ਤੁਸੀਂ ਕਿਰਪਾ ਦੇ ਘਰ ਹੋ, ਔਰ ਆਵਰ ਕੇ ਨਿਤ ਅਨੁਸਾਰੀ, ਮੈਂ ਤਾਂ ਤੁਹਾਡੇ ਅਨਸਾਰੀ ਹਾਂ, ਜਿੱਥੇ ਤੁਸੀਂ ਜਾਓਗੇ ਤੇ ਰਹੋਗੇ ਮੈਂ ਰਹਿ ਪੂੰਗਾ, ਜਾਓਗੇ ਤਾਂ ਮੈਂ ਨਾਲ ਤੁਰ ਪੈਣਾ ਹੈ। ਮਹਾਰਾਜ ਤੁਹਾਡੀ ਮਰਜ਼ੀ ਹੈ, ਜਿਉ ਔਰ ਮਹਿ ਤਿਉ ਕੀਜੈ ਕਾਰੀ, ਮਹਾਰਾਜ ਜਿਵੇਂ ਤੁਹਾਡੇ ਹਿਰਦੇ ਵਿੱਚ ਹੈ, ਤੁਹਾਡੀ ਮਰਜ਼ੀ ਹੈ, ਤੁਸੀਂ ਕਰੋ।
ਤੇ ਮੈਂ ਤੁਹਾਡੇ ਨਾਲ ਹਾਂ। ਦੇਖੋ ਹੁਣ ਦੋ ਚੀਜ਼ਾਂ ਨੇ ਇੱਥੇ। ਭਾਈ ਮਰਦਾਨਾ ਹਮੇਸ਼ਾ ਮਹਾਰਾਜ ਨੂੰ ਯਾਦ ਕਰਾਉਂਦਾ ਕਿ ਆਪਾਂ ਅੱਗੇ ਚੱਲੀਏ, ਤੇ ਭਾਈ ਬਾਲਾ ਹਮੇਸ਼ਾ ਕਹਿੰਦਾ ਮਹਾਰਾਜ ਮੈਂ ਤੁਹਾਡੀ ਆਗਿਆ ਵਿੱਚ ਹਾਂ। ਦੇਖੋ ਇਹੀ ਦੋ ਰਸਤੇ ਨੇ। ਕਈ ਵਾਰੀ ਜਦੋਂ ਜਿਹੜਾ ਹਨ ਆਪਾਂ ਪਰਮਾਤਮਾ ਨੂੰ ਜਦੋਂ ਚੇਤੇ ਕਰਦੇ ਆ ਨਾ, ਆਪਾਂ ਪਰਮਾਤਮਾ ਨੂੰ ਕਹਿੰਦੇ ਪਰਮਾਤਮਾ ਤੂੰ ਇਹ ਨਹੀਂ ਕਰਦਾ, ਪਾਵਨ ਤੂੰ ਇਹ ਨਹੀਂ ਕਰਦਾ, ਇਹ ਕੀ ਹੋ ਰਿਹਾ ਪਰਮਾਤਮਾ, ਇਹ ਕਿਵੇਂ ਆ, ਆਪਾਂ ਪੁੱਛਦੇ ਰਹਿੰਦੇ ਹਾਂ। ਤੇ ਦੂਸਰਾ ਹੁੰਦਾ ਭਾਣੇ ਵਿੱਚ। ਹੁਣ ਭਾਈ ਬਾਲਾ ਹੈ ਭਾਣੇ ਦਾ ਰੂਪ। ਉਹਨੇ ਜੋ ਗੁਰੂ ਨੇ ਕਰਨਾ ਹੈ ਉਹਨੂੰ ਪਤਾ ਹੈ, ਜੋ ਮੇਰਾ ਗੁਰੂ ਕਰੇਗਾ ਨਾ ਉਹ ਮੇਰੀ ਸੋਚਣੀ ਤੋਂ ਗੁਰੂ ਕਿੱਡਾ ਵੱਡਾ ਕਿਤੇ ਅੱਗੇ ਹੈ। ਮੇਰੀ ਸੋਚਣੀ ਉੱਥੇ ਤੱਕ ਪਹੁੰਚ ਨਹੀਂ ਸਕਦੀ ਜਿੱਥੇ ਮੇਰੇ ਗੁਰੂ ਦਾ ਕਾਰਜ ਹੈ। ਜੋ ਮੇਰਾ ਗੁਰੂ ਕਰੇਗਾ ਕਿ ਪਤਾ ਉਹ ਗੱਲ ਮੈਂ ਸੋਚ ਵੀ ਨਹੀਂ ਸਕਦਾ, ਪਰ ਮੇਰੇ ਗੁਰੂ ਨੂੰ ਪਤਾ ਕੀ ਕਰਾਂ। ਸੋ ਆਈ ਹੈਵ ਫੇਥ ਔਨ ਹਿਮ, ਜੋ ਉਹ ਕਰੇਗਾ ਮੈਂ ਉਹਦੇ 'ਚ ਠੀਕ ਰਹਾਂਗਾ। ਪਰ ਭਾਈ ਮਰਦਾਨਾ ਕਹਿੰਦਾ ਹੈ, ਭਾਈ ਮਰਦਾਨਾ ਵੀ ਗਲਤ ਨਹੀਂ ਹੈ। ਭਾਈ ਮਰਦਾਨਾ ਕਹਿੰਦਾ ਮਹਾਰਾਜ ਆਪਾਂ ਅੱਗੇ ਚੱਲੀਏ, ਲੈਟਸ ਗੋ ਮੂਵ, ਜੋ ਜ਼ਿਆਦਾ ਲੋਕਾਂ ਨੂੰ ਤਾਰੀਏ ਜਾ ਕੇ। ਦੇਖੋ ਭਾਈ ਮਰਦਾਨੇ ਦੀ ਜਿਹੜੀ ਬਿਰਤੀ ਹੈ ਉਹ ਪ੍ਰਚਾਰ ਦੀ ਬਿਰਤੀ ਹੈ ਵੀ ਬਹੁਤ ਜ਼ਿਆਦਾ। ਆਪਾਂ ਜਿਹੜਾ ਹੈ ਆਪਾਂ ਰਿਚ ਕਰੀਏ ਲੋਕਾਂ ਨੂੰ, ਵੀ ਰਿਚ ਦਾ ਮੈਕਸਿਮਮ ਪੀਪਲ, ਲੋਕਾਂ ਨੂੰ ਜਾ ਕੇ ਉਪਦੇਸ਼ ਦਈਏ, ਪਰਮਾਤਮਾ ਨਾਲ ਜੋੜੀਏ, ਜਿਹੜੀਆਂ ਭੈੜੀਆਂ ਚੀਜ਼ਾਂ ਤੋਂ ਬਚਾਈਏ, ਆਪਾਂ ਇਹ ਕਰੀਏ ਉਹ। ਦੇਖੋ ਨਾ ਦੋ ਚੀਜ਼ਾਂ ਨੇ, ਦੋਵੇਂ ਠੀਕ ਨੇ। ਹਾਂਜੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਮਹਾਰਾਜ ਇਹ ਦੋਵਾਂ ਨੂੰ ਮੈਨੇਜ ਕਰ ਰਹੇ ਹਨ। ਜੋ ਔਰ ਮਹਤਿਓ ਕੀ ਜੈਕਾਰੀ। ਮਹਾਰਾਜ ਜਿਵੇਂ ਆਪਣੇ ਹਿਰਦੇ ਵਿੱਚ ਤੁਹਾਡੀ ਮਰਜ਼ੀ ਉਵੇਂ ਕਰੋ ਜੀ। ਆਸ ਬਿਦ ਕਰਤ ਪਰਸਪਰ ਬੈਨਾ। ਇਸ ਕਰਕੇ ਸਾਡੇ ਆਪਸ ਵਿੱਚ ਇਹ ਗੱਲਾਂ ਬਾਤਾਂ ਹੋਈਆਂ। ਵੈਸੇ ਤਹਿਵਾ ਪੰਕਜ ਨੈਨਾ। ਉੱਥੇ ਮਹਾਰਾਜ ਜੀ ਬੈਠੇ ਸਨ ਉਸ ਵੇਲੇ ਸੁਮੇਰ ਤੇ ਸਿੱਧਾਂ ਦੇ ਕੋਲ। ਪ੍ਰਾਨਨਾਥ ਜੋਗੀ ਤਬ ਆਇਓ। ਉਸ ਵੇਲੇ ਪ੍ਰਾਨਨਾਥ ਜਿਹੜਾ ਯੋਗੀ ਆ ਉਹ ਚੱਲ ਕੇ ਆਇਆ ਗੁਰੂ ਨਾਨਕ ਸਾਹਿਬ ਜੀ ਕੋਲ। ਬੈਠ ਸਮੀਪ ਆਦੇਸ਼ ਅਲਾਇਓ। ਆ ਕੇ ਆਦੇਸ਼ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ। ਆਸਨ ਬਸਨ ਜੋ ਲੀਜੈ ਜੋ ਚਾਹੀ। ਮਹਾਰਾਜ ਤੁਹਾਨੂੰ ਅਸਨ ਖਾਣ ਵਾਸਤੇ ਪਹਿਨਣ ਵਾਸਤੇ ਜੇ ਕੁਝ ਚਾਹੀਦਾ ਲੈ ਲਿਓ ਮਹਾਰਾਜ, ਮੈਂ ਤੁਹਾਨੂੰ ਜਿਹੜਾ ਮੈਂ ਲਿਆ ਕੇ ਦੇਵਾਂ, ਕੋਈ ਸੇਵਾ ਕਰਾਂ। ਛੁਦਾ ਨਾ ਵਿਆਪੈ ਕਬ ਤਨ ਮਾਹੀ। ਮਹਾਰਾਜ ਫਿਰ ਮੈਂ ਐਸੀ ਵਸਤੂਆਂ ਲਿਆ ਕੇ ਦਊਂਗਾ ਜਿਹਦੇ ਨਾਲ ਭੁੱਖੇ ਨਹੀਂ ਲੱਗਦੀ, ਭੁੱਖੇ ਮਰ ਜਾਂਦੀ ਹੈ। ਦੋਹਰਾ ਨੰਗੇ ਕਬੈ ਨਾ ਹੋਵੀ ਪਹਿਰ ਦੁਕੂਲ ਅਮੋਲ। ਹਾਂ, ਜਿਹੜਾ ਮੈਂ ਕੱਪੜਾ ਲਿਆ ਕੇ ਦਊਂਗਾ ਮਹਾਰਾਜ ਹਮੇਸ਼ਾ ਇਹ ਕੱਪੜਾ ਲੱਗਿਆ ਹੀ ਰਹਿ ਗਿਆ, ਇਹਦੇ ਨਾਲ ਬੰਦਾ ਕਿਤੇ ਨਹੀਂ ਨੰਗਾ ਹੁੰਦਾ, ਨੰਗਾ ਹੋ ਹੀ ਨਹੀਂ ਸਕਦਾ। ਪਹਿਰ ਦੁਕੂਲ ਅਮੋਲ, ਇਹ ਕੱਪੜਾ ਦੁਪੱਟਾ ਪਹਿਨ ਕਰਕੇ ਹਮੇਸ਼ਾ ਵਾਸਤੇ ਪੱਤ ਢੱਕੀ ਜਾਂਦੀ ਹੈ। ਆਸ ਬਿਦ ਸੁਣ ਕੇ ਬੈਨ ਤੇ ਬੋਲੇ ਅਚਲ ਅਤੋਲ। ਦੇਖੋ ਆਪਣੇ ਵਰਗਾ ਹੋਊਗਾ ਜੇ ਇਹਦਾ ਸਵਾਲ ਆਪਾਂ ਨੂੰ ਕੋਈ ਕਰੇਗਾ, ਆਪਾਂ ਭਾਈ ਲਿਆ ਦੇ ਫਿਰ, ਹਾਂਜੀ ਦੇਖਦੇ ਹਾਂ ਖਾ ਕੇ, ਹਾਂ ਪਹਿਨ ਕੇ। ਪਰ ਆਪਾਂ ਨੂੰ ਕੀ ਪਤਾ ਸੀ ਇਹ ਕਹਿ ਰਿਹਾ ਸੀ ਵੀ ਤੁਸੀਂ ਜੋਗੀ ਬਣ ਜਾਓ, ਵੀ ਤੁਹਾਨੂੰ ਉਹ ਮੈਂ ਭੋਜਨ ਦੇਵਾਂਗਾ ਜਿਹੜਾ ਭੁੱਖ ਮਰ ਜਾਏਗੀ, ਉਹ ਤੈਨੂੰ ਕੱਪੜਾ ਦੇਵਾਂਗਾ, ਭੇਸ ਦੇਵਾਂਗਾ ਜਿਹੜਾ ਹੋਰ ਕੋਈ ਭੇਸ ਧਾਰਨ ਦੀ ਲੋੜ ਹੀ ਨਹੀਂ ਪੈਣੀ, ਹਮੇਸ਼ਾ ਉਹੀ ਭੇਸ ਰੱਖੋਗੇ ਤੁਸੀਂ, ਇਹ ਸਰੀਰ ਨੂੰ ਹਮੇਸ਼ਾ ਵਾਸਤੇ ਰੱਖੋਗੇ, ਤੇ ਇਹੋ ਕਰਕੇ ਸਰੀਰ ਦੀਆਂ ਲੋੜਾਂ ਵੀ ਹਮੇਸ਼ਾ ਪੂਰੀਆਂ ਹੁੰਦੀਆਂ ਰਹਿਣਗੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝੇ। ਮਹਾਰਾਜ ਜੀ ਇਹ ਸੁਣ ਕੇ ਉਸ ਨੂੰ ਕਹਿੰਦੇ ਹਨ ਚੌਪਈ ਨੀਕੋ ਕੀਨ ਸੰਤੋਖੰ ਅਸਨਾ। ਕਹਿਣ ਲੱਗੇ ਪ੍ਰਾਣਨਾਥ ਅਸੀਂ ਤਾਂ ਨੀਕੋ ਚੰਗਾ ਇੱਕ ਸੰਤੋਖ ਦਾ ਆਸਨ ਧਾਰਿਆ ਹੋਇਆ ਹੈ। ਸਾਡਾ ਆਸਨ ਕੀ ਹੈ? ਸੰਤੋਖ, ਕੰਟੈਂਟਮੈਂਟ। ਫਿਰ ਰੂਰੋ ਸਾਧ ਨਾਮ ਜਪ ਰਸਨਾ। ਕਹਿਣ ਲੱਗੇ ਸਾਡੇ ਜੀਵ ਦੇ ਉੱਤੇ ਬਹੁਤ ਸਵਾਦਲਾ ਭੋਜਨ ਹੈ, ਜਿਹੜੇ ਭੋਜਨ ਦਾ ਨਾਮ ਹੈ ਨਾਮ। ਪਰਮੇਸ਼ਰ ਦਾ ਨਾਮ ਹੀ ਸਾਡੇ ਜੀਵ ਤੇ ਭੋਜਨ ਹੈ, ਜਿਹਨੂੰ ਅਸੀਂ ਹਮੇਸ਼ਾ ਛਕਦੇ ਹਾਂ, ਜੋ ਸਵਾਦ ਤੋਂ ਉਹਦਾ ਸਵਾਦ ਵੱਧਦਾ ਜਾਂਦਾ ਹੈ। ਬਸਨ ਜੇ ਭਾਓ ਭਗਤ ਖੇਲੀ ਨੇ। ਹਾਂ, ਕਹਿਣ ਲੱਗੇ ਬਸਨ ਕੱਪੜੇ ਅਸੀਂ ਕਿਹੜੇ ਲਏ ਨੇ? ਅਸੀਂ ਪ੍ਰੇਮਾ ਭਗਤੀ ਦੇ ਕੱਪੜੇ ਪਹਿਨੇ ਹੋਏ ਹਨ। ਨਹੀਂ ਪੁਰਾਤਨ ਨੀਤ ਨਵੀਨੇ। ਕਹਿਣ ਲੱਗੇ ਕਿਤੇ ਪੁਰਾਣੇ ਹੁੰਦੇ ਹੀ ਨਹੀਂ ਸਾਡੇ ਕੱਪੜੇ, ਜਿਹੜੇ ਪ੍ਰੇਮਾ ਭਗਤੀ ਹੈ ਇਹ ਹਮੇਸ਼ਾ ਹੀ ਨਵੇਂ ਰਹਿੰਦੇ ਹਨ, ਨਵੇਂ ਤੋਂ ਨਵੇਂ ਸਾਨੂੰ ਦਿਸਦੇ ਹਨ, ਇਹ ਮਹਿਸੂਸ ਹੁੰਦੇ ਹਨ। ਅਤ ਸੁੰਦਰ ਸੋਭਾ ਯੁਗ ਲੋਕਾ। ਦੇਖੋ ਅਤ ਸੁੰਦਰ, ਕਹਿਣਗੇ ਇਹ ਆਸਨ ਤੇ ਬਸਨ ਜਿਹੜਾ ਸਾਡੇ ਕੋਲ ਹੈ ਨਾ, ਇਹਦੇ ਨਾਲ ਸੁੰਦਰ ਸੋਭਾ ਸਾਰੇ ਸੰਸਾਰ ਦੀ ਹੈ। ਕਹਿੰਦੇ ਅਤ ਸੁੰਦਰ, ਕਹਿੰਦੇ ਆਪਾਂ ਜਿਹੜੇ ਹਨ ਯੋਗੀ ਤਾਂ ਕਹਿੰਦੇ ਆਪਾਂ ਲੋਕਾਂ ਨੂੰ ਲੀਡ ਕਰਨਾ ਹੈ, ਲੋਕਾਂ ਦੀ ਜਿਹੜਾ ਮਹਾਰਾਜ ਕਹਿੰਦੇ ਨਹੀਂ, ਅਤ ਸੁੰਦਰ ਸੋਭਾ ਯੁਗ ਲੋਕਾ। ਅਸੀਂ ਸਾਰੇ ਸੰਸਾਰ ਦੀ ਜਿਹੜੀ ਸੁੰਦਰਤਾ ਪਰਮਾਤਮਾ ਨੇ ਬਣਾਈ ਹੈ ਨਾ, ਉਹਨੂੰ ਇੰਜੋਏ ਕਰਦੇ ਹਾਂ। ਅਸੀਂ ਉਹਨਾਂ ਤੇ ਰਾਜ ਕਰਕੇ ਕੀ ਲੈਣਾ ਹੈ? ਅਸੀਂ ਉਹਨੂੰ ਇੰਜੋਏ ਕਰਨਾ ਹੈ, ਅਸੀਂ ਉਹਨੂੰ ਦੇਖ ਕੇ ਉਹਦੇ ਵਿੱਚ ਲੀਨ ਹੁੰਦੇ ਹਾਂ। ਭੂਖ ਨਗਨ ਤੇ ਸਦਾ ਅਸੋਕਾ। ਹਾਂ, ਕਹਿਣਗੇ ਭੁੱਖ ਤੇ ਤੋਂ ਨਗਨ, ਜਿਹੜਾ ਹਨ ਨੰਗੇ ਹੋਣ ਤੋਂ ਸਦਾ ਹੀ ਅਸੀਂ ਬੇਫਿਕਰ ਹਾਂ, ਇਹ ਫਿਕਰ ਸਾਨੂੰ ਨਹੀਂ ਰਹਿੰਦਾ। ਪ੍ਰਾਨਨਾਥ ਸੁਨ ਪ੍ਰੇਮ ਉਮੰਗਾ। ਪ੍ਰੇਮਨਾਥ ਇਹ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਉਹਦੇ ਮਨ 'ਚ ਸੱਚਮੁੱਚ ਅੱਜ ਪ੍ਰੇਮ ਆ ਗਿਆ। ਉਦ ਤੇ ਉਹ ਚਰਨ ਗਹਿਨ ਹਿਤ ਸੰਗਾ। ਉੱਠ ਕੇ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜਨ ਲੱਗਿਆ, ਮਹਾਰਾਜ ਦੇ ਚਰਨੀ ਪੈਣ ਲੱਗਿਆ। ਸ੍ਰੀ ਨਾਨਕ ਬਹੁ ਭਾਉ ਜੇ ਦੇਖਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦਾ ਪ੍ਰੇਮ ਦੇਖਿਆ ਪ੍ਰਾਣਨਾਥ ਦਾ। ਹੁਣ ਤੇ ਕੋ ਆਦਰ ਕੀਨ ਬਿਸੇਖਾ। ਮਹਾਰਾਜ ਨੇ ਬੜਾ ਆਦਰ ਸਤਕਾਰ ਕੀਤਾ ਪ੍ਰਾਣਨਾਥ ਦਾ। ਅਗਲੋ ਸਿਰ ਨਹਿ ਜਾਵਨ ਦੀਨੋ। ਦੇਖੋ ਉਹਦਾ ਸਿਰ ਮਹਾਰਾਜ ਦੇ ਚਰਨਾਂ ਤੇ ਡਿੱਗਣੇ ਲੱਗਿਆ ਤੇ ਮਹਾਰਾਜ ਨੇ ਉਹਦਾ ਸਰੀਰ ਫੜ ਲਿਆ, ਫੜ ਕਰਕੇ ਮਹਾਰਾਜ ਨੇ ਉੱਤੇ ਉਠਾਇਆ। ਘਰ ਮੈਂ ਲੈ ਅੰਕ ਭਰ ਲੀਨੋ। ਮਹਾਰਾਜ ਨੇ ਜੱਫੀ ਪਾ ਲਈ,
ਪ੍ਰਾਣਨਾਥ ਨੂੰ ਜਿਹੜਾ ਘੁੱਟ ਕੇ ਜੱਫੀ ਵਿੱਚ ਲੈ ਲਿਆ। ਦੋਹਰਾ ਮਿਲੇ ਪਰਸਪਰ ਹਰਖ ਕਰ ਪ੍ਰਾਨਨਾਥ ਕਹਿ ਬੈਨ। ਇਸ ਕਰਕੇ ਜਿਹੜਾ ਹਨ ਪ੍ਰਾਣਨਾਥ ਤੇ ਗੁਰੂ ਨਾਨਕ ਸਾਹਿਬ ਜੀ ਬੜੇ ਪ੍ਰੇਮ ਨਾਲ ਮਿਲੇ ਤੇ ਆਪਸ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਭਇਓ ਨਿਰੰਜਨ ਕੋ ਦਰਸ ਹਮਹਿ ਸਰਬ ਗੁਣ ਐਨ। ਦੇਖੋ ਪ੍ਰਾਣਨਾਥ ਕਹਿੰਦਾ ਹੈ ਭਇਓ ਨਿਰੰਜਨ ਕੋ ਦਰਸ, ਅੱਜ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ। ਜਿਹੜਾ ਹੈ ਸਾਰੇ ਗੁਣਾਂ ਦਾ ਘਰ ਜੋ ਪਰਮਾਤਮਾ ਹੈ ਉਹ ਅੰਸ਼ ਨੂੰ ਪ੍ਰਾਪਤ ਹੋ ਗਿਆ ਅੱਜ। ਚੋਪੇ ਤੁਮ ਤੋ ਬਿਦਤ ਆਪ ਕਰਤਾਰਾ। ਕਹਿਣਗੇ ਤੁਮ ਹੋ, ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਉਹ ਕਰਤਾਰ ਪਰਮਾਤਮਾ ਹੋ, ਕ੍ਰੀਏਟਰ ਹੋ। ਕਲ ਨਰ ਤਾਰਨ ਕੋ ਤਨ ਧਾਰਾ। ਤੁਸੀਂ ਇਹ ਤਨ ਇਹ ਸਰੀਰ ਧਾਰਨ ਕੀਤਾ ਕਲਯੁਗ ਦੇ ਜੀਵਾਂ ਨੂੰ ਜਿਹੜਾ ਹਨ ਉਹਨਾਂ ਨੂੰ ਲਿਬਰੇਸ਼ਨ ਦੇਣ ਵਾਸਤੇ, ਉਹਨਾਂ ਨੂੰ ਤਾਰਨ ਵਾਸਤੇ ਤੁਸੀਂ ਕੀਤਾ ਹੈ। ਜਿਨ ਤੁਮਕੋ ਨਹਿ ਐਸੇ ਜਾਣਾ। ਜਿਨ੍ਹਾਂ ਨੇ ਤੁਹਾਨੂੰ ਪਰਮਾਤਮਾ ਰੂਪ ਕਰਕੇ ਨਹੀਂ ਜਾਣਿਆ ਇਸ ਸੰਸਾਰ ਤੇ। ਸੋ ਜੋਗੀ ਨਹਿ ਅਤ ਅਗਿਆਨਾ। ਉਹ ਜੋਗੀ ਨਹੀਂ ਆਪਣੇ ਆਪ ਨੂੰ ਕਹਿ ਸਕਦਾ, ਉਹ ਤਾਂ ਇਗਨੋਰੈਂਟ ਹੈ, ਉਹ ਅਗਿਆਨੀ ਹੋਵੇਗਾ ਜਿਨ੍ਹਾਂ ਨੇ ਤੁਹਾਨੂੰ ਪਰਮਾਤਮਾ ਰੂਪ ਕਰਕੇ ਨਾ ਜਾਣਿਆ ਹੋਵੇ। ਮਹਾਰਾਜ ਤੁਸੀਂ ਤਾਂ ਬਹੁਤ ਉੱਤਮ ਹੋ। ਬੰਦੇ ਹਾਥ ਹਿਰਦੇ ਅਨੁਰਾਗਾ। ਬੰਦੇ ਹਾਥ, ਆਪਣੇ ਹੱਥ ਬੰਨ ਲਏ ਪ੍ਰਾਣਨਾਥ ਨੇ ਦੋਵੇਂ ਘੁੱਟ ਕੇ। ਹੈ ਧੰਨ ਹਮਾਰੇ ਵੱਡ ਭਾਗਾ। ਇਉਂ ਕਰਕੇ ਜਿਹੜਾ ਹੱਥ ਬੰਨ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ ਮੇਰੇ ਵੱਡੇ ਭਾਗ ਹੋ ਗਏ ਮਹਾਰਾਜ ਜੀ, ਜਿਹ ਕਰ ਤੁਮਰਾ ਦਰਸ਼ਨ ਪਾਇਆ। ਜਿਹਦੇ ਕਰਕੇ ਮੈਂ ਤੁਹਾਡਾ ਦਰਸ਼ਨ ਪਾ ਲਿਆ। ਪਤਾ ਨਹੀਂ ਕਿਹੜੀ ਮੈਂ ਕਮਾਈ ਕੀਤੀ, ਕਿਹੜੀ ਕਮਾਈ ਮੇਰੇ ਪਰਮਾਤਮਾ ਦੇ ਦਰ ਤੇ ਕਬੂਲ ਹੋਈ ਹੈ। ਮੋਹ ਕੋ ਤਾਰਨ ਇਹ ਠਾਂ ਆਇਆ। ਤੁਸੀਂ ਆਪ ਚੱਲ ਕੇ ਆਏ ਹੋ ਮੈਨੂੰ ਇੱਥੇ ਜਿਹੜਾ ਮੈਨੂੰ ਤਾਰਨ ਵਾਸਤੇ। ਕਿੰਨਾ ਉੱਚੇ ਪਹਾੜਾਂ ਤੇ ਚੜ ਕੇ ਮਹਾਰਾਜ ਕਿੰਨੇ ਤੁਸੀਂ ਦੁੱਖ ਉਠਾਏ ਆਪਣੇ ਸਰੀਰ ਦੇ, ਮੈਨੂੰ ਤਾਰਨ ਵਾਸਤੇ ਆਏ ਹੋ। ਮੈਂ ਜੋ ਕੀਨ ਜੋਗ ਚਿਰਕਾਲਾ। ਦੇਖੋ ਮੈਂ ਜਿਹੜਾ ਜੋਗ ਕੀਤਾ ਸੀ ਨਾ ਬੜੇ ਲੰਮੇ ਸਮੇਂ ਤੱਕ, ਕੋ ਫਲ ਅਬ ਮਿਲਿਓ ਵਿਸਾਲਾ। ਮੈਨੂੰ ਹੁਣ ਉਹਦਾ ਫਲ ਮਿਲ ਗਿਆ, ਮੇਰੇ ਯੋਗ ਦਾ ਅੱਜ ਮੈਨੂੰ ਫਲ ਮਿਲ ਗਿਆ ਕਿ ਮੈਨੂੰ ਪਰਮਾਤਮਾ ਮਿਲ ਗਿਆ। ਦੇਖੋ ਨਾ ਇਹ ਇੱਕ ਰਿਸ਼ਤਾ ਹੈ ਜੋ ਹਰ ਇੱਕ ਗੁਰਸਿੱਖ ਨੂੰ ਆਪਣੇ ਗੁਰੂ ਨਾਲ ਧਾਰਨਾ ਚਾਹੀਦਾ ਹੈ। ਉਹ ਰਿਸ਼ਤਾ ਜਿਹੜਾ ਇੱਥੇ ਪ੍ਰਾਣਨਾਥ ਨੇ ਦੱਸਿਆ ਹੈ। ਦੇਖੋ ਇਹ ਭਾਵਨਾ ਚਾਹੀਦੀ ਹਿਰਦੇ ਵਿੱਚ ਕਿ ਗੁਰੂ ਨਾਨਕ ਤੂੰ ਮੇਰੇ ਵਾਸਤੇ ਆਇਆ, ਤੂੰ ਮੇਰੇ ਵਾਸਤੇ ਸੰਸਾਰ ਤੇ ਆਇਆ, ਤੂੰ ਮੇਰੇ ਦੁੱਖ ਦੂਰ ਕਰਨ ਵਾਸਤੇ ਆਇਆ, ਤੂੰ ਮੈਨੂੰ ਤਾਰਨ ਵਾਸਤੇ ਆਇਆ। ਇਹ ਜਿਹੜਾ ਰਿਸ਼ਤਾ ਗੁਰੂ ਦਾ ਤੇ ਸਿੱਖ ਦਾ ਐਸਾ ਹੀ ਹੋਣਾ ਚਾਹੀਦਾ ਹੈ ਕਿ ਮਹਾਰਾਜ ਤੂੰ ਮੇਰੇ ਵਾਸਤੇ ਆਇਆ। ਮੈਨੂੰ ਨਹੀਂ ਪਤਾ ਤੂੰ ਹੋਰ ਕੀ ਕੰਮ ਕਰਨੇ ਆ, ਪਰ ਮੈਨੂੰ ਇੰਨਾ ਪਤਾ ਹੈ ਕਿ ਤੂੰ ਮੇਰੇ ਵਾਸਤੇ ਆਇਆ। ਸੋ ਇਉਂ ਜਿਹੜਾ ਭਾਵਨਾ ਇਹ ਰੱਖਣੀ ਚਾਹੀਦੀ ਹੈ। ਸ੍ਰੀ ਗੁਰ ਕਹੈ ਧੰਨ ਤੁਮ ਜੋਗੀ। ਦੇਖੋ ਗੁਰੂ ਨਾਨਕ ਸਾਹਿਬ ਨੇ ਪ੍ਰਾਣਨਾਥ ਨੂੰ ਕਿਹਾ ਧੰਨ ਤੂੰ ਜੋਗੀ, ਹੇ ਜੋਗੀ ਤੂੰ ਧੰਨ ਹੈ। ਮਨ ਰੋਗ ਤੇ ਰਹਿਤ ਅਰੋਗੀ। ਤੂੰ ਮਨ ਦੇ ਰੋਗ ਜੋ ਹੰਕਾਰ ਹੈ ਉਦੋਂ ਤੂੰ ਅਰੋਗੀ ਹੋ ਗਿਆ। ਤੇਰੇ ਮਨ 'ਚ ਪ੍ਰਾਈਡ ਨਹੀਂ ਆਈ, ਤੇਰੇ ਮਨ 'ਚ ਹੰਕਾਰ ਨਹੀਂ ਆਏਗਾ। ਆਪਣੀ ਯੋਗ ਦਾ ਆਪਣੀ ਜਿਹੜਾ ਹਨ ਜੋ ਤੂੰ ਕਮਾਈ ਕੀਤੀ ਹੈ, ਯੋਗ ਕਮਾਇਆ, ਉਹਦੀ ਤੈਨੂੰ ਬਿਲਕੁਲ ਵੀ ਤੇਰੇ ਅੰਦਰ ਹੰਕਾਰ ਹੈ ਨਹੀਂ। ਦੋਹਰਾ ਦਇਆ ਨਿਰੰਜਨ ਤੋਹੇ ਪਰ ਹੈ ਸਭ ਤੇ ਅਧਿਕਾਏ। ਦੇਖੋ ਦਇਆ, ਉਹ ਦਇਆ ਹੈ, ਮਰਸੀ ਹੈ ਉਹ ਪਰਮਾਤਮਾ ਦੀ ਤੇਰੇ ਉੱਤੇ, ਜਿਹਦੇ ਕਰਕੇ ਤੂੰ ਸਾਰੇ ਜੋਗੀਆਂ ਨਾਲੋਂ ਵੱਡਾ ਹੈ। ਕਹੇ ਸੁਨੇ ਇਵ ਬੈਨ ਯੁਗ ਮਿਲ ਕਰ ਭੇ ਹਰ ਖਾਏ। ਦੋਨੋਂ ਗੁਰੂ ਨਾਨਕ ਸਾਹਿਬ ਤੇ ਪ੍ਰਾਣਨਾਥ ਇਸ ਤਰ੍ਹਾਂ ਦੀਆਂ ਪਿਆਰ ਵਾਲੀਆਂ ਗੱਲਾਂ, ਭਾਵਨਾ ਵਾਲੀਆਂ ਗੱਲਾਂ ਕਰਦੇ ਹਨ ਆਪਸ ਵਿੱਚ। ਚੌਪੇ ਮੰਗਲ ਬੂਜਤ ਭਾਤ ਹਿਸਾ ਥਾ। ਉਸ ਵੇਲੇ ਭਾਈ ਜਿਹੜਾ ਹੈ ਮੰਗਲ ਨਾਥ ਜਿਹੜਾ ਸੀ ਉਹਨੇ ਪੁੱਛਿਆ ਜਿਹੜਾ ਹਨ ਪ੍ਰਾਣਨਾਥ ਨੂੰ, ਕਸ ਸ੍ਰੀ ਨਾਨਕ ਪ੍ਰਾਨੰ ਨਾਥਾ। ਕਹਿੰਦੇ ਪ੍ਰਾਨੰ ਨਾਥ ਹੈ ਪ੍ਰਾਣਨਾਥ ਦੱਸ ਗੁਰੂ ਨਾਨਕ ਕੈਸੇ ਹਨ, ਤੂੰ ਦੱਸ ਹੁਣ ਤੂੰ ਕਿਵੇਂ ਗੁਰੂ ਨਾਨਕ ਨੂੰ ਦੇਖਿਆ, ਤੂੰ ਗੁਰੂ ਨਾਨਕ ਨੂੰ ਕਿਸ ਤਰ੍ਹਾਂ ਦੇਖਿਆ। ਕਹਿਣ ਲੱਗਿਓ ਮੈਂ ਅਸ ਪਹਿਚਾਨਾ। ਪ੍ਰਾਣਨਾਥ ਕਹਿੰਦਾ ਮੈਂ ਤਾਂ ਇਸ ਤਰ੍ਹਾਂ ਕਰਕੇ ਪਹਿਚਾਨਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ। ਦਰਸ ਨਿਰੰਜਨ ਕੋ ਮਨ ਮਾਨਾ। ਉਹ ਗੁਰੂ ਨਾਨਕ ਕੀ ਮੈਂ ਤਾਂ ਦਰਸ ਨਿਰੰਜਨ ਪਰਮਾਤਮਾ ਦਾ ਹੀ ਦਰਸ਼ਨ ਹੈ, ਉਹ ਤਾਂ ਸਾਖਸ਼ਾਤ ਪਰਮਾਤਮਾ ਨੇ, ਐਸਾ ਮੈਂ ਆਪਣੇ ਮਨ 'ਚ ਮੰਨਿਆ ਹੈ। ਗੁਰਬ ਮਿਲ ਤੁਮ ਜੈਸੇ ਕਹਾ। ਜਿਵੇਂ ਤੁਸੀਂ ਪਹਿਲਾਂ ਮਿਲ ਕੇ ਨਾ ਮੰਗਲਨਾਥ ਜੀ, ਜਿਵੇਂ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਨਾ, ਮੈਂ ਵੈਸਾ ਹੀ ਦੇਖਿਆ ਹੈ। ਪੂਰਨਾ ਰਾਈ ਤੈਸੋ ਆਹਾ। ਕਹਿਣਗੇ ਥੋੜਾ ਜਿਹਾ ਵੀ ਤੁਹਾਡੇ ਬਚਨਾਂ ਵਿੱਚ ਝੂਠ ਨਹੀਂ ਸੀ। ਗੁਰੂ ਨਾਨਕ ਸਾਖਸ਼ਾਤ ਆਪ ਪਰਮੇਸ਼ਰ ਨੇ, ਆਪ ਪਾਰ ਬ੍ਰਹਮ ਪਰਮੇਸ਼ਰ ਨੇ, ਜਿਹਦੇ ਵਿੱਚ ਆਪਾਂ ਧਿਆਨ ਜੋੜਦੇ ਹਾਂ, ਕੋਸ਼ਿਸ਼ ਕਰਦੇ ਹਾਂ। ਉਹੀ ਪਰਮਾਤਮਾ ਅੱਜ ਸਾਡੇ ਕੋਲ ਬੈਠਾ ਹੈ, ਸਾਡੇ ਕੋਲ ਆਇਆ, ਆਪ ਆਇਆ ਸਾਨੂੰ ਤਾਰਨ ਵਾਸਤੇ। ਪ੍ਰਾਣਨਾਥ ਮਿਲ ਕਰ ਜਬ ਗਾਇਓ। ਤੋ ਇਸ ਤਰ੍ਹਾਂ ਕਰਕੇ ਜਦੋਂ ਮਿਲ ਕੇ ਪ੍ਰਾਣਨਾਥ ਤੇ ਮੰਗਲਨਾਥ ਨੇ ਐਸੀਆਂ ਜਿਹੜੀਆਂ ਆਪਸ ਵਿੱਚ ਬਚਨ ਬਿਲਾਸ ਕੀਤੇ। ਮਰਦਾਨਾ ਤਬ ਬੋਲਤ ਭਇਓ। ਉਸ ਵੇਲੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਹਨ, ਇਸ ਜੋਗੀ ਕੋ ਭਲੋ ਸੁਭਾਏ। ਕਹਿਣ ਲੱਗਾ ਭਾਈ ਮਰਦਾਨਾ, ਭਾਈ ਇਹ ਪ੍ਰਾਣਨਾਥ ਗੁਰੂ ਨਾਨਕ ਸਾਹਿਬ ਜੀ ਬੜੇ ਚੰਗੇ ਨੇ, ਚੰਗੇ ਸੁਭਾਅ ਦੇ ਜੋਗੀ ਹਨ। ਅਤ ਕੋਮਲ ਜਿਹੇ ਬੈਨ ਅਲਾਏ। ਬਹੁਤ ਕੋਮਲ ਨੇ, ਬੜੇ ਜਿਹੜੇ ਮਿੱਠੇ ਬਚਨ, ਬੜੇ ਸੌਫਟ ਸਪੋਕਨ ਹਨ, ਚੰਗੇ ਬਚਨ, ਮਿੱਠੇ ਬਚਨ ਬੋਲਣ ਵਾਲੇ ਹਨ। ਦਰਸ ਬਿਲੋਕਤ ਹਰਖਾ ਐਸੇ। ਕਹਿੰਦੇ ਦਰਸ ਬਿਲੋਕਤ, ਉਹਨਾਂ ਦੇ ਦਰਸ਼ਨ ਕਰਕੇ
ਤੇ ਉਹਨਾਂ ਦੇ ਦਰਸ਼ਨ ਲੈ ਕੇ ਕਹਿੰਦੇ ਮੈਨੂੰ ਵੀ ਖੁਸ਼ੀ ਹੋ ਗਈ। ਭਾਈ ਮਰਦਾਨਾ ਕਹਿੰਦਾ ਮੈਨੂੰ ਵੀ ਖੁਸ਼ੀ ਹੋਈ। ਵਿਛਰਿਓ ਮੀਤ ਮਿਲਤ ਹੈ ਜੈਸੇ। ਕਹਿਣ ਲੱਗੇ ਪਰ ਉਹ ਜਿਹੜਾ ਜੋਗੀ ਇੰਨਾ ਪਿਆਰਾ ਹੈ, ਇਸ ਤਰ੍ਹਾਂ ਮਿਲਦਾ ਜਿਵੇਂ ਕਿਤੇ ਬਹੁਤ ਪੁਰਾਣਾ ਵਿਛੜਿਆ ਹੋਇਆ ਕੋਈ ਮਿੱਤਰ ਮਿਲਦਾ ਹੁੰਦਾ ਹੈ। ਕਹਿੰਦੇ ਮਹਾਰਾਜ ਇਸ ਤਰ੍ਹਾਂ ਮਿਲਦਾ ਹੈ ਉਹ ਆ ਕੇ। ਦੋਹਰਾ ਸ੍ਰੀ ਗੁਰ ਬੋਲੇ ਜਾਸ ਪਰ ਹੈ ਕਰੁਣਾ ਕਰਤਾਰ। ਗੁਰੂ ਨਾਨਕ ਸਾਹਿਬ ਜੀ ਇਹ ਸੁਣ ਕੇ ਭਾਈ ਮਰਦਾਨੇ ਨੂੰ ਕਹਿੰਦੇ ਜਾਸ ਪਰ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਨਾ, ਤਿਸ ਮਹਿ ਅਸਗੁਣ ਹੋਵਈ ਲਖੈ ਨਾ ਔਰ ਗਵਾਰ। ਕਹਿਣ ਲੱਗੇ ਉਹਦੇ ਵਿੱਚ ਹੀ ਐਸੇ ਗੁਣ ਹੁੰਦੇ ਨੇ, ਉਹੀ ਜਿਹੜਾ ਹੈ ਉਹਦੇ ਵਿੱਚ ਐਸੇ ਵਰਚੂਸ ਹੁੰਦੇ ਨੇ। ਕਹਿੰਦੇ ਲਖੇ ਨਾ ਔਰ ਗਵਾਰ, ਜਿਹੜੇ ਮੂਰਖ ਹੁੰਦੇ ਨੇ ਉਹ ਨਹੀਂ ਜਾਣਦੇ, ਪਰ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ ਉਹੀ ਜਾਣਦੇ ਨੇ। ਤੇ ਅੱਜ ਵੀ ਉਹੀ ਗੁਰੂ ਨਾਨਕ ਨਾਲ ਪਿਆਰ ਕਰਦੇ ਹਨ ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੈ। ਜਿਨ੍ਹਾਂ ਤੇ ਨਹੀਂ ਤਾਂ ਮਹਾਰਾਜ ਦਾ ਬਚਨ ਲਖੇ ਨਾ ਔਰ ਗਵਾਰ, ਮੂਰਖ ਨਹੀਂ ਜਾਣ ਸਕਦੇ। ਮੂਰਖਾਂ ਨੂੰ ਕੀ ਪਤਾ ਪਰਮਾਤਮਾ ਕੀ ਹੈ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਜਿਹੜੀ ਭਾਵਨਾ ਹੈ ਨਾ ਇਹ ਵੀ ਪਰਮਾਤਮਾ ਦੀ ਹੋਈ ਬਖਸ਼ਿਸ਼ ਹੈ। ਚੌਪੇ ਸਭ ਨਾਥਨ ਮਹਿ ਸ੍ਰੇਸ਼ਟ ਨਾਥਾ। ਕਹਿਣਗੇ ਸਾਰੇ ਹੀ ਨਾਥਾਂ ਵਿੱਚੋਂ ਇਹ ਸ੍ਰਿਸ਼ਟ ਵੱਡਾ ਨਾਥ ਹੈ, ਇਹ ਸਭ ਤੋਂ ਸੁਪਰੀਮ ਹੈ। ਇਹ ਸਮਾਨ ਕਹਿ ਅਪਰ ਨਾ ਗਾਥਾ। ਕਹਿਣਗੇ ਇਹ ਸਮਾਨ ਇਹਦੀ ਜਿੱਡੀ ਕਿਸੇ ਦੀ ਕਥਾ ਨਹੀਂ ਹੋ ਸਕਦੀ, ਇਹਦੇ ਜਿੱਡੀ ਕਿਸੇ ਦੀ ਪ੍ਰੇਸ ਨਹੀਂ ਹੋ ਸਕਦੀ। ਗੁਰ ਸੋ ਬੂਝਤ ਭਾ ਮਰਦਾਨਾ। ਭਾਈ ਮਰਦਾਨਾ ਸਾਰੇ ਪੁੱਛਣ ਲੱਗਿਆ ਗੁਰੂ ਨਾਨਕ ਸਾਹਿਬ ਜੀ ਨੂੰ, ਨਾਥ ਨਾਮ ਸਭ ਕਰੋ ਬਖਾਨਾ। ਮਹਾਰਾਜ ਇਹ ਸਾਰੇ ਨਾਥਾਂ ਦੇ ਜਿਹੜੇ ਨਾਮ ਨੇ ਮੈਨੂੰ ਜਿਹੜੇ ਹਨ ਦੱਸੋ, ਕਿੰਨੇ ਨਾਥ ਨੇ, ਉਹਨਾਂ ਦੇ ਕੀ ਕੀ ਨਾਂ ਹਨ ਸਾਰਿਆਂ ਦੇ। ਜਿਤਨੇ ਜਤੀ ਕਹੋ ਤਿਨ ਨਾਮੂ। ਫਿਰ ਮਹਾਰਾਜ ਮੈਨੂੰ ਇਹ ਵੀ ਦੱਸੋ, ਮੈਂ ਸੁਣਿਆ ਜਤੀ ਹਨ ਛੇ ਜਤੀ ਕਿਹੜੇ ਹਨ ਮਹਾਰਾਜ ਉਹ ਵੀ ਦੱਸੋ ਮੈਨੂੰ। ਕਿਤਨੇ ਸਿੱਧ ਭੇਦ ਸੁਖ ਧਾਮੂ। ਹਾਂ ਕਿੰਨੇ ਸਿੱਧ ਨੇ ਮਹਾਰਾਜ ਇਹ ਵੀ ਦੱਸੋ। 84 ਸਿੱਧ ਨੇ, 84 ਸਿੱਧ ਕਿ ਮਹਾਰਾਜ ਕਹਿੰਦੇ ਮੈਨੂੰ ਸਾਰਿਆਂ ਦੇ ਨਾਮ ਦੱਸੋ। ਸ੍ਰੀ ਗੁਰ ਭਨੈ ਸਿੱਧ ਹੈ ਜੇਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਸੁਣ ਕੇ ਭਾਈ ਮਰਦਾਨੇ ਨੇ ਜਿਹੜੇ ਕਹੇ ਸਨ ਤੇ ਮਹਾਰਾਜ ਨੇ ਕਿਹਾ, ਕਹਿੰਦੇ ਦੇਖੋ ਮਰਦਾਨਿਆ ਸਿੱਧ ਹੈ ਜੇਤੇ, ਜਿੰਨੇ ਸਿੱਧ ਹਨ ਸਾਰੇ। ਨਾਥ ਨਾਮ ਕਹਿਲਾ ਮਹਿ ਤੇਤੇ। ਉਹ ਆਪਣਾ ਨਾਮ ਕੀ ਅਖਵਾਉਂਦੇ ਹਨ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਹੁਣ ਭਾਈ ਮਰਦਾਨੇ ਨੂੰ ਦੱਸਣ ਲੱਗੇ ਹਨ। ਇਨ ਮਹਿ ਨੌ ਜੇ ਨਾਥ ਸੁਭ ਜਾਨੂ। ਹਾਂ ਦੇਖੋ 9 ਜਿਹੜੇ ਹਨ ਇਹਨਾਂ ਵਿੱਚ 9 ਨਾਥ ਨੇ ਸਾਰੇ। ਹਾਂਜੀ, ਸੋ ਪਹਿਲਾ ਜਿਹੜਾ ਹੈ ਕੌਣ ਹੈ? ਪ੍ਰਾਨਨਾਥ। ਇੱਕ ਪਹਿਲਾ ਹੈ ਪ੍ਰਾਣਨਾਥ, ਦੂਜਾ ਤਾਂ ਇਹਦਾ ਨਾਮ ਪਹਿਲਾ ਹੁੰਦਾ ਜੀ ਪ੍ਰਾਣਨਾਥ, ਜਿਹੜਾ ਹੁਣ ਮਿਲਿਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ। ਇੱਕ ਗੋਪੀ ਚੰਦ। ਦੂਜਾ ਗੋਪੀ ਚੰਦ ਹੈ। ਸੁਰਤਨਾਥ ਜਿਨ ਨਹਿ ਜਮ ਫੰਦ। ਹਾਂ ਤੀਜਾ ਹੈ ਸੁਰਤਨਾਥ। ਸੁਰਤਨਾਥ ਤੀਜਾ ਹੈ, ਕਹਿੰਦੇ ਜਿਨ੍ਹਾਂ ਨੇ ਆਪਣੀ ਜਮਾ ਦੀ ਫੰਦੀ ਕੱਟੀ ਹੈ। ਦੋਹਰਾ ਗੋਰਖਨਾਥ ਮਛਿੰਦਰ ਪੁੰਨ। ਚੌਥਾ ਕੀ ਹੈ? ਗੋਰਖਨਾਥ। ਪੰਜਵਾਂ ਕੀ ਹੈ? ਮਛੰਦਰਨਾਥ। ਮੰਗਲਨਾਥ ਮਹਾਨ। ਛੇਵਾਂ ਮੰਗਲਨਾਥ ਹੈ ਜੋ ਮਹਾਨ ਹੈ। ਚਰਪਟ ਚੰਬਾਨਾਥ ਹੈ। ਤੇ ਸਤਵਾਂ ਕੀ ਹੈ? ਚਰਪਟਨਾਥ। ਤੇ ਅੱਠਵਾਂ ਹੈ ਚੰਬਾਨਾਥ। ਤੇ ਫਿਰ ਘੁੱਗੂਨਾਥ ਸੁਜਾਨ। ਤੇ ਨੌਵਾਂ ਦ ਲਾਸਟ ਵਨ 9th ਵਨ ਹੈਗਾ ਘੁੱਗੂਨਾਥ। ਇਹ 9 ਨਾਥ ਨੇ ਸਾਰੇ। ਚੌਪੇ ਅਬ ਜੇ ਜਤੀ ਸੁਨੋ ਦੇ ਕਾਨਾ। ਮਰਦਾਨਿਆ ਹੁਣ ਸੁਣ 7 ਜਿਹੜੇ ਜਤੀ ਹਨ ਇਹਨਾਂ ਦੇ ਨਾਂ ਵੀ ਸੁਣ ਲਾ ਹੁਣ। ਲਛਮਨ। ਕਹਿੰਦੇ ਪਹਿਲਾ ਹੈ ਲਛਮਨ ਜੋ ਰਾਮਚੰਦਰ ਦਾ ਛੋਟਾ ਭਰਾ ਸੀ, ਦਸ਼ਰਥ ਦਾ ਪੁੱਤਰ। ਗੋਰਖ ਅਰ ਹਨੂਮਾਨਾ। ਤੇ ਦੂਜਾ ਹੈ ਗੋਰਖਨਾਥ। ਤੀਜਾ ਹੈ ਹਨੂਮਾਨ। ਭੀਸਮ ਭੈਰੋ ਦੱਤ ਪਛਾਨੋ। ਚੌਥਾ ਹੈ ਪਿਸ਼ਮ ਪਤਾਮਾ। ਤੇ ਜਿਹੜਾ ਪੰਜਵਾਂ ਹੈ ਭੈਰੋ। ਓਹੋ ਦੱਤ ਪਛਾਨੋ। ਤੇ ਛੇਵਾਂ ਹੈ ਦੱਤਾਤਰੈ ਜਿਹਨੂੰ ਕਹਿੰਦੇ ਹਨ। ਉਹ ਦੱਤ ਜਾਂ ਦੱਤਾਤਰੈ ਉਹ ਛੇਵਾਂ ਹੈ। ਇਹ 6 ਜਤੀ ਹਨ। ਜਤੀ ਜਿਹੜੇ ਹਨ ਸੋ ਇਹ ਜਤੀ ਕੌਣ ਹੁੰਦੇ ਨੇ? ਜਿਨ੍ਹਾਂ ਦੇ ਜਿਹੜਾ ਹਨ ਅੰਦਰ ਲਸਤ ਬਿਲਕੁਲ ਨਹੀਂ ਹੁੰਦਾ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਰੋਕਿਆ ਹੁੰਦਾ ਹੈ। ਸੋ ਪਰ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਤ ਵਿੱਚ ਕੀ ਆ? ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਸੋ ਇਹ ਭਾਈ ਗੁਰਦਾਸ ਜੀ ਕਹਿਣਾ ਵੀ ਗੁਰਸਿੱਖੀ ਦੇ ਵਿੱਚ ਗ੍ਰਸਤੀ ਧਰਮ ਨੂੰ ਪ੍ਰਧਾਨ ਕਿਹਾ ਹੈ, ਇਸ ਕਰਕੇ ਏਕਾ ਨਾਰੀ ਜਤੀ ਹੋਏ। ਏਕਾ ਨਾਰੀ ਦੇ ਨਾਲ ਫਿਰ ਵੀ ਗੁਰਸਿੱਖ ਜਤੀ ਹੈ। 84 ਸਭ ਸਿੱਧ ਬਖਾਨੋ। ਹੁਣ 84 ਜਿਹੜੇ 84 ਸਿੱਧ ਹਨ ਉਹਨਾਂ ਦੇ ਨਾਮ ਸੁਣੋ ਜੀ। ਸੂਰ ਸਿੱਧ ਲੋਹਰੀਪਾ ਭੰਗਰ। ਹਾਂਜੀ, ਸੁਰ ਸਿੱਧ ਹੈ ਲੋਹਰੀਪਾ ਭੰਗਰ। ਹਾਜੀ ਰਤਨ ਖੇਂਥੜਾ ਝੰਗਰ। ਕਹਿਣ ਲੱਗੇ ਫਿਰ ਇਹਨਾਂ ਵਿੱਚੋਂ ਜਿਹੜਾ ਰਤਨ ਹਾਜੀ ਖਿੰਤੜਾ ਝੰਗਰ। ਕੇਵਲ ਕਰਠ ਜਾਲਕਾ ਸੰਗਰ। ਫੇ ਕਜਰਾ ਹਨ ਕੇਵਲ ਕਰਨ ਇੱਕ ਹੈ, ਜਾਲਕਾ ਤੇ ਸੰਗਰ ਹੈ। ਸਮਰੱਥ ਨਿਰਤ ਬਿਮਲ ਕਾ ਲੰਗਰ। ਕਹਿਣਗੇ ਜਿਹੜੇ ਸਮਰੱਥ ਹੈ ਉਹਨਾਂ ਵਿੱਚੋਂ ਨਿਰਤ ਬਿਲਮਕਾ ਤੇ ਲੰਗਰ ਹੈ। ਪੂਰਨ ਨਾਸਕ ਔਗੜ ਊਰਮ। ਕਹਿਣਗੇ ਪੂਰਨ ਇੱਕ ਜਿਹੜਾ ਹੈ ਪੂਰਨ ਜਿਹੜਾ ਹਨ ਉਹਨਾਂ ਵਿੱਚੋਂ ਨਾਸਕ
ਔਕੜ ਤੇ ਊਰਮ ਹਨ। ਭਰਥਰ ਈਸ਼ਰ ਪਰਬਤ ਧੂਰਮ ਤੇ ਫਿਰ ਭਰਥਰੀ ਜੀ ਹੈ, ਭਰਥਰ ਜਿਹੜਾ ਈਸ਼ਵਰ, ਫਿਰ ਜਿਹੜਾ ਹੈ ਪਰਬਤ ਤੇ ਧੂਰਮ। ਜੋਤ ਮਗਨ ਸਿੱਧ ਸੈਨ ਹਨੀਫਾ ਜੋਤ ਮੱਗਣ ਇੱਕ ਹੈ, ਜਾਂ ਮੱਗਣ ਜੋਤ ਵੀ ਕਹਿੰਦੇ ਹਨ, ਸਿੱਧ ਸੈਨ ਤੇ ਹਨੀਫਾ। ਰਾਏ ਐਨ ਪ੍ਰਤਪਾਨ ਕਨੀਫਾ ਤੇ ਫਿਰ ਰਾਏ ਐਨ ਹਨ ਇੱਕ, ਜਿਹੜਾ ਹੈ ਪਰਤ ਪ੍ਰਾਣ ਤੇ ਕਨੀਫਾ। ਵਿਮਲ ਜੋਤ ਸੀਤਲ ਜਲ ਗਿਰਵਰ ਤੇ ਵਿਮਲ ਜੋਤ, ਜਿਹੜੀ ਵਿਮਲ ਜੋਤ ਇੱਕ ਹੈ, ਸੀਤਲ ਜਲ ਤੇ ਇਹ ਜਿਹੜੇ ਹਨ ਗਿਰਵਰ। ਗਿਰਵਰ ਵੀ ਇੱਕ ਸਿੱਧ ਹੈ, ਤਾਂ ਦੂਜਾ ਅਰਥ ਇਹਦਾ ਵੀ ਜਿਹੜਾ ਪਹਾੜਾਂ ਵਿੱਚ ਰਹਿਣ ਵਾਲੇ ਸਨ। ਚਤੁਰ ਬੈਨ ਮੁਕਤੀ ਸਰ ਗਿਰਧਰ ਤੇ ਚਤੁਰ ਬੈਣ, ਇੱਕ ਚਤੁਰ ਬੈਣ ਹੈ, ਇੱਕ ਮੁਕਤੀਸਰ ਹੈ ਤੇ ਇੱਕ ਗਿਰਧਰ ਹੈ। ਸੁਰ ਐਨ ਗਿਰ ਬੋਧ ਪਲਕ ਨਿਧ ਸੁਰ ਐਨ ਗਿਰ ਬੋਧ ਤੇ ਜਿਹੜਾ ਹਨ ਪਲਕ ਨਿਧ, ਇਹ ਸਾਰੇ। ਸੰਭੂ ਮਗਨ ਧਾਰ ਕਨਕਾ ਸਿੱਧ ਤੇ ਸੰਭੂ ਫਿਰ ਮਗਨ ਧਰ ਕਨਕਾ ਸਿੱਧ। ਇਹ ਗੌਣ ਗੋਵਾਲ ਕਾਲਿੰਦਰੇ ਦਰਸ਼ਨ ਜਾਨਕਿ ਗੋ ਨਗਿਆਲ ਜਿਹੜਾ ਹੈ, ਇਹ ਵੀ ਹੈ ਜਿਹੜਾ ਗੌਣ ਗੋਵਾਲ ਵੀ ਇਸ ਦਾ ਨਾਂ ਕਿਹਾ ਹੈ। ਸੋ ਕਾਲਿੰਦਰੇ ਜਿਹੜਾ ਹਨ, ਇਹਨਾਂ ਦੇ ਜਿਹੜੇ ਦਰਸ਼ਨ ਹਨ, ਦਰਸ਼ਨੀ ਹਨ। ਚਲਨ ਜੋਤ ਤੁਲਸਾ ਗੋਵਰਧਨ ਹਾਂ, ਚਲਨ ਜਿਹੜਾ ਹਨ, ਚਲਨ ਜੋਤ ਤੁਲਸਾ ਤੇ ਗੋਵਰਧਨ। ਕੇਵਲ ਕਰਮੀ ਕਲਾ ਬਿਲਾਸੀ ਕੇਵਲ ਕਰਮੀ ਕਲਾ ਬਿਲਾਸੀ, ਇਹ ਵੀ ਹਨ। ਜੋ ਕੇਵਲ ਕਰਮੀ ਹੈ ਉਹ ਕਲਾ ਬਿਲਾਸੀ ਹੈ, ਉਹ ਕਲਾ ਆਪਣੀ ਸ਼ਕਤੀ ਦਿਖਾਉਣ ਵਾਲਾ ਜਾਂ ਸ਼ਕਤੀਆਂ ਦਾ ਭਰਿਆ ਸੀ। ਭੂਤਵੇ ਕੇਸ ਕਰਨ ਕ੍ਰਮ ਨਾਸੀ ਹਾਂ, ਭੂਤਵੇ, ਇੱਕ ਭੂਤਵੇ ਵੀ ਹੈਗਾ ਸੀ, ਤੇ ਕੇਸ ਕਰਨ ਕਰਮਨਾਸੀ। ਸੰਗਰ ਕਿਸਨ ਕੁਆਰ ਅਸਰ ਨਿਧ ਸੋ ਸੰਗਰ ਕਿਸ਼ਨ ਕੁਆਰ ਅਮਰ ਨਿਧ। ਪਲਕਾ ਰਾਮ ਕੁਮਾਰ ਰਾਮ ਸਿੱਧ ਦੇਖੋ ਹੁਣ ਤਿੰਨ ਹੋਰ, ਪਲਕਾ ਰਾਮ ਕੁਮਾਰ ਰਾਮ ਸਿੱਧ। ਮੀਰ ਹੁਸੈਨੀ ਆਪੰਗ ਰੂਪੀ ਆਮਿਰ ਹੁਸੈਨੀ ਇੱਕ ਹੋਇਆ, ਤੇ ਉਹਦੇ ਬਾਅਦ ਜਿਹੜਾ ਅਪਰਮ ਜਿਹੜਾ ਆਪੰਗ ਰੂਪੀ, ਇਹ ਵੀ ਹੋਇਆ। ਮੀਰ ਜੰਬੀਲ ਕਲੇਸੰਗ ਧੂਪੀ ਮੀਰ ਜੰਬੀਲ ਤੇ ਜਿਹੜਾ ਹਨ ਕਲੇਸੰਗ ਧੂਪੀ। ਸੋ ਇਹ ਵੀ ਜੋਗ ਹਰੇ ਖੁਲਾਸ ਕਸ ਧੂਪੀ ਜੋਗ ਹਰੇ ਖੁਲਾਸ ਤੇ ਕਸ ਧੁੱਪੀ। ਕੇਵਲ ਕਰਮੀ ਜੋਗ ਅਨੂਪੀ ਦੇਖੋ ਕੇਵਲ ਕਰਮੀ ਜੋ ਜੋਗ ਅਨੂਪੀ, ਜੋ ਜੋਗ ਅਨੂਪ ਜੋਗ ਕਰਨ ਵਾਲਾ, ਜੋ ਅਨੂਪ ਪਰਮੇਸ਼ਰ ਵਿੱਚ ਜੁੜਨ ਵਾਲਾ। ਮੂਲ ਮੰਤਰੀ ਕੇਦਾਰ ਇੱਕ ਰੰਗੀ ਦੇਖੋ ਮੂਲ ਮੰਤਰੀ ਵੀ ਹੈ, ਕਿਦਾਰ ਹੈ, ਜੋ ਇੱਕ ਰੰਗ ਵਿੱਚ ਰਹਿਣ ਵਾਲੇ ਸਨ। ਨਾਸਿਕਾ ਸਿਲਸਿਲਾ ਤੁਰਤ ਰੰਗੀ ਨਾਸਿਕਾ ਇੱਕ ਹੈ ਤੇ ਸਿਲਸਿਲਾ ਤੇ ਤੁਰਤ ਰੰਗੀ। ਕੇਲੰ ਕਲ ਕਰਨ ਜੋਗ ਬਚਿਤਰਾ ਕੇਲੰ ਕਲ ਕਰਨ ਜੋਗ ਤੇ ਬਚਿਤਰਾ। ਈਸਰ ਪ੍ਰੰਗੀ ਯੋਗ ਪਵਿੱਤਰਾ ਈਸਰ ਪ੍ਰੰਗੀ ਤੇ ਯੋਗ ਪਵਿੱਤਰਾ, ਇਹ ਵੀ ਹਨ। ਸੰਭਾਲ ਕਾ ਬਿਹੰਗਮ ਜੋਗੀ ਸੰਭਾਲ ਕਾ ਬਿਹੰਗਮ, ਇਹ ਵੀ ਜੋਗੀ ਸਨ। ਬ੍ਰਹਮੰ ਜੋਗੀ ਬ੍ਰਹਮੰ ਭੋਗੀ ਦੇਖੋ ਬ੍ਰਹਮੰ ਜੋਗੀ ਬ੍ਰਹਮੰ ਭੋਗੀ, ਸੋ ਇਹ ਵੀ ਹਨ। ਸਰਸਵਤੀ ਬਨਸਪਤੀ ਗੰਧਾਰੀ ਦੇਖੋ ਸਰਸਵਤੀ ਬਿਨਸਪਤੀ ਤੇ ਗੰਧਾਰੀ। ਵਾਸੀ ਗੁਫਾ ਬ੍ਰਹਮ ਬ੍ਰਤ ਧਾਰੀ ਵਸੀ ਗੁਫਾ ਤੇ ਬ੍ਰਹਮ ਬ੍ਰਤ ਧਾਰੀ। ਕਈ ਤਾਂ ਨਾਂ ਇਹ ਸਿੱਧਾਂ ਦੇ ਐਸੇ ਹਨ ਜਿਹੜੇ ਬਾਅਦ ਵਿੱਚ ਗੋਰਖ ਨੇ ਦਿੱਤੇ ਹਨ, ਉਹਨਾਂ ਦਾ ਨਾਂ ਬਟਾਇਆ। ਕਈਆਂ ਦਾ ਨਾਂ ਉਹਨਾਂ ਦੇ ਇਲਾਕਿਆਂ ਨਾਲ ਪਿਆ। ਮੁਗਲ ਜੋਗ 84 ਗਿਣੀਏ ਦੇਖੋ ਮੁਗਲ ਜੋਗ 84 ਗਿਣੀਏ, ਇਸ ਪ੍ਰਕਾਰ ਕਰਕੇ ਇਹ 84 ਹਨ। ਮੁਗਲ ਯੋਗ ਅਖੀਰਲਾ, ਤੇ ਕਹਿੰਦੇ ਇਹ 84 ਯੋਗਿਆਂ ਦੇ ਨਾਮ ਆਪ ਜੀ ਨੇ ਸਰਵਣ ਕੀਤੇ ਹਨ। ਸਰਬ ਨਾਮ ਸਿੱਧਨ ਕੇ ਜਨੀਏ ਕਹਿੰਦੇ ਸਾਰੇ ਨਾਂ ਸਿੱਧਾਂ ਦੇ ਹਨ। ਮਰਦਾਨਾ ਸੁਨ ਬੂਜਤ ਭਾ ਤਬ ਇਹ ਸੁਣ ਕੇ ਭਾਈ ਮਰਦਾਨਾ ਪੁੱਛਣ ਲੱਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤੁਮ ਜੋ ਕਹੇ ਸੋ ਜਾਣੇ ਮੈਂ ਸਭ, ਜੋ ਤੁਸੀਂ ਕਹੇ ਮੈਂ ਸਾਰੇ ਜਾਣ ਲਏ ਹਨ। ਇੱਕ ਸੰਦੇਹ ਨਿਵਾਰਨ ਕੀਜੈ ਮਹਾਰਾਜ ਇੱਕ ਸ਼ੱਕ ਹੈ, ਇੱਕ ਡਾਊਟ ਹੈ ਮੇਰੇ ਮਨ ਦੇ ਵਿੱਚ, ਉਹਨੂੰ ਜਿਹੜਾ ਦੂਰ ਕਰੋ। ਮੋਹਰੋ ਚਲਨ ਗੈਲ ਪਗ ਦੀਜੈ ਮਹਾਰਾਜ ਫੇਰ ਆਪਾਂ ਅੱਗੇ ਚੱਲਦੇ ਹਾਂ, ਪਰ ਇਹ ਮੇਰਾ ਜਿਹੜਾ ਸਵਾਲ ਹੈ ਇਹਦਾ ਜਵਾਬ ਪਹਿਲਾਂ ਦੇ ਦਿਓ, ਇਹ ਸੰਸਾ ਮੇਰਾ ਨਿਵਰਤ ਕਰ ਦਿਓ। ਦੋਹਰਾ ਭੋਗ ਨਾ ਕੀਨੋ ਨਾਰਸੋਂ ਐਸੇ ਲੋਕ ਅਨੇਕ ਕਹਿਣ ਲੱਗੇ ਜੋ ਭੋਗ ਨਹੀਂ ਕਰਦੇ, ਜੋ ਕਿ ਲਸਟ ਜਾਂ ਕੋਈ ਇੰਟਰਕੋਰਸ ਵਿੱਚ ਨਹੀਂ ਪੈਂਦੇ, ਕਹਿੰਦੇ ਇਹ ਜਿਹੇ ਬੰਦੇ ਤਾਂ ਬਹੁਤ ਨੇ ਦੁਨੀਆ ਦੇ ਵਿੱਚ। ਹਾਂਜੀ ਬਹੁਤ ਨੇ, ਪਰ ਇੱਥੇ ਜੱਤੀ ਕਿੰਨੇ ਮੰਨੇ ਸੀਗੇ? 6। ਹੁਣ ਮਹਾਰਾਜ ਕਹਿੰਦੇ ਵੀ 6 ਜੱਤੀ ਬੰਨੇ ਆ। ਕਹਿੰਦੇ ਕਿੰਨੇ ਲੋਕ ਨੇ ਦੁਨੀਆ ਦੇ ਵਿੱਚ ਜੋ ਇਹ ਕਾਰਜ ਪੈਂਦੇ ਹੀ ਨਹੀਂ। ਖਸਤ ਜਤੀ ਤੁਮ ਕਿਉਂ ਕਹੇ ਮੁਝ ਸੰਸੈ ਭਾ ਇਹ ਮੈਨੂੰ ਸੰਸਾ ਹੈ ਮਹਾਰਾਜ, ਸਿਰਫ 6 ਕਿਉਂ?
ਉਹ ਤਾਂ ਕਿੰਨੇ ਹੀ ਹੋਣੇ ਚਾਹੀਦੇ ਹਨ। ਚੌਪਈ ਸੁਨ ਸ੍ਰੀ ਗੁਰ ਨੇ ਬਚਨ ਉਚਾਰੇ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਨਹੀਂ ਜਤੀ ਜੋ ਤੋਹੇ ਵਿਚਾਰੇ। ਕਹਿਣ ਲੱਗੇ ਉਹ ਜਤੀ ਨਹੀਂ ਜਿਹੜੀ ਗੱਲ ਤੂੰ ਕਰ ਰਿਹਾ ਹੈ ਮਰਦਾਨਿਆ, ਉਹ ਇੱਕ ਜਿਹੜਾ ਹੈ ਇੱਕ ਪਾਸੇ ਦੇਖੀ ਹੈ ਗੱਲ, ਜਿਹੜੀ ਤੂੰ ਦੇਖੀ ਹੈ ਨਾ ਸਿਰਫ ਉਹੀ ਨਹੀਂ, ਉਹਦੇ ਰਿਕੁਆਇਰਮੈਂਟ ਕਾਫੀ ਹੋਰ ਵੀ ਹਨ। ਸਰਬ ਰਖੀਕ ਬਿੰਦ ਦਰਵ ਜਾਵੇ। ਦੇਖੋ ਉਹ ਜਤੀ ਹੈ ਜਿਨੇ ਆਪਣੇ ਇੰਦਰੀਆਂ ਦੇ ਸਾਰੇ ਹੀ ਇੰਦਰੀਆਂ ਨੂੰ ਆਪਣੇ ਕੰਟਰੋਲ ਵਿੱਚ ਕੀਤਾ। ਮਤਲਬ ਕਿ ਸਿਰਫ ਵਿਰਜ ਜਿਹੜਾ ਹੈ ਅੰਦਰੋਂ ਨਿਕਲਣਾ ਉਹਦੀ ਗੱਲ ਨਹੀਂ ਹੈਗੀ, ਸਾਰੇ ਇੰਦਰੀ ਕੰਟਰੋਲ ਕਰਨੇ ਆ, ਰਾਈਟ ਫਰਮ ਦ ਟੌਪ ਟੂ ਦ ਬਾਟਮ ਸਾਰੀ। ਉਹ ਕਿਵੇਂ? ਜਤੀ ਸੋਏ ਕਿਤ ਤੇ ਨਾ ਗਵਾਵੇ। ਦੇਖੋ ਇੱਕ ਗੱਲ ਹੈ, ਕਹਿੰਦਾ ਜਤੀ ਉਹ ਹੈ ਜਿਹੜਾ ਇੱਕ ਇੰਦਰਾ ਵੀ 1 ਸੈਕਿੰਡ ਮਿਲੀ ਸੈਕਿੰਡ ਵਾਸਤੇ ਵੀ, ਇੱਕ ਟੁੱਟ ਵਾਸਤੇ ਵੀ ਆਪਣੇ ਬਾਹਰ ਨਾ ਜਾਵੇ। ਜੋ ਉਹਨੂੰ ਨਹੀਂ ਦੇਖਣਾ ਚਾਹਦਾ ਉਹਦੇ ਚ ਨਾ ਪਰਤੇ ਨਾ, ਇਸ ਕਹਿੰਦਾ 1 ਸਕਿੰਟ ਇੱਕ ਟੁੱਟ ਵਾਸਤੇ ਵੀ ਬਾਹਰ ਨਾ ਜਾਵੇ। ਇਸ ਕਰਕੇ ਨੈਣ ਰੂਪ ਪਿਖ ਰਹੇ ਲੁਭਾਈ। ਦੇਖੋ ਜੇ ਅੱਖਾਂ ਨੇ ਕੋਈ ਰੂਪ ਦੇਖ ਲਿਆ, ਹਾਂਜੀ, ਤੇ ਉਹਦੇ ਚ ਲੁਭਾਈ ਮਨ ਹੋ ਗਿਆ, ਹਾਂਜੀ, ਇੰਪ੍ਰੈਸ ਹੋ ਗਿਆ ਦੇਖ ਕੇ ਵੀ, ਉਹ ਨਾ ਸੁਣਾ ਹੋ ਗਿਆ ਨਾ ਕੰਮ, ਫਿਰ ਉਹ ਜਤੀ ਨਹੀਂ ਰਿਹਾ। ਫਿਰ ਤਾਹੀ ਸਮੈ ਨੈਣ ਦਰ ਜਾਈ। ਹਾਂ, ਕਹਿਣ ਲੱਗੇ ਤਾਂ ਹੀ ਸਮੇਂ, ਕਹਿਣ ਲੱਗੇ ਉਹ ਨੈਣ ਜਿਹੜੀਆਂ ਅੱਖਾਂ ਨੇ ਦੇਖਿਆ, ਉਹ ਜਿਹੜਾ ਸਰੂਪ ਸੀਗਾ ਉਹ ਅੰਦਰ ਮਨ ਦੇ ਵਿੱਚ ਜਾ ਕੇ ਸੇਫ ਹੋ ਗਿਆ। ਜਿਵੇਂ ਤੁਹਾਡੇ ਕੈਮਰੇ ਦੇ ਹਨ, ਤੁਸੀਂ ਫੋਟੋ ਲਾ ਕੇ ਉਹ ਤੁਹਾਡੀ ਮੈਮਰੀ 'ਚ ਸੇਫ ਹੋ ਜਾਂਦੇ ਨੇ। ਕਹਿੰਦੇ ਇਸ ਕਰਕੇ ਅੱਖਾਂ ਨੇ ਜੋ ਦੇਖਿਆ ਉਹ ਮਨ ਵਿੱਚ ਸੇਫ ਹੋ ਗਿਆ, ਕਿਉਂਕਿ ਤੁਸੀਂ ਉਹ ਫੋਟੋ ਸਨੈਪ ਕਰ ਲਿਆ। ਦੇਖੋ ਦੇਖਣਾ ਆਪ ਮੁਹਾਰੇ ਤਾਂ ਡਿਫਰੈਂਟ ਗੱਲ ਹੈ, ਪਰ ਆਪਾਂ ਜਦੋਂ ਸਨੈਪ ਕਰ ਲੈਂਦੇ ਉਹਦਾ ਫੋਟੋ ਅੰਦਰ ਜਾਂਦਾ ਹੈ। ਸੋ ਇਸ ਕਰਕੇ ਅੱਖਾਂ ਨਾਲ ਆਪਾਂ ਪਰਮੇਸ਼ਰ ਨੂੰ ਦੇਖਣਾ ਹੈ ਨਾ। ਕਹਿੰਦੇ ਜੇ ਆਪਾਂ ਹੋਰ ਕੋਈ ਰੂਪ ਦੇਖਾਂਗੇ ਤਾਂ ਆਪਾਂ ਸਨੈਪ ਕਰਕੇ ਅੰਦਰ ਰੱਖੀ ਜਾਣਾ। ਸੋ ਇਹ ਮਾੜੀ ਗੱਲ ਹੈ, ਉਹ ਮਨ ਵਿੱਚ ਇੱਕ ਵਾਰੀ ਚਲਿਆ ਜਾਵੇ ਫਿਰ ਨਹੀਂ ਨਿਕਲਦਾ। ਤੇ ਰਸ ਸੁਨ ਹੈ ਜਬਹਿ ਦੇ ਕਾਨਾ। ਦੇਖੋ ਜਦੋਂ ਇਸਤਰੀ ਦੇ ਜਿਹੜੇ ਹਨ ਰਸ ਨੇ, ਜਾਂ ਇਸਤਰੀ ਇੱਕ ਪੁਰਖ ਦੇ ਜਿਹੜੀਆਂ ਹਨ ਵਡਿਆਈਆਂ, ਉਹਨਾਂ ਬਾਰੇ ਆਪਣੇ ਕੰਨਾਂ ਵਿੱਚ ਸੁਣੇ। ਜਾਇ ਸਰਵਨ ਦਰ ਬਿੰਦ ਲੁਭਾਨਾ। ਦੇਖੋ ਇਹ ਕੰਨਾਂ ਦੁਆਰਾ ਉਹ ਜਿਹੜਾ ਅੰਦਰ ਜਿਹੜੀ ਉਹਦੀ ਉਸਤਤ ਜਾਂਦੀ ਹੈ, ਅੰਦਰ ਜਿਹੜਾ ਮਨ ਦੇ ਵਿੱਚ ਚਾਹ ਉੱਠਦਾ ਹੈ, ਕਹਿੰਦੇ ਉਹ ਵੀ ਫਲ ਗਿਆ ਕੰਮ। ਉਹ ਵੀ ਜਿਹੜਾ ਹੈ ਇੱਕ ਤਰ੍ਹਾਂ ਦਾ ਵਿਰਜ ਹੈ ਜੋ ਨਿਕਲ ਗਿਆ ਜੀ, ਕੰਮ ਹੋ ਗਿਆ ਜੀ, ਉਹ ਫਸ ਗਿਆ ਬੰਦਾ। ਮੁਖ ਤੇ ਤਰਨੀ ਰਸ ਕੀ ਬਾਤਾ। ਹਾਂ, ਕਹਿਣਗੇ ਜਿਹੜਾ ਮੂੰਹ ਤੋਂ ਇੱਕ ਨਾਰੀ ਜਿਹੜੀ ਹੈ ਉਹ ਪੁਰਖ ਦੀ ਉਸਤਤ ਕਰੇ ਤੇ ਪੁਰਖ ਨਾਰੀ ਦੀ ਕਰੇ, ਕਹਿੰਦਾ ਉਹ ਵੀ ਕੰਮ ਹੋ ਗਿਆ ਜੀ। ਫਿਰ ਹਿਤ ਸੋ ਲਾਏ ਕਰਤ ਯੋ ਜਾਤਾ। ਹਿਤ ਮਾੜਾ ਜਿਹਾ ਇੰਟਰਸਟ ਵੀ ਕਿਤੇ ਲਾਤਾ, ਗਮ ਗਿਆ, ਉਹ ਜਤੀਆਂ ਤੋਂ ਨਿਕਲ ਗਿਆ। ਕਰਹਿ ਸਪਰਸ ਅੰਗਨਾ ਅੰਗਾ। ਫਿਰ ਜਿਹੜਾ ਇਸਤਰੀ ਦੇ ਅੰਗਾਂ ਦੇ ਨਾਲ ਅੰਗ ਸਪਰਸ਼ ਕਰ ਲੈਣਾ, ਹਾਂਜੀ, ਸੋ ਅੰਗ ਦੇ ਅੰਗ ਸਪਰਸ਼ ਕਰਕੇ ਉਹਦੇ ਵਿੱਚੋਂ ਲਸਟ ਜਿਹੜੀ ਹੈ ਇੱਕ ਟੁੱਟ ਵੀ ਆਉਣਾ, ਉਹ ਵੀ ਹੋ ਗਿਆ ਜੀ ਕੰਮ। ਫਿਰ ਇਹ ਬਿਦ ਜਾਵ ਹੈ ਬਿੰਦ ਨਿਸੰਗਾ। ਹਾਂ, ਕਹਿੰਦੇ ਇਹ ਬਿੰਦ, ਕਹਿੰਦੇ ਬਿੰਦ ਜਿਹੜਾ ਆਪਾਂ ਕਹਿੰਦੇ ਵੀ ਬਿੰਦ ਨਿਕਲਦਾ ਨਹੀਂ, ਕਹਿੰਦੇ ਉਹ ਇਹ ਸਾਰੇ ਤਰੀਕੇ ਨਾਲ ਨਿਕਲ ਸਕਦਾ। ਇਹ ਸਾਰੀਆਂ ਇੰਦਰੀਆਂ ਨਾਲ ਹੀ ਨਿਕਲਦੇ ਹਨ। ਇੰਦਰੀਆਂ ਹੀ ਆ ਜਿਹੜੀਆਂ ਮਨ ਨੂੰ ਉਹ ਤਿਆਰ ਕਰ ਰਹੀਆਂ ਨੇ ਇੱਕ ਇੱਕ ਪਾ ਕੇ ਵਿੱਚ, ਫਿਰ ਉਹ ਮਨ ਜਿਹੜਾ ਹੈ ਉਹਦੇ ਵਿੱਚ ਡੁੱਬ ਜਾਂਦਾ ਹੈ। ਦੋਹਰਾ ਅਸ਼ਟ ਵਿਦਨ ਕੋ ਭੋਗ ਹੈ ਤਿਨ ਤੇ ਜੋ ਵਿਪਰੀਤ। ਸੋ ਅਸ਼ਟ ਤਰ੍ਹਾਂ ਦਾ ਜਿਹੜਾ ਹੈ ਇਹ ਭੋਗ ਹੁੰਦਾ ਹੈ ਜਿਹੜਾ ਇਨਸਾਨ ਕਰਦਾ ਹੈ। ਪੂਰਨ ਜਤੀ ਸੋ ਜਾਣੀਏ ਲੀਨ ਕਾਮ ਤੇ ਜੀਤ। ਦੇਖੋ ਕਾਮ ਨੂੰ ਜਿੱਤਣਾ, ਇਹ 8 ਤਰ੍ਹਾਂ ਦਾ ਜਿਹੜਾ ਲਸਟ ਹੈ ਇਹਨੂੰ ਖਤਮ ਕਰਨਾ, ਇਹਨੂੰ ਆਪਣੇ ਅੰਦਰੋਂ ਮੁਕਾਉਣਾ। ਸੋ ਇਹ ਜਿਹੜਾ ਹੈ ਲਸਟ ਜਿਹੜਾ ਹੈ ਇਹ ਸਾਰੀਆਂ ਇੰਦਰੀਆਂ ਰਾਹੀਂ ਹੁੰਦਾ ਹੈ, ਸਾਰੀਆਂ ਇੰਦਰੀਆਂ ਰਾਹੀਂ ਹੁੰਦਾ ਹੈ, ਤੇ ਇਹ ਇੰਦਰੀਆਂ ਜਿਹੜੀਆਂ ਨੇ ਇਹਦਾ ਕੌਸ ਬਣਦੀਆਂ ਨੇ। ਇਸ ਕਰਕੇ ਚੌਪਈ ਖਸਟ ਜਤੀ ਪੂਰਨ ਜਤੀ ਉਹੀ ਹੁੰਦਾ ਹੈ ਜਿਹੜਾ ਕਿ ਇਹ ਸਾਰਿਆਂ ਨੂੰ ਜਿੱਤ ਲੈਂਦਾ ਹੈ, ਜਿੱਤ ਕੇ ਇਹਨਾਂ ਤੇ ਵਿਕਟੋਰੀਅਸ ਹੁੰਦਾ ਹੈ। ਨਾ ਉਹਦੀਆਂ ਅੱਖਾਂ, ਨਾ ਉਹਦੇ ਕੰਨ, ਨਾ ਉਹਦਾ ਨੱਕ, ਨਾ ਉਹਦਾ ਮੂੰਹ, ਕੋਈ ਵੀ ਚੀਜ਼ ਉਹਦੇ ਕੰਟਰੋਲ ਤੋਂ ਬਾਹਰ ਨਹੀਂ ਹੁੰਦੀ। ਚੌਪਈ ਖਸਟ ਜੀਤੀ ਹੈ ਔਰ ਨਾ ਕੋਈ। ਕਹਿਣਗੇ ਇਸ ਕਰਕੇ ਖਸਟ ਦੁਨੀਆ ਤੇ 6 ਜਤੀ ਹੋਇਆ ਜਿਹੜੇ ਇਨ ਕੰਪਲਾਈਐਂਸ ਹਨ। ਇਹਨਾਂ ਵਰਗੀ ਜੋ ਕੰਪਲਾਈਐਂਸ ਕਿਸੇ ਕੋਲ ਹੋਣੀ ਔਖੀ ਹੈ। ਸੁਣ ਕਰ ਨਿਰਸੰਸਤਾ ਹੋਈ। ਤੇ ਭਾਈ ਮਰਦਾਨੇ ਨੂੰ ਨਿਰਸੰਸਾ ਹੋ ਗਈ, ਉਹਦਾ ਸ਼ੱਕ ਅੰਦਰੋਂ ਜਿਹੜਾ ਸੰਸਾ ਡਾਊਟ ਨਿਕਲ ਗਿਆ। ਉਹਨ ਮਰਦਾਨਾ ਬਚਨ ਅਲਾਵੇ। ਫੇਰ ਭਾਈ ਮਰਦਾਨੇ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਅਗਰਜ ਚੱਲੀਏ ਜੇ ਤੁਧ ਭਾਵੈ। ਮਾਰਾ ਹੁਣ ਚੱਲੀਏ ਅੱਗੇ, ਤੁਰੀਏ ਜੀ ਇੱਥੋਂ, ਹੁਣ ਨਿਕਲੀਏ ਇੱਥੋਂ। ਇਨ ਤੇ ਉੱਚੇ ਥਾਨ ਬਿਸੇਖਾ। ਮਾਰਾ ਇਤੋਂ ਵੀ ਆਪਾਂ ਉੱਚੇ ਥਾਵਾਂ ਤੇ ਜਾਈਏ, ਹੋਰ ਉਚਾਈ ਵਿੱਚ ਜਾਈਏ। ਇਨ ਕੋ ਚਾਹਤ ਹਉ ਮੈਂ ਦੇਖਾਂ। ਮੈਨੂੰ ਬੜਾ ਚਾਅ ਮਾਰਾ ਦੇਖਣ ਦਾ, ਵਿਜ਼ਿਟਿੰਗ ਦਾ। ਸ੍ਰੀ ਗੁਰ ਕਹੈ ਬਿਲੰਬ ਨਾ ਕੋਈ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਭਾਈ ਮਰਦਾਨੇ ਨੂੰ, ਕਹਿੰਦੇ ਬਿਲੰਬ ਨਹੀਂ ਕੋਈ ਦੇਰੀ ਨਹੀਂ, ਮਰਦਾਨਿਆਂ ਚੱਲਦੇ ਹਾਂ। ਚੱਲ ਦੇਖੋ ਦੇਖਣ ਹਿਤ ਜੋਈ। ਮਹਾਰਾਜ ਜੋ ਦੇਖਣ ਯੋਗ ਹੈ ਚੱਲ ਦੇਖਦੇ ਆਂ ਜਾ ਕੇ ਮਰਦਾਨਿਆਂ, ਚੱਲ ਫਿਰ। ਬਸ ਕਹਿ ਕਰ ਸ੍ਰੀ ਗੁਰ ਸੁਖਕਾਰੀ। ਇਉਂ ਕਹਿ ਕਰਕੇ ਗੁਰੂ ਨਾਨਕ ਜੋ ਸੁੱਖਾਂ ਦੇ ਦੇਣ ਵਾਲੇ ਹਨ, ਮਨ ਹੇਤ ਪੁਨ ਕੀਨੀ ਤਿਆਰੀ। ਮਹਾਰਾਜ ਚੱਲਣ ਵਾਸਤੇ ਹੁਣ ਤਿਆਰੀ ਕੀਤੀ। ਵਿਖ ਕਰ ਗੋਪੀ ਚੰਦ ਬਖਾਨਾ। ਜੋ ਮਹਾਰਾਜ ਨੂੰ ਤਿਆਰ ਹੁੰਦਿਆਂ ਦੇਖਿਆ ਨਾ, ਤਾਂ ਗੋਪੀ ਚੰਦ ਨੇ ਜਦੋਂ ਦੇਖਿਆ ਵੀ ਮਹਾਰਾਜ ਤਾਂ ਤਿਆਰ ਹੋ ਕੇ ਜਾ ਰਹੇ ਹਨ, ਤਾਂ ਫਿਰ ਉਹਨੇ ਕੀ ਕੀਤਾ, ਗੋਪੀਨਾਥ ਨੇ ਉਹ ਮੰਗਲਨਾਥ ਕੋ ਭੱਜ ਕੇ ਆਇਆ। ਮੰਗਲਨਾਥ
ਸੁਨੋ ਦੇ ਕਾਨਾ। ਹੇ ਮੰਗਲਨਾਥ, ਗੋਪੀ ਚੰਦ ਕਹਿੰਦਾ, ਹੇ ਮੰਗਲਨਾਥ ਸੁਣੋ ਇੱਕ ਗੱਲ ਆਪਣੇ ਕੰਨਾਂ ਵਿੱਚ। ਨਾਨਕ ਤਪਾ ਚਲਤ ਭੇ ਤਿਆਰੂ। ਯਾਨੀ ਕਿ ਨਾਨਕ ਤਪਾ ਤਾਂ ਜਾ ਰਿਹਾ ਹੈ, ਉਹਨੇ ਤਾਂ ਤਿਆਰੀ ਕਰ ਲਈ ਜੀ ਜਾਣ ਦੀ। ਚਲੋ ਆਪ ਕੀਜੈ ਸਤਕਾਰ। ਕਹਿੰਦੇ ਕਿ ਚੱਲ ਆਪ ਕਰੋ ਸਤਕਾਰ। ਮੰਗਲਨਾਥ ਨੂੰ ਕਹਿੰਦੇ ਚੱਲ ਆਪਾਂ ਸਤਕਾਰ ਤਾਂ ਕਰੀਏ ਮਹਾਰਾਜ ਦਾ ਜਾ ਕੇ। ਜੇ ਤੁਮ ਕਹੇ ਰਹਿ ਇਹ ਥਾਈ। ਤੇ ਤੁਸੀਂ ਉਹਨੂੰ ਬੇਨਤੀ ਕਰ ਦਿਓ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇੱਥੇ ਰਹਿ ਪੈਣ ਨਾ ਜਾਣ। ਜਾਂ ਤੇ ਨੀਕੀ ਅਪਰ ਨਾ ਕਾਈ। ਕਿਉਂਕਿ ਇਹ ਤੋਂ ਚੰਗੀ ਗੱਲ ਹੋ ਕਿਹੜੀ ਹੋ ਸਕਦੀ ਜੇ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਲ ਰਹਿਣ ਇੱਥੇ। ਜਿਨ ਕੇ ਬਚਨ ਗਿਆਨ ਮਹਿ ਭੀਨੇ। ਜਿਨ੍ਹਾਂ ਦੇ ਬਚਨ ਗਿਆਨ ਵਿੱਚ ਭਿੱਜੇ ਹੋਏ ਨੇ, ਗਿਆਨ ਵਿੱਚ ਜਿਹੜੇ ਹਨ ਬਿਲਕੁਲ ਮਿਲੇ ਹੋਏ ਹਨ, ਜੋ ਗਿਆਨ ਦੇ ਰੂਪ ਹੀ ਹਨ। ਗਿਆਨ ਆਪ ਹੀ ਹੈ ਮਹਾਰਾਜ ਦੇ ਬਚਨ। ਹੋਏ ਸਨਾਥ ਤੇ ਸੰਗਤ ਕੀਨੇ। ਯਾਨੀ ਕਿ ਹੋਏ ਸਨਾਥ, ਆਪਾਂ ਵੀ ਸਨਾਥ ਹੋ ਜਾਾਂਗੇ, ਆਪਾਂ ਵੀ ਨਾਥ ਸਵਾਮੀ ਵਾਲੇ ਹੋ ਜਾਾਂਗੇ ਇਹਨਾਂ ਦੀ ਸੰਗਤ ਕਰਕੇ। ਕਹਿਤ ਪਰਸਪਰ ਬਚਨ ਬਿਲਾਸੋ। ਕਹਿਤ ਕਹਿਣ ਲੱਗੇ ਜਿਹੜਾ ਹਨ ਇਸ ਤਰ੍ਹਾਂ ਦੇ ਬਚਨ ਜਿਹੜਾ ਗੋਪੀ ਚੰਦ ਦਾ ਤੇ ਮੰਗਲਨਾਥ ਨੇ ਆਪਸ ਵਿੱਚ ਕੀਤੇ। ਚੱਲ ਆਏ ਸ੍ਰੀ ਗੁਰ ਕੇ ਪਾਸੋ। ਦੋਨੋਂ ਗੋਪੀ ਚੰਦ ਤੇ ਮੰਗਲਨਾਥ ਚੱਲ ਕੇ ਆਏ ਗੁਰੂ ਨਾਨਕ ਸਾਹਿਬ ਜੀ ਕੋਲ। ਘੁੱਗੂ ਨਾਥ ਸੋ ਮੰਗਲਨਾਥਾ। ਤੇ ਫਿਰ ਘੁੱਗੂ ਨਾਥ ਵੀ ਆ ਗਿਆ ਨਾਲ ਮੰਗਲਨਾਥ ਦੇ। ਪ੍ਰਾਨਨਾਥ ਆਵਾਹਿਤ ਸਾਥਾ। ਪ੍ਰਾਨਨਾਥ ਨੇ ਦੇਖਿਆ ਪ੍ਰਾਨਨਾਥ ਵੀ ਨਾਲ ਤੁਰਿਆ ਆ, ਕਹਿੰਦਾ ਮੈਂ ਵੀ ਚੱਲਦਾ ਹਾਂ। ਭਰਥਰ ਗੋਪੀ ਚੰਦ ਸੁਜਾਨਾ। ਤੇ ਭਰਥਰੀ ਜੀ ਉਹ ਵੀ ਆ ਗਿਆ ਭਰਥਰ, ਤੇ ਨਾਲ ਗੋਪੀ ਚੰਦ ਤਾਂ ਸੀਗਾ ਹੀ ਨਾਲ। ਜੋ ਸੁਜਾਨ ਸਿਆਣੇ ਹਨ। ਬੈਠ ਸਮੀਪ ਹੈ ਪ੍ਰੇਮ ਮਹਾਨਾ। ਇਹਨਾਂ ਨੇ ਬੈਠ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬਹੁਤ ਪ੍ਰੇਮ ਦੇ ਨਾਲ ਬੈਠੇ, ਪਿਆਰ ਨਾਲ। ਹਾਥ ਬੰਦ ਕਹਿ ਬਚਨ ਅਲਾਏ। ਹੱਥ ਬੰਨ ਕੇ ਸਾਰਿਆਂ ਨੇ ਜਿਹੜੇ ਹਨ ਬੇਨਤੀ ਕੀਤੀ, ਇਹ ਸਾਰੇ ਸਿੱਧਾ ਨੇ। ਰਹੋ ਇਹਾਂ ਕਿਉਂ ਤਪਾ ਸਿਧਾਏ। ਮਹਾਰਾਜ ਤਪਾ ਜੀ ਕਿਉਂ ਜਾ ਰਹੇ ਹੋ? ਰਹੋ ਨਾ ਸਾਡੇ ਕੋਲ, ਇੱਥੇ ਥੋੜਾ ਚਿਰ ਰਹਿਣਾ ਵੀ ਕਰੋ। ਸਿੱਧ ਮੰਡਲੀ ਕਰੋ ਸਨਾਥਾ। ਆਪਣੇ ਸਿੱਧ ਮੰਡਲੀ ਨੂੰ ਨਾਥਾਂ ਸਨਾਥ ਕਰੋ, ਸਵਾਮੀ ਵਾਲੇ ਬਣਾਓ ਸਾਨੂੰ ਸਾਰਿਆਂ ਨੂੰ। ਤੁਸੀਂ ਸਾਡੇ ਸਵਾਮੀ ਹੋ। ਵੈਸੇ ਕਰੋ ਨਿਰੰਜਨ ਗਾਥਾ। ਮਹਾਰਾਜ ਵੈਸੇ ਕਰੋ, ਮਹਾਰਾਜ ਤੇ ਬਹਿ ਕੇ ਸਾਨੂੰ ਪਰਮੇਸ਼ਰ ਦੀ ਗਾਥਾ ਕਥਾ ਸੁਣਾਓ ਜੀ। ਦੋਹਰਾ ਨਹਿ ਤੁਮਕੋ ਜੰਜਾਰ ਕਛ ਰਹਿਓ ਨਾ ਕੋ ਕਾਜ। ਮਹਾਰਾਜ ਨਹੀਂ ਤੁਮਕੋ ਜੰਜਾਰ, ਮਹਾਰਾਜ ਤੁਸੀਂ ਕਿਉਂ ਜਾ ਰਹੇ ਹੋ? ਤੁਹਾਨੂੰ ਕਿਹੜੇ ਕੋਈ ਕਮਿਟਮੈਂਟ ਹੈ, ਜਾਂ ਤੁਸੀਂ ਕਿਹੜੇ ਕੋਈ ਚੀਜ਼ ਦੇ ਬੰਨੇ ਹੋਏ ਹੋ, ਜਾਂ ਤੁਸੀਂ ਕਿਹੜੇ ਕੋਈ ਚੀਜ਼ ਦੇ ਸਬਜੈਕਟ ਹੋ? ਮਹਾਰਾਜ ਤੁਸੀਂ ਕਿਉਂ ਜਾ ਰਹੇ ਹੋ? ਤੁਹਾਨੂੰ ਤਾਂ ਕੋਈ ਜੰਜਾਲ ਨਹੀਂ। ਰਹੋ ਨਾ ਕੋ ਕਾਜ, ਕਹਿਣਗੇ ਮਹਾਰਾਜ ਇੱਥੇ ਰਹੋ। ਤੇ ਤੁਸੀਂ ਉੱਥੇ ਜਾ ਕੇ ਵੀ ਕੀ ਕਰਨਾ ਹੈ? ਦਰਸ਼ਨ ਦੀਜੈ ਲੀਜੀਏ ਰਹੋ ਸੁਮੇਰ ਬਿਰਾਜ। ਹਾਂ, ਇਸ ਕਰਕੇ ਮਹਾਰਾਜ ਦਰਸ਼ਨ ਦੀਜੀਏ ਲੀਜੀਏ ਕਹਿੰਦੇ ਅਸੀਂ ਲੈਣ ਵਾਲੇ ਹਾਂ, ਤੁਸੀਂ ਦਰਸ਼ਨ ਦੇਣ ਵਾਲੇ ਹੋ। ਰਹੋ ਸੁਮੇਰ ਬਿਰਾਜ, ਇੱਥੇ ਰਹੋ ਮਹਾਰਾਜ ਜੀ, ਬਿਰਾਜ ਕਰੋ ਇੱਥੇ। ਚੌਪਈ ਸ੍ਰੀ ਨਾਨਕ ਸੁਨ ਬੈਨ ਉਚਾਰਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਔਰ ਨਹੀਂ ਕੋ ਹਮੈ ਜੰਜਾਰਾ। ਗੁਰੂ ਨਾਨਕ ਸਾਹਿਬ ਜੀ ਸਾਨੂੰ ਕੋਈ ਜੰਜਾਲ ਨਹੀਂ, ਹੋਰ ਕੋਈ ਕੰਮ ਨਹੀਂ। ਅਸੀਂ ਇਸ ਕਰਕੇ ਨਹੀਂ ਜਾਣੇ ਕਿ ਸਾਡਾ ਕੋਈ ਕਮਿਟਮੈਂਟ ਹੈ ਵੀ ਜਾਂ ਤਾਂ ਸਾਨੂੰ ਜਾਣਾ ਹੀ ਪੈਣਾ ਹੈ ਜੀ, ਸਾਡੇ ਕੋਲ ਕੋਈ ਚੋਇਸ ਨਹੀਂ, ਇਹ ਗੱਲ ਵੀ ਨਹੀਂ ਹੈਗੀ। ਦਰਸ਼ਨ ਸੰਤਨ ਕੋ ਹਿਤ ਮੇਰੇ। ਅਸੀਂ ਕਿਉਂ ਜਾ ਰਹੇ? ਅਸੀਂ ਸੰਤਾਂ ਦੇ ਦਰਸ਼ਨ ਕਰਨੇ ਹਨ, ਸਾਨੂੰ ਚਾਹ ਹੈ। ਹਾਂ, ਹੁਣ ਅਸੀਂ ਤੁਹਾਡੇ ਦਰਸ਼ਨ ਕਰ ਲਏ ਗੁਰੂ ਨਾਨਕ ਸਾਹਿਬ ਜੀ, ਅਸੀਂ ਅੱਗੇ ਜਾਵਾਂਗੇ ਹੋਰ ਵੀ ਸੰਤਾਂ ਦੇ ਜਾ ਕੇ ਦਰਸ਼ਨ ਕਰਨ। ਦੇਖੋ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਉਹਨਾਂ ਨੇ ਦਰਸ਼ਨ ਕਰਨੇ ਨੇ, ਕਿਉਂਕਿ ਜੋ ਗੁਰੂ ਦਾ ਪਿਆਰਾ ਨਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਪਰਮੇਸ਼ਰ ਦਾ ਪਿਆਰਾ ਬਣਦਾ ਨਾ, ਫਿਰ ਉਹ ਸਾਰਿਆਂ ਦਾ ਹੀ ਪਿਆਰਾ ਬਣਦਾ ਹੈ। ਦੇਖੋ ਗੁਰੂ ਨਾਨਕ ਆਪ ਕਹਿੰਦਾ ਮੈਂ ਸੰਤਾਂ ਦੇ ਦਰਸ਼ਨ ਕਰਨੇ ਹਨ, ਮੈਂ ਆਪ ਜਾਣਾ ਉਹਨਾਂ ਦੇ ਕੋਲ। ਤੇ ਦੇਖੋ ਜਿਹੜੇ ਭਗਤੀ ਕਰਦੇ ਨੇ, ਜੋ ਪਰਮਾਤਮਾ ਦੇ ਜਿਹੜੇ ਹਨ ਸਿਮਰਨ ਵਿੱਚ ਬਹਿੰਦੇ ਨੇ, ਪਰਮਾਤਮਾ ਆਪ ਉਹਨਾਂ ਨੂੰ ਆ ਕੇ ਦਰਸ਼ਨ ਦਿੰਦਾ ਹੈ। ਜਿਨ ਸੰਗਤ ਮੈਂ ਹੈ ਸਭ ਸੁਖ ਹੇਰੇ। ਤੇ ਦੇਖੋ ਜਿਨ ਸੰਗਤ ਮੈਂ, ਜਿਹੜੇ ਸੰਤਾਂ ਦੀ ਸੰਗਤ ਵਿੱਚ ਸਾਰੇ ਸੁੱਖ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਸਨ ਬੈਸਨ ਹਮ ਤੇ ਛੂਟਾ। ਕਹਿਣ ਲੱਗੇ ਟਿਕ ਕੇ ਬਹਿਣਾ ਤਾਂ ਮੇਰੇ ਤੋਂ ਛੁੱਟ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਤਾਂ ਕਿਤੇ ਵੀ ਟਿਕ ਕੇ ਨਹੀਂ ਬਹਿ ਸਕਦਾ, ਮੈਂ ਤਾਂ ਕਿਤੇ ਵੀ ਇੱਕ ਥਾਂ ਤੇ ਆਪਣਾ ਆਸਨ ਨਹੀਂ ਲਾ ਸਕਦਾ। ਸਤਿਗੁਰ ਪਰਸਤ ਬੰਧਨ ਟੂਟਾ। ਸਤਿਗੁਰ ਪਰਸਤ ਬੰਧਨ ਟੁੱਟਾ। ਕਹਿਣਗੇ ਇਸ ਕਰਕੇ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇਹ ਸਾਡੀ ਬਿਰਤੀ ਜੁੜੀ ਹੋਈ ਹੈ, ਤੇ ਸਾਰੇ ਸਾਡੇ ਬੰਧਨ ਟੁੱਟ ਗਏ, ਕਿਉਂਕਿ ਇੱਕ ਪਾਰਬ੍ਰਹਮ ਪਰਮੇਸ਼ਰ ਹੀ ਹੈ। ਨਿਰੰਕਾਰ ਪਰ ਡੀਠ ਹਮਾਰੀ। ਸਾਡੀ ਨਿਗਾਹ ਹਮੇਸ਼ਾ ਪਰਮਾਤਮਾ ਵਿੱਚ ਟਿਕੀ ਰਹਿੰਦੀ ਹੈ। ਛੂਟ ਗਈ ਸਭ ਆਪਣੀ ਧਾਰੀ। ਸੋ ਸਾਰੀ ਸਾਡੀ ਹਉਮੈ ਛੁੱਟ ਗਈ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਵਿੱਚ ਕੀ ਹਉਮੈ ਰਹਿ ਗਈ? ਕੋਈ ਨਹੀਂ ਰਹਿ ਗਈ, ਬਸ ਸਾਰੀ ਪਰਮਾਤਮਾ ਹੀ ਪਰਮਾਤਮਾ ਹੈ। ਨਹੀਂ ਦ੍ਰਿਸ਼ਟ ਜਾਵ ਹੈ ਕਿਟ ਆਨਾ। ਹਾਂ, ਸਾਡੀ ਦ੍ਰਿਸ਼ਟੀ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਪਾਸੇ ਨਹੀਂ ਜਾਂਦੀ। ਅਟਕੀ ਸ੍ਰੀ ਕਰਤਾਰ ਸਥਾਨਾ। ਅਟਕੀ ਕਹਿਣ ਲੱਗੇ ਲੱਗੀ ਹੋਈ ਹੈ ਉੱਥੇ ਟਿਕੀ ਹੋਈ ਹੈ ਪਰਮਾਤਮਾ ਦੇ ਚਰਨਾਂ ਵਿੱਚ। ਤੇ ਪਗ ਲੱਗਿਓ ਪ੍ਰੇਮ ਮਨ ਮੇਰੇ। ਤੇ ਉਹ ਪਰਮਾਤਮਾ ਦੇ ਚਰਨਾਂ ਵਿੱਚ ਸਾਡਾ ਪ੍ਰੇਮ ਜੁੜਿਆ ਹੋਇਆ ਹੈ, ਲੱਗਿਆ ਹੋਇਆ ਹੈ। ਸਾਧਨਾ ਆਵਤ ਤਿੰਨ ਬਿਨ ਹੇਰੇ। ਕਹਿਣ ਲੱਗੇ ਉਹ ਪਰਮਾਤਮਾ ਦੇ ਚਰਨਾਂ ਦੇਖਣ ਤੋਂ ਬਗੈਰ ਸਾਨੂੰ ਕਿਤੇ ਚੈਨ ਨਹੀਂ ਆਉਂਦਾ।
ਸਾਨੂੰ ਕਿਤੇ ਸ਼ਾਂਤੀ ਨਹੀਂ ਆਉਂਦੀ। ਉਹ ਪਰਮਾਤਮਾ ਦੇ ਚਰਨਾਂ ਵਿੱਚ ਹੀ ਸਾਡੀ ਬ੍ਰਿਤੀ ਜੁੜੀ ਹੋਈ ਹੈ। ਦੋਹਰਾ ਬੋਲਿਓ ਮੰਗਲਨਾਥ ਤਬ ਰਾਵਰ ਹੀ ਕਰਤਾਰ। ਦੇਖੋ ਮੰਗਲਨਾਥ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਆ ਤੁਹਾਡੀ ਨਿਗਾਹ ਟਿਕੀ ਹੋਈ ਹੈ ਪਰਮਾਤਮਾ ਦੇ ਚਰਨਾਂ ਵਿੱਚ। ਮਹਾਰਾਜ ਤੁਸੀਂ ਆਪ ਹੀ ਤਾਂ ਕਰਤਾਰ ਹੋ, ਆਪ ਹੀ ਤਾਂ ਤੁਸੀਂ ਪਰਮਾਤਮਾ ਹੋ ਮਹਾਰਾਜ। ਅਸੀਂ ਤਾਂ ਪਛਾਣ ਲਿਆ ਨਾ ਫਿਰ। ਤੁਮਰੋ ਦਰਸ ਦੁਲੰਭ ਹੈ ਹਮਿਓ ਕਰਤ ਉਚਾਰ। ਮਹਾਰਾਜ ਤੁਹਾਡੇ ਦਰਸ਼ਨ ਦੁਰਲੰਭ ਨੇ। ਤੁਸੀਂ ਮਹਾਰਾਜ ਭਾਵੇਂ ਕਿਤੇ ਵੀ ਬ੍ਰਿਤੀ ਜੋੜੋ, ਸਾਡੀ ਬ੍ਰਿਤੀ ਤਾਂ ਤੁਹਾਡੇ ਚਰਨਾਂ ਤੇ ਜੁੜਨੀ ਹੈ ਮਹਾਰਾਜ। ਤੁਸੀਂ ਸਾਡੇ ਕਲਿਆਣਕਾਰੀ ਹੋ। ਅਸੀਂ ਜਿਹੜਾ ਹਾਂ ਤੁਮਰੇ ਦਰਸ ਦੁਲੰਭ, ਬੜੇ ਦੁਰਲੰਭ ਹਨ, ਪ੍ਰੈਸ਼ਸ ਹਨ ਮਹਾਰਾਜ, ਬੜੇ ਔਖੇ ਲੱਭਣੇ ਹਨ ਤੁਹਾਡੇ ਜਿਹੜੇ ਹਨ ਤੁਹਾਡੇ ਦਰਸ। ਇਸ ਕਰਕੇ ਤੁਸੀਂ ਤਾਂ ਸਾਖਸ਼ਾਤ ਕਰਕੇ ਸਾਡੇ ਸਾਹਮਣੇ ਹੋ। ਸੋ ਹਮ ਯੋ ਕਰਤ ਉਚਾਰ ਮਹਾਰਾਜ, ਸਾਡੇ ਨਾਲ ਜਿਹੜਾ ਤੁਸੀਂ ਸਾਡੇ ਵੱਲੋਂ ਹੀ ਬਚਨ ਕਹਿ ਰਹੇ ਹੋ, ਜੋ ਤੁਸੀਂ ਕਹੇ ਹਨ ਉਹ ਸਾਰੇ ਬਚਨ ਸਾਡੇ ਹੀ ਹਨ। ਅਸੀਂ ਉਹ ਤੁਹਾਡੇ ਚਰਨਾਂ 'ਚ ਜੁੜਨਾ ਹੈ, ਤੁਹਾਡੇ ਸਰੂਪ 'ਚ ਅਸੀਂ ਲਿਵ ਲਾਉਣੀ ਹੈ, ਤੁਹਾਡੇ ਨਾਲ ਅਸੀਂ ਪ੍ਰੇਮ ਕਰਨਾ ਹੈ। ਚੌਪੇ ਤੁਮ ਸਮੀਪ ਜੋ ਬੀਤ ਹੈ ਕਾਲਾ। ਮਹਾਰਾਜ ਤੇ ਤੁਹਾਡੇ ਕੋਲ ਰਹਿ ਕਰਕੇ ਜਿਹੜਾ ਸਮਾਂ ਬੀਤਦਾ ਹੈ ਸੋ ਹਮ ਜਾਣ ਹੈ ਸਫਲ ਵਿਸਾਲਾ। ਉਹ ਅਸੀਂ ਜਾਣਦੇ ਵੀ ਸਫਲ ਸਮਾਂ ਹੈ। ਉਹ ਸਮਾਂ ਸਾਰਾ ਜਿਹੜਾ ਹੈ ਫਰੂਟਫੁਲ ਹੈ ਜਾਂ ਤੁਹਾਡੇ ਕੋਲ ਬੀਤਿਆ ਹੈ। ਕਰੁਣਾ ਕਰ ਕੁਛ ਕਾਲ ਰਹੀ ਜੈ। ਮਹਾਰਾਜ ਕਿਰਪਾ ਕਰਕੇ ਥੋੜਾ ਸਮਾਂ ਸਾਡੇ ਕੋਲ ਰਹੋ ਹੁਣ। ਪੁਨ ਜਾਵਨ ਕੀ ਇੱਛਾ ਕੀਜੈ। ਫੇਰ ਅੱਗੇ ਜਾਣ ਦੀ ਇੱਛਾ ਕਰਿਓ ਮਹਾਰਾਜ ਜੀ। ਸੁਨ ਸ੍ਰੀ ਨਾਨਕ ਬਚਨ ਉਚਾਰੇ। ਇਹ ਮੰਗਲਨਾਥ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਤੁਮ ਸਭ ਮੇਰੇ ਪ੍ਰਾਨਨ ਪਿਆਰੇ। ਕਹਿਣਗੇ ਤੁਸੀਂ ਸਾਰੇ ਜੋਗੀ ਮੇਰੇ ਪ੍ਰਾਣਾ ਤੋਂ ਪਿਆਰੇ ਹੋ, ਮੈਨੂੰ ਤੁਸੀਂ ਬਹੁਤ ਪਿਆਰੇ ਹੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੋਏ ਮੇਲ ਪੁਨ ਕੇਤਕ ਕਾਲਾ। ਹੋਏਗਾ ਸਾਡਾ ਮੇਲ ਫੇਰ ਆਪਾਂ ਮਿਲਾਂਗੇ ਕੁਝ ਕੁ ਸਮੇਂ ਬਾਅਦ। ਅਬ ਜਾਵਨ ਕੋ ਕਾਜ ਵਿਸਾਲਾ। ਹੁਣ ਸਾਡਾ ਜਾਣ ਨੂੰ ਇੱਕ ਵੱਡਾ ਕਾਰਜ ਹੈ ਜਿਹਦੇ ਕਰਕੇ ਸਾਨੂੰ ਜਾਣਾ ਪੈਣਾ ਹੈ। ਕਰਹੁ ਦਇਆ ਆਇਸ ਅਬ ਦੀਜੈ। ਕਹਿਣਗੇ ਕਰੋ ਦਇਆ। ਸਿੱਧ ਮੰਡਲੀ ਨੂੰ ਕਹਿੰਦੇ ਦਿਓ ਕਰਿਓ ਦਇਆ, ਹੁਣ ਦਿਓ ਆਗਿਆ ਸਾਨੂੰ ਜਾਣ ਦੀ। ਹਉ ਗਮਨੋ ਨਿਜ ਖੁਸ਼ੀ ਸੋ ਕੀਜੈ। ਕਹਿਣਗੇ ਹਉ ਗਮਨੋ ਅਸੀਂ ਜਾਂਦੇ ਹਾਂ ਜਿਹੜਾ ਹਨ ਕਹਿਣਗੇ ਨਿਜ ਖੁਸ਼ੀ ਸੋ ਕੀਜੈ। ਤੁਸੀਂ ਆਪਣੀ ਖੁਸ਼ੀ ਇੱਥੇ ਮਨਾਓ, ਜੁੜੋ ਪਰਮਾਤਮਾ ਦੇ ਚਰਨਾਂ ਦੇ ਨਾਲ। ਮੰਗਲ ਆਦ ਸਰਬ ਸਿੱਧ ਭਾਖੈ। ਸਾਰੇ ਜਿਹੜੇ ਹਨ ਸਿੱਧ ਤੇ ਜਿਹੜਾ ਹਨ ਮੰਗਲਨਾਥ ਦੇ ਨਾਲ ਸਮੇਤ ਕਹਿੰਦੇ ਹਨ ਦੇਖੋ ਤਪਾ ਜਹਾਂ ਤੁਮ ਕਾਂਖੈ। ਜਾਂ ਦੇਖੋ ਜਾਓ ਫਿਰ ਤਪਾ ਜੀ, ਜਿੱਥੇ ਤੁਹਾਡੀ ਇੱਛਾ ਤੁਸੀਂ ਜਾਓ, ਜਿੱਥੇ ਤੁਸੀਂ ਜੋ ਦੇਖਣਾ ਚਾਹੁੰਦੇ ਤੁਸੀਂ ਦੇਖੋ। ਦੋਹਰਾ ਖੁਸ਼ੀ ਨਿਰੰਜਨ ਕੀ ਸਦਾ ਖੇਲ ਹੋ ਜਿਤ ਹੋਏ ਚਾਹੇ। ਕਹਿਣਗੇ ਖੁਸ਼ੀ ਨਿਰੰਜਨ ਕੀ, ਕਹਿਣਗੇ ਤੁਹਾਡੀ ਦਿੱਤੀ ਹੋਈ ਖੁਸ਼ੀ ਅਸੀਂ ਆਪਣੇ ਹਿਰਦਿਆਂ ਵਿੱਚ ਧਾਰ ਕੇ ਇੱਥੇ ਹੀ ਰਹਾਂਗੇ ਸਦਾ। ਕਹਿੰਦੇ ਖੇਲੋ ਜਿੱਤ ਹੋਏ ਜਾਏ ਚਾਹੇ, ਤੁਸੀਂ ਜਾਓ ਜਿੱਥੇ ਤੁਸੀਂ ਜਾਣਾ ਹੈ, ਕਿਉਂਕਿ ਤੁਹਾਡਾ ਪਿਆਰ ਤਾਂ ਸਾਡੇ ਕੋਲੇ ਆ ਨਾ। ਤੁਸੀਂ ਤਾਂ ਸਾਡੇ ਜਿਹੜਾ ਤੁਸੀਂ ਪਰਮੇਸ਼ਰ ਹੋ ਕੇ ਸਾਰੇ ਥਾਂ ਤੇ ਵਸਣ ਵਾਲੇ ਹੋ। ਸਭ ਤੁਮਰੇ ਅਸਥਾਨ ਹੈ ਦੂਸਰ ਦੀਸਤ ਨਾ ਹੈ। ਹਮਾਰਾ ਸਾਡੇ ਤੁਹਾਡੇ ਹੀ ਥਾਂ ਹੈ ਨਾ, ਤੁਸੀਂ ਆਪਣੇ ਥਾਂ ਤੇ ਜਾ ਰਹੇ ਹੋ ਨਾ, ਇਹ ਵੀ ਤੁਹਾਡਾ ਥਾਂ ਹੋਰ ਵੀ ਤੁਹਾਡੇ ਥਾਂ ਨੇ ਮਹਾਰਾਜ। ਇਸ ਕਰਕੇ ਦੂਸਰ ਦੀਸਤ ਨਾ ਹੀ, ਹੋਰ ਤਾਂ ਕੋਈ ਹੈ ਨਹੀਂ ਮਹਾਰਾਜ, ਇੱਕੇ ਮਾਲਕ ਹੋ ਤੁਸੀਂ ਇਹ ਸਾਰੀ ਕਾਇਨਾਤ ਦੇ। ਚੌਪੇ ਠਾਂਡੇ ਹੋਏ ਕਰ ਪੰਕਜ ਬੰਦਨਾ। ਖੜ ਕਰਕੇ ਸਾਰਿਆਂ ਨੇ ਬੰਦਨਾ ਕੀਤੀ ਗੁਰੂ ਨਾਨਕ ਸਾਹਿਬ ਜੀ ਨੂੰ। ਵਿਦਾ ਹੋਣ ਲੱਗ ਗਿਆ ਸੁਖ ਸਦਨਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਵਿਦਾ ਹੋਣ ਲੱਗੇ ਨੇ, ਉੱਥੋਂ ਜਾਣ ਲੱਗੇ ਹਨ ਸੁਮੇਰ ਤੋਂ। ਮਿਲ ਸਭ ਸੋ ਆਦੇਸ਼ ਅਲਾਈ। ਸਾਰਿਆਂ ਨੇ ਮਿਲ ਕੇ ਆਦੇਸ਼ ਕੀਤੀ। ਕਰਹਿ ਪ੍ਰੇਮ ਹਿਰਦੈ ਜਗਰਾਈ। ਜਿਨ੍ਹਾਂ ਦੇ ਪ੍ਰੇਮ ਜਿਹੜਾ ਹੈ ਸਤਿਗੁਰਾਂ ਨੇ ਉਹਨਾਂ ਦੇ ਅੰਦਰ ਜਗਾ ਦਿੱਤਾ। ਸਾਰੇ ਸਿੱਧਾਂ ਦੇ ਅੰਦਰ ਪ੍ਰੇਮ ਜਾਗ ਪਿਆ ਪਰਮੇਸ਼ਰ ਦਾ। ਮੰਗਲ ਪ੍ਰਾਨਨਾਥ ਲੋਹਰੀਪਾ। ਦੇਖੋ ਮੰਗਲਨਾਥ ਪ੍ਰਾਣਨਾਥ ਲੋਹਰੀਪਾ ਜਿਹੜਾ ਸੀ, ਚੱਲ ਕਰ ਆਏ ਸਰਬ ਸਮੀਪਾ। ਸਾਰੇ ਨੇੜੇ ਆਏ, ਮਹਾਰਾਜ ਦੇ ਕੋਲ ਆਏ, ਮਹਾਰਾਜ ਨੂੰ ਮਿਲਣ ਵਾਸਤੇ, ਵਿਦਾ ਕਰਨ ਵਾਸਤੇ। ਗੋਪੀ ਚੰਦ ਆਦ ਹੈ ਜੇਤੇ। ਜਿੰਨੇ ਵੀ ਜਿਹੜੇ ਹਨ ਗੋਪੀ ਚੰਦ ਸਮੇਤ ਮਿਲ ਕਰ ਹਰਖੇ ਜੇ ਗੁਰਬੇਤੇ। ਗੁਰੂ ਮਹਾਰਾਜ ਨੂੰ ਪਛਾਣਨ ਵਾਲੇ ਜੋਗੀ ਜਿਹੜੇ ਸਨ ਨਾ, ਸਾਰੇ ਬੜੇ ਖੁਸ਼ ਹੋਏ ਸਤਿਗੁਰਾਂ ਨੂੰ ਮਿਲ ਕਰਕੇ। ਹੈ ਚੰਦਰ ਬਦਨ ਕੀ ਓਰਾ। ਦੇਖਦੇ ਹਨ ਉਹ ਚੰਦ ਵਰਗੇ ਸੁੰਦਰ ਸਰੀਰ ਗੁਰੂ ਨਾਨਕ ਸਾਹਿਬ ਜੀ ਦੇ ਨੂੰ। ਸਭ ਨੇ ਲੋਚਨ ਕੀ ਨਚਕੋਰਾ। ਸਾਰੇ ਚਕੋਰ ਦੀ ਤਰ੍ਹਾਂ ਬਸ ਇੱਕ ਟੱਕ ਸਤਿਗੁਰਾਂ ਦੇ ਦਰਸ਼ਨ ਰੱਜ ਕੇ ਕਰ ਰਹੇ ਹਨ। ਬੰਦਨ ਕਰ ਹੈ ਚਰਨ ਅਰਬਿੰਦਾ। ਤੇ ਬੰਦਨ ਕਰਦੇ ਮੱਥਾ ਟੇਕਦੇ ਹਨ ਕਵਲ ਵਰਗੇ ਚਰਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ। ਮਨ ਆਪਣੇ ਜਨ ਕੀਨ ਮਲਿੰਦਾ। ਕਹਿਣਗੇ ਮਨ ਆਪਣੇ, ਜਿਨ੍ਹਾਂ ਨੇ ਆਪਣੇ ਮਨ ਭੌਰੇ ਕਰ ਲਏ, ਵੀ ਕਰ ਲਏ, ਜੋ ਕਵਲ ਜਿਹੜੇ ਹਨ ਕਵਲ ਵਰਗੇ ਚਰਨਾਂ ਤੇ ਆਪਣੇ ਮਨ ਰੂਪੀ ਵੀ ਭੌਰੇ ਨੂੰ ਮਹਾਰਾਜ ਦੇ ਚਰਨਾਂ ਤੇ ਟਿਕਾ ਦਿੱਤਾ। ਸਾਦਰ ਕੇ ਬਚ ਸੁਨੇ ਸੁਨਾਏ। ਦੇਖੋ ਸਾਦਰ ਕੇ ਬਚਨ, ਆਦਰ ਵਾਲੇ ਬਚਨ ਸੁਣਦੇ ਤੇ ਸੁਣਾਉਂਦੇ ਹਨ ਯੋਗੀ ਐਸੇ ਜਿਹੜੇ ਭਲੇ ਹਨ। ਅਗਰਜ ਸੰਗ ਚਲੇ ਪਹੁੰਚਾਏ। ਤੇ ਅੱਗੇ ਚੱਲੇ ਮਹਾਰਾਜ ਨੂੰ ਤੋਰਨ ਵਾਸਤੇ ਕਾਫੀ ਜਿਹੜਾ ਹਨ ਡਿਸਟੈਂਸ ਤੱਕ ਤੋਰਨ ਆਏ ਗੁਰੂ ਨਾਨਕ ਸਾਹਿਬ ਜੀ ਨੂੰ, ਭਾਈ ਬਾਲਾ ਤੇ ਭਾਈ ਮਰਦਾਨੇ ਨੂੰ। ਕਰਤ ਪ੍ਰੇਮ ਸਭ ਸਿੱਧ ਹਟਾਏ। ਮਹਾਰਾਜ ਨੇ ਪ੍ਰੇਮ ਕਰਕੇ ਸਾਰਿਆਂ ਨੂੰ ਪਿੱਛੇ ਹਟਾਇਆ। ਕੋਈ ਨਹੀਂ ਤੁਸੀਂ ਹੁਣ ਵਾਪਸ ਜਾਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਅੱਗੇ ਜਾਵਾਂਗੇ। ਸੋ ਉਹਨਾਂ ਨੂੰ ਪਿੱਛੇ ਹਟਾਇਆ ਜੀ ਪ੍ਰੇਮ ਨਾਲ। ਅੱਗੇ ਪੁੰਨ ਸ੍ਰੀ ਗੁਰੂ ਸਿਧਾਏ। ਮਹਾਰਾਜ ਜੀ ਹੁਣ ਅੱਗੇ ਗਏ ਹਨ।
ਮਹਾਰਾਜ ਜੀ ਅੱਗੇ ਚਲੇ ਗਏ। ਸੋ ਇੱਥੇ ਹੀ ਇਹ ਜਿਹੜਾ ਅਧਿਆਇ ਸਮਾਪਤ ਹੈ। ਦੇਖੋ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਸਿੱਧ ਮੰਡਲੀ ਨੂੰ ਜਿੱਤਿਆ, ਕਿਵੇਂ ਉਹਨਾਂ ਦਾ ਹੰਕਾਰ ਦੂਰ ਕਰਕੇ ਉਹਨਾਂ ਦੇ ਵਿੱਚ ਪ੍ਰੇਮ ਜਗਾਇਆ, ਪਰਮੇਸ਼ਰ ਨਾਲ ਜੋੜਿਆ, ਉਹਨਾਂ ਦੀ ਜਿਹੜੀ ਸਿੱਧ ਦੀ ਜਿਹੜੀ ਕਮਾਈ ਸੀ ਉਹਨੂੰ ਸਫਲ ਕੀਤਾ। ਇਹ ਤਾਂ ਗੁਰੂ ਦਾ ਰੋਲ ਹੈ ਨਾ ਆਪਣੇ ਜੀਵਨ ਦੇ ਵਿੱਚ। ਆਪਾਂ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋ ਜਾਵੇ, ਆਪਾਂ ਭਾਵੇਂ ਕਿੰਨੇ ਵੀ ਚੰਗੇ ਗੁਣ ਕਿਉਂ ਨਾ ਕਰੀਏ, ਪਰ ਕਹਿੰਦੇ ਗੁਰੂ ਦੀ ਸਿੱਖੀ ਆ ਨਾ, ਗੁਰੂ ਦੀ ਜਿਹੜੀ ਐਗਜ਼ਿਸਟੈਂਸ ਆ ਨਾ, ਉਹ ਹਰ ਇੱਕ ਚੀਜ਼ ਨੂੰ ਕੰਪਲੀਮੈਂਟ ਕਰਦੀ ਹੈ। ਚੰਗੀ ਚੀਜ਼ ਨੂੰ ਕੰਪਲੀਮੈਂਟ ਕਰਦੀ ਹੈ, ਗੁਣਾਂ ਨੂੰ ਕੰਪਲੀਮੈਂਟ ਕਰਦੀ ਹੈ, ਤੇ ਔਗਣਾਂ ਨੂੰ ਕੱਢਦੀ ਹੈ, ਔਗਣਾਂ ਨੂੰ ਦੂਰ ਕਰਦੀ ਹੈ। ਤੇ ਔਗਣਾਂ ਨੂੰ ਵੀ ਦੂਰ ਇਸ ਪ੍ਰਕਾਰ ਕਰਦੀ ਹੈ ਕਿ ਦੇਖੋ ਇੱਕ ਤਰੀਕਾ ਹੁੰਦਾ ਹੈ ਵੀ ਜਿਹੜੀ ਚੀਜ਼ ਨਹੀਂ ਚੰਗੀ ਉਹ ਦੂਰ ਕਰ ਦਿਓ। ਮਹਾਰਾਜ ਐਸਾ ਨਹੀਂ, ਭਾਵੇਂ ਉਹ ਚੀਜ਼ ਉੱਥੇ ਹੀ ਹੁੰਦੀ ਹੈ, ਮਹਾਰਾਜ ਦੂਰ ਨਹੀਂ ਕਰਦੇ, ਪਰ ਉਹਦੇ ਵਿੱਚੋਂ ਇੰਟਰਸਟ, ਉਹਦੀ ਸੱਚਾਈ ਦਿਖਾ ਕੇ ਬੰਦੇ ਨੂੰ ਆਪਣੇ ਆਪ ਨਫ਼ਰਤ ਹੋਣ ਲੱਗ ਜਾਂਦੀ ਆ ਆਪਣੇ ਔਗਣਾਂ ਦੇ ਉੱਤੇ। ਫਿਰ ਉਹਨੂੰ ਚੰਗੇ ਨਹੀਂ ਲੱਗਦੇ ਆਪਣੇ ਔਗਣ। ਸੋ ਜਿਵੇਂ ਕੋਈ ਝੂਠ ਬੋਲੇ, ਉਹਨੂੰ ਆਪਣੇ ਆਪ ਨੂੰ ਨਹੀਂ ਚੰਗਾ ਲੱਗੇਗਾ ਮੈਂ ਝੂਠ ਬੋਲਣਾ। ਸੋ ਇਸ ਕਰਕੇ ਜਿਹੜਾ ਉਹ ਸਾਰੇ ਔਗਣ ਮਹਾਰਾਜ ਜੀ ਇਸ ਤਰ੍ਹਾਂ ਖਤਮ ਕਰ ਦਿੰਦੇ ਹਨ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੀ ਲੋੜ ਸਾਰਿਆਂ ਨੂੰ ਹੀ ਹੈ, ਭਾਵੇਂ ਕੋਈ ਸੰਤ ਹੈ, ਮਹਾਂਪੁਰਸ਼ ਹੈ, ਭਾਵੇਂ ਕੋਈ ਪਾਪੀ ਹੈ, ਕੋਈ ਵੀ ਹੈ, ਸਾਰਿਆਂ ਨੂੰ ਲੋੜ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਹੀ ਪਰਮੇਸ਼ਰ, ਆਪ ਹੀ ਸਾਰਿਆਂ ਦੇ ਮਾਲਕ ਨੇ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਿਆਂ ਹੋਇਆਂ ਹੀ ਆਪਾਂ ਇਹ ਜਿਹੜਾ ਹੈ ਅਧਿਆਇ ਨੂੰ ਖਤਮ ਕਰੀਏ। ਧੰਨ ਗੁਰੂ ਨਾਨਕ। ਸਾਦਰ ਕੇ ਬਚ ਸੁਨੇ ਸੁਨਾਏ, ਅਗਰ ਸੰਗ ਚਲੇ ਪਹੁੰਚਾਏ, ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁਨ ਸ੍ਰੀ ਗੁਰੂ ਸਿਧਾਏ। ਇੰਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਿੱਧਨ ਤੇ ਵਿਦਾ ਹੋਣ ਪ੍ਰਸੰਗ ਵਰਣਨ ਨਾਮ 64ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।